ਸਟੂਡੈਂਟਸ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਚੈਪਟਰ 3 ਜਿਹੜਾ ਚੈਪਟਰ ਦਾ ਨਾਮ ਹੈਗਾ ਉਹ ਹੈਗਾ ਕੰਪਿਊਟਰ ਨੈਟਵਰਕ। ਉਹਦੇ ਬਾਰੇ ਅਸੀਂ ਅੱਜ ਪੜਾਂਗੇ। ਸਭ ਤੋਂ ਪਹਿਲਾਂ ਇਹ ਦੇਖਦੇ ਹਾਂ ਵੀ ਕੰਪਿਊਟਰ ਨੈਟਵਰਕ ਕਹਿੰਦੇ ਕਿਹਨੂੰ ਨੇ। ਅਗਰ ਅਸੀਂ ਸਿੰਪਲ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਕੰਪਿਊਟਰ ਨੈਟਵਰਕ ਇਜ਼ ਅ ਸੈਟ ਆਫ ਕੰਪਿਊਟਰਸ, ਯਾਨੀ ਕਿ ਦੋ ਤੋਂ ਵੱਧ ਕੰਪਿਊਟਰ ਉਹ ਆਪਸ ਦੇ ਵਿੱਚ ਜੁੜੇ ਹੋਏ ਨੇ, ਕਨੈਕਟਡ together using media in a way that they can share information and complete process। यानी कि दो कंप्यूटर ने दो कंप्यूटर आपस ਦੇ ਵਿੱਚ ਕਿਸੇ ਮਾਧਿਅਮ ਰਾਹੀਂ ਜੇ ਜੁੜੇ ਹੋਏ ਨੇ ਤਾਂ ਉਹ ਕੀ ਹੋਗਾ, ਇੱਕ ਨੈਟਵਰਕ ਹੋਗਾ। ਘੱਟੋ ਘੱਟ ਦੋ ਕੰਪਿਊਟਰ ਚਾਹੀਦੇ ਨੇ, ਵੱਧ ਤੋਂ ਵੱਧ ਜਿੰਨੇ ਮਰਜ਼ੀ ਹੋ ਸਕਦੇ ਨੇ। ਇਹ ਜ਼ਰੂਰੀ ਨਹੀਂ ਹੈ ਵੀ ਕੰਪਿਊਟਰ ਹੋਣ, ਇਹਦੇ ਵਿੱਚ ਇਹ ਮੋਬਾਈਲ ਫੋਨ ਵੀ ਹੋ ਸਕਦੇ ਨੇ ਤੇ ਸਰਵਰ ਵੀ ਹੋ ਸਕਦੇ ਨੇ। ਕੋਈ ਵੀ ਨੈਟਵਰਕ ਡਿਵਾਈਸ ਆਪਣੇ ਕੋਲੇ ਕੰਪਿਊਟਰ ਰਿਲੇਟਡ ਨੈਟਵਰਕ ਡਿਵਾਈਸ ਇਹ ਹੋ ਸਕਦਾ ਹੈਗਾ। ਨੈਕਸਟ ਆ ਗਿਆ ਜੀ ਕਿ ਸਾਨੂੰ ਨੈਟਵਰਕਿੰਗ ਦੀ ਲੋੜ ਕਿਉਂ ਹੈ। ਵੈਰੀ ਇੰਪੋਰਟੈਂਟ ਕੁਐਸਚਨ। ਇਹਦਾ ਆਨਸਰ ਕੀ ਹੈ? ਟੂ ਸ਼ੇਅਰ ਆਵਰ ਫਾਈਲ ਔਰ ਇਨਫੋਰਮੇਸ਼ਨ। ਜਦੋਂ ਅਸੀਂ ਆਪਣੀਆਂ ਫਾਈਲ ਤੇ ਇਨਫੋਰਮੇਸ਼ਨ ਨੂੰ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਦੇ ਵਿੱਚ ਸ਼ੇਅਰ ਕਰਨਾ ਹੈਗਾ ਤਾਂ ਸਾਨੂੰ ਨੈਟਵਰਕਿੰਗ ਦੀ ਲੋੜ ਹੈਗੀ ਆ। ਇਹਦੀ ਸਭ ਤੋਂ ਬੜੀ ਐਗਜ਼ਾਮਪਲ ਈਮੇਲ ਹੋ ਗਈ। ਸਪੋਜ਼ ਕਰੋ ਵੀ ਇਹ ਕੰਪਿਊਟਰ ਜਿਹੜਾ ਹੈਗਾ ਇਹ ਇੰਡੀਆ ਦੇ ਵਿੱਚ ਹੈ ਤੇ ਇਹ ਜਿਹੜਾ ਕੰਪਿਊਟਰ ਹੈਗਾ ਇਹ USA ਦੇ ਵਿੱਚ ਹੈ। ਅਸੀਂ ਈਮੇਲ ਭੇਜਣੀ ਹੈ, ਯਾਨੀ ਕਿ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ, ਤਾਂ ਵਿਦਿਨ ਸੈਕਿੰਡ ਸਾਡੇ ਕੋਲ ਜਿਹੜੀ ਇਹ ਹੈਗੀ ਕਮਿਊਨੀਕੇਸ਼ਨ ਕੀ ਹੋ ਜਾਂਦੀ ਹੈ, ਪੋਸੀਬਲ ਹੋ ਜਾਂਦੀ ਹੈਗੀ। ਇਹ ਕਿਉਂ ਪੋਸੀਬਲ ਹੈ? ਕਿਉਂਕਿ ਨੈਟਵਰਕਿੰਗ ਹੋਈ ਹੋਈ ਹੈ ਸਾਡੀ। ਨੈਕਸਟ ਅਸੀਂ ਵੀਡੀਓ ਸ਼ੇਅਰ ਕਰ ਸਕਦੇ ਹਾਂ ਤੇ ਮੈਸੇਜ ਇਮੀਡੀਏਟ ਭੇਜ ਸਕਦੇ ਹਾਂ। ਅਦਰ ਮੈਥਡ ਸ਼ੇਅਰਿੰਗ devices such as printer, scanner and photocopier। ਅਸੀਂ ਨੈਟਵਰਕ ਦੇ ਵਿੱਚ ਜੇ ਇੱਕ ਪ੍ਰਿੰਟਰ ਲੱਗਿਆ ਹੋਇਆ ਤਾਂ ਉਹਨੂੰ ਸ਼ੇਅਰ ਕਰ ਸਕਦੇ ਹਾਂ, ਯਾਨੀ ਕਿ ਜੇ ਉੱਥੇ 10 ਕੰਪਿਊਟਰ ਲੱਗੇ ਹੋਏ ਨੇ ਤਾਂ 10 ਦੇ 10 PC ਉਸ ਪ੍ਰਿੰਟਰ ਦੇ ਉੱਤੇ ਆਪਣੀ ਜਿਹੜੀ ਕਮਾਂਡ ਹੈਗੀ ਆ ਉਹ ਸੈਂਡ ਕਰ ਸਕਦੇ ਨੇ। ਇਹ ਸੇਮ ਚੀਜ਼ ਸਕੈਨਰ ਤੇ ਫੋਟੋਕਾਪੀਅਰ ਦੇ ਲਈ ਵੀ ਇਹ ਐਪਲੀਕੇਬਲ ਹੁੰਦੀ ਹੈ। ਨੈਕਸਟ ਜਿਹੜਾ ਪੁਆਇੰਟ ਆ ਸਾਡੇ ਕੋਲੇ ਉਹ ਹੈਗਾ ਸ਼ੇਅਰਿੰਗ ਫਾਈਲ, ਸ਼ੇਅਰਿੰਗ ਸੌਫਟਵੇਅਰ। ਫਾਈਲਾਂ ਅਸੀਂ ਸ਼ੇਅਰ ਕਰ ਸਕਦੇ ਹਾਂ, ਸੌਫਟਵੇਅਰ ਅਸੀਂ ਸ਼ੇਅਰ ਕਰ ਸਕਦੇ ਹਾਂ ਤੇ ਆਪਰੇਟਿੰਗ ਪ੍ਰੋਗਰਾਮ ਔਨ ਰਿਮੋਟ ਸਿਸਟਮਸ। ਅਗਰ ਕੋਈ ਦੂਰ ਦੁਰਾਡੇ ਕੋਈ ਸਿਸਟਮ ਪਿਆ ਉੱਥੋਂ ਅਸੀਂ ਜਿਹੜਾ ਕੋਈ ਵੀ ਪ੍ਰੋਗਰਾਮ ਹੈਗਾ ਉਹਨੂੰ ਵੀ ਅਸੀਂ ਸ਼ੇਅਰ ਕਰ ਸਕਦੇ ਹੈਗੇ ਹਾਂ। ਨੈਟਵਰਕਿੰਗ ਦੁਆਰਾ ਅਸੀਂ ਯੂਜ਼ਰ ਨੂੰ, ਜਿਹੜੇ ਨੈਟਵਰਕ ਯੂਜ਼ਰ ਨੇ, ਜਿਹੜੇ ਨੈਟਵਰਕ ਨੂੰ ਆਪਰੇਟ ਕਰ ਰਹੇ ਨੇ, ਉਹ ਸੌਖੇ ਤਰੀਕੇ ਦੇ ਨਾਲ ਜਿਹੜੀ ਇਨਫੋਰਮੇਸ਼ਨ ਹੈਗੀ ਉਹਨੂੰ ਮੇਨਟੇਨ ਕਰ ਸਕਦੇ ਨੇ ਤੇ ਐਕਸੈਸ ਕਰ ਸਕਦੇ ਨੇ। ਨੈਕਸਟ ਸਭ ਤੋਂ ਇੰਪੋਰਟੈਂਟ ਟੌਪਿਕ OSI ਲੇਅਰ। ਵੈਰੀ ਇੰਪੋਰਟੈਂਟ। ਸਭ ਤੋਂ ਪਹਿਲਾਂ ਤਾਂ ਸਟੂਡੈਂਟਸ ਇਹ ਦੇਖੋ ਵੀ OSI ਦੀ ਫੁੱਲ ਫਾਰਮ ਕੀ ਹੋਈ। OSI ਦੀ ਫੁੱਲ ਫਾਰਮ ਹੋਈ ਓਪਨ ਸਿਸਟਮ ਇੰਟਰਕਨੈਕਸ਼ਨ। ਸੋ ਵੈਰੀ ਇੰਪੋਰਟੈਂਟ। ਇਹਨੂੰ ਬਣਾਇਆ ਕਿਹਨੇ ਸੀਗਾ? ਇਹਨੂੰ ਬਣਾਇਆ ਸੀਗਾ ISO ਨੇ, ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ ਸਟੈਂਡਰਡਾਈਜੇਸ਼ਨ। ਯਾਨੀ ਕਿ OSI ਕਿਹਨੇ ਬਣਾਈ ਸੀ? ISO ਨੇ। ਕਦੋਂ ਬਣਾਈ ਸੀ? 1984 ਦੇ ਵਿੱਚ, 1984। ਇਟ ਇਜ਼ ਅ 7 ਲੇਅਰ ਆਰਕੀਟੈਕਚਰ। ਇਹਦੇ ਵਿੱਚ ਕਿੰਨੀਆਂ ਲੇਅਰਸ ਨੇ? 7 ਲੇਅਰ ਨੇ। ਹਰ ਇੱਕ ਲੇਅਰ ਦੀ ਇੱਕ ਖਾਸ ਕੰਮ ਹੈ, ਫੰਕਸ਼ਨੈਲਿਟੀ ਹੈ ਜੋ ਉਸਨੇ ਪਰਫਾਰਮ ਕਰਨੀ ਹੈ। ਇਹ ਜਿਹੜੀਆਂ 7 ਲੇਅਰ ਨੇ ਇਹ ਸਾਰੀਆਂ ਹੀ ਡਾਟਾ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜਣ ਦੇ ਲਈ ਵਰਤੀਆਂ ਜਾਂਦੀਆਂ ਨੇ। ਹਰ ਇੱਕ ਲੇਅਰ ਦਾ ਇੱਥੇ ਆਪਣੇ ਕੋਲੇ ਇੱਕ ਵੱਖਰਾ ਫੰਕਸ਼ਨ ਹੈ। ਸਭ ਤੋਂ ਪਹਿਲਾਂ ਆ ਗਈ ਸਾਡੇ ਕੋਲੇ ਫਿਜ਼ੀਕਲ ਲੇਅਰ। ਫਿਜ਼ੀਕਲ ਲੇਅਰ ਇਹਨੂੰ ਸਮਝਣ ਦੇ ਲਈ ਆਪਾਂ ਇੱਕ ਗੱਲ ਮੰਨਦੇ ਹਾਂ ਵੀ ਸਾਡੇ ਕੋਲੇ 2 ਕੰਪਿਊਟਰ ਨੇ। ਇੱਕ ਕੰਪਿਊਟਰ ਸਾਡੇ ਕੋਲੇ A, ਇੱਕ ਕੰਪਿਊਟਰ B। A ਤੇ A ਨੇ ਕੋਈ ਡਾਟਾ ਸੈਂਡ ਕਰਨਾ B ਨੂੰ, ਤਾਂ ਇਸ 7 ਲੇਅਰ ਦੇ ਵਿੱਚ ਉਹ ਕਿਵੇਂ ਡਿਫਾਈਨ ਹੋਊਗਾ ਜਾਂ ਕਿਸ ਤਰੀਕੇ ਨਾਲ ਇਹ 7 ਲੇਅਰ ਨੇ ਕੰਮ ਕਰਨਾ ਹੈਗਾ। ਸਭ ਤੋਂ ਪਹਿਲਾਂ ਫਿਜ਼ੀਕਲ ਲੇਅਰ ਆ ਗਈ। ਫਿਜ਼ੀਕਲ ਲੇਅਰ ਦਾ ਕੀ ਕੰਮ ਆ? ਹੁਣ A ਤੇ B ਨੇ ਡਾਟਾ ਜਦੋਂ ਸੈਂਡ ਕਰਨਾ, ਇਹਨਾਂ ਦੇ ਵਿਚਕਾਰ ਮੀਡੀਅਮ ਕੀ ਹੋਊਗਾ, ਮਾਧਿਅਮ ਕੀ ਹੋਊਗਾ? ਕੀ ਇਹ ਡਾਟਾ ਵਾਇਰ ਦੇ ਥਰੂ ਟਰਾਂਸਮਿਟ ਹੋਊਗਾ ਜਾਂ ਵਾਇਰਲੈਸ ਹੋਊਗਾ? ਦੂਜੀ ਗੱਲ ਇਹ ਆ ਗਈ ਕਿ ਜਿਹੜੀ ਡਾਟਾ ਹੈਗਾ ਉਹਨੂੰ ਇਲੈਕਟ੍ਰੋਨਿਕ ਫਾਰਮ ਦੇ ਵਿੱਚ ਕਨਵਰਟ ਕਰ ਦੇਣਾ।
यानी कि 0 ਅਤੇ 1 ਦੀ ਫਾਰਮ ਦੇ ਵਿੱਚ ਜਿਹੜਾ ਕਨਵਰਟ ਹੋਏਗਾ ਉਹ ਫਿਜ਼ੀਕਲ ਲੇਅਰ ਨੇ ਕਰਨਾ ਹੈਗਾ। ਸੋ ਦ ਮੇਨ ਫੰਕਸ਼ਨ ਆਫ ਦਿਸ ਲੇਅਰ ਇਜ਼ ਟੂ ਟਰਾਂਸਮਿਟ ਦ ਇੰਡੀਵਿਜੂਅਲ ਬਿਟਸ, ਯਾਨੀ ਕਿ 0 1 ਇਲੈਕਟ੍ਰੋਨਿਕ ਫਾਰਮ ਦੇ ਵਿੱਚ ਅਸੀਂ ਡਾਟਾ ਟਰਾਂਸਫਰ ਕਰਤਾ ਫਰੋਮ ਵਨ ਨੋਡ ਟੂ ਅਨਦਰ। ਇਹ ਸਭ ਤੋਂ ਲੋਐਸਟ ਲੇਅਰ ਆ OSI ਮਾਡਲ ਦੀ। ਇਹਦਾ ਮੇਨ ਕੰਮ ਕੀ ਹੋਗਾ, ਇਟ ਐਸਟੈਬਲਿਸ਼ ਮੇਨਟੇਨ ਐਂਡ ਡੀਐਕਟੀਵੇਟਸ ਦਾ ਫਿਜ਼ੀਕਲ ਕਨੈਕਸ਼ਨ ਇਨ ਦਾ ਨੈਟਵਰਕ। ਇਹ ਫਸਟ ਲੇਅਰ ਦਾ ਸਾਡੇ ਕੋਲ ਕੀ ਹੋ ਗਿਆ, ਕੰਮ ਹੋ ਗਿਆ। ਹੁਣ ਸੈਕੰਡ ਲੇਅਰ ਨੇ ਕੀ ਕਰਨਾ, ਦੂਜੀ ਲੇਅਰ। ਫਸਟ ਲੇਅਰ ਦਾ ਕੀ ਸੀਗਾ, 0 1 ਦੀ ਫਾਰਮ ਦੇ ਵਿੱਚ ਡਾਟਾ ਆ ਗਿਆ। ਡਾਟਾ ਲਿੰਕ ਲੇਅਰ ਨੇ ਉਸ 0 1 ਨੂੰ ਇੱਕ ਆਰਗੇਨਾਈਜ਼ ਵੇ ਦੇ ਨਾਲ ਅਰੇਂਜ ਕਰ ਦੇਣਾ, ਯਾਨੀ ਕਿ 0 ਅਤੇ 1 ਨੂੰ ਇੱਕ ਪ੍ਰੋਪਰ ਸਿੰਟੈਕਸ ਦੇ ਦੇਣਾ। ਇੱਕ ਗੱਲ ਕਹਿ ਲਓ, ਇਹਨੇ ਸਿੰਟੈਕਸ ਐਂਡ ਗ੍ਰਾਮਰ ਆਫ ਦਾ ਮੈਸੇਜ। ਜਿਹੜਾ 0 ਤੇ 1 ਸੀਗਾ ਉਹਨੂੰ ਇੱਕ ਪ੍ਰੋਪਰ ਫਾਰਮੈਟ ਦੇ ਦੇਣਾ। ਇਟ ਇਜ਼ ਡਿਫਾਈਨ ਦਾ ਫਾਰਮੈਟ ਆਫ ਦਾ ਡਾਟਾ ਔਨ ਦਾ ਨੈਟਵਰਕ, ਕਿ ਜਿਹੜਾ ਡਾਟਾ ਹੈਗਾ ਉਹ ਕਿਹੜੇ ਫਾਰਮੈਟ ਦੇ ਵਿੱਚ ਨੈਟਵਰਕ ਦੇ ਉੱਤੇ ਅੱਗੇ ਜਾ ਕੇ ਟਰਾਂਸਫਰ ਹੋਏਗਾ। ਇਟ ਪ੍ਰੋਵਾਈਡ ਦਾ ਰਿਲਾਇਬਲ ਐਂਡ ਐਫੀਸ਼ੀਐਂਟ ਕਮਿਊਨੀਕੇਸ਼ਨ ਬਿਟਵੀਨ 2 ਔਰ ਮੋਰ ਡਿਵਾਈਸਿਸ। ਇੱਕ ਤਾਂ ਇਹਦਾ ਕੰਮ ਇਹ ਹੋ ਗਿਆ ਵੀ ਇਹਨੇ ਡਾਟਾ ਸੀਗਾ ਉਹਨੂੰ ਪ੍ਰੋਪਰ ਤਰੀਕੇ ਨਾਲ ਫਾਰਮੈਟ ਕਰਤਾ। ਦੂਜਾ ਕੰਮ ਕੀ ਹੋ ਗਿਆ, ਇਟ ਇਜ਼ ਮੇਨਲੀ ਰਿਸਪੋਂਸਿਬਲ ਫॉर ਯੂਨੀਕ ਆਇਡੈਂਟੀਫਿਕੇਸ਼ਨ ਆਫ ਈਚ ਡਿਵਾਈਸ ਦੈਟ ਰਿਜ਼ਾਈਡ ਔਨ ਦਾ ਲੋਕਲ ਨੈਟਵਰਕ। ਹਰ ਇੱਕ ਡਿਵਾਈਸ ਨੂੰ ਇੱਕ ਅਲੱਗ ਤੋਂ ਐਡਰੈਸ ਦੇਤਾ, ਨੰਬਰ ਦੇਤਾ, ਉਹਦੇ ਲਈ ਉਹ ਵੀ ਇਹਦਾ ਕੰਮ ਹੈਗਾ। ਸੋ ਇਹ ਸੀਗੀ ਜੀ ਸੈਕੰਡ ਲੇਅਰ, ਡਾਟਾ ਲਿੰਕ ਲੇਅਰ। ਹੁਣ ਆ ਜਾਓ ਅੱਗੇ, ਨੈਕਸਟ ਲੇਅਰ ਸਾਡੇ ਕੋਲੇ ਹੋਊਗੀ ਥਰਡ ਲੇਅਰ, ਨੈਟਵਰਕ ਲੇਅਰ। ਨੈਟਵਰਕ ਲੇਅਰ ਦਾ ਕੀ ਕੰਮ ਹੋਇਆ, ਨੈਟਵਰਕ ਲੇਅਰ ਨੇ ਇਹ ਲੱਭਣਾ ਵੀ ਕਿਹੜੇ ਰਸਤੇ ਰਾਹੀਂ ਡਾਟਾ ਜਾਊਗਾ ਸੋਰਸ ਟੂ ਡੈਸਟੀਨੇਸ਼ਨ। ਵੈਰੀ ਇੰਪੋਰਟੈਂਟ। ਇੱਥੇ ਡਾਟਾ 0 1 ਦੀ ਫਾਰਮ 'ਚ ਕਨਵਰਟ ਹੋ ਗਿਆ, ਇਸ ਪੁਆਇੰਟ ਦੇ ਉੱਤੇ ਜਾ ਕੇ ਉਹ ਅਰੇਂਜ ਹੋ ਗਿਆ, ਪ੍ਰੋਪਰ ਫਾਰਮੈਟ ਦੇ ਵਿੱਚ ਆ ਗਿਆ। ਥਰਡ ਲੇਅਰ ਦੇ ਵਿੱਚ ਅਸੀਂ ਨੇ ਕੀ ਲੱਭ ਲਿਆ, ਪਾਥ ਲੱਭ ਲਿਆ ਵੀ ਕਿਹੜੇ ਪਾਥ ਰਾਹੀਂ ਡਾਟਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੂਵ ਹੋਣਾ। ਨੈਟਵਰਕ ਲੇਅਰ ਦੀ ਇੱਕ ਹੋਰ ਜ਼ਿੰਮੇਵਾਰੀ ਵੀ ਹੈ, ਨੈਟਵਰਕ ਲੇਅਰ ਮੈਨੇਜ ਡਿਵਾਈਸ ਐਡਰੈਸਿੰਗ, ਟਰੈਕਿੰਗ ਐਂਡ ਲੋਕੇਸ਼ਨ ਆਫ ਦਾ ਡਿਵਾਈਸ ਔਨ ਦਾ ਨੈਟਵਰਕ। ਇਹਨੇ ਮੈਨੇਜ ਕਰਨਾ ਐਡਰੈਸਿਸ ਨੂੰ। ਜੇ ਐਡਰੈਸ ਨੂੰ ਮੈਨੇਜ ਕਰੂ, ਜੇ ਸਾਰੇ ਡਿਵਾਈਸ ਦਾ ਐਡਰੈਸ ਹੋਊਗਾ ਤਾਂ ਹੀ ਉਹ ਇੱਕ ਪਾਥ ਨੂੰ ਲੱਭ ਸਕਦਾ ਵੀ ਕਿਹੜਾ ਬੈਸਟ ਪਾਥ ਆ ਉਸ ਡਾਟਾ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟਰਾਂਸਫਰ ਕਰਨ ਦਾ। ਨੈਕਸਟ ਆ ਗਈ ਜੀ ਸਾਡੇ ਕੋਲੇ ਟਰਾਂਸਪੋਰਟ ਲੇਅਰ। ਹੁਣ ਟਰਾਂਸਪੋਰਟ ਲੇਅਰ ਦਾ ਕੀ ਕੰਮ ਹੈ, ਮੇਨ ਰਿਸਪੌਂਸਿਬਿਲਿਟੀ ਆਫ ਦਾ ਟਰਾਂਸਪੋਰਟ ਲੇਅਰ ਇਜ਼ ਟੂ ਟਰਾਂਸਫਰ ਦਾ ਡਾਟਾ ਕੰਪਲੀਟਲੀ, ਯਾਨੀ ਕਿ ਇੱਕ ਸੋਰਸ ਤੋਂ ਲੈ ਕੇ, ਇੱਕ ਸੋਰਸ ਜਿਹੜਾ ਅਸੀਂ A ਬਣਾਇਆ ਸੀਗਾ, ਇੱਕ ਡੈਸਟੀਨੇਸ਼ਨ ਜਿਹੜਾ ਅਸੀਂ B ਲਿਆ ਸੀਗਾ, ਇਸ ਡੈਸਟੀਨੇਸ਼ਨ ਦੇ ਵਿੱਚ ਜਿਹੜਾ ਕੰਪਲੀਟ ਡਾਟਾ ਟਰਾਂਸਫਰ ਹੋ ਜੇ ਉਹ ਰਿਸਪੌਂਸਿਬਿਲਿਟੀ ਜਿਹੜੀ ਹੈਗੀ ਆ ਉਹ ਕਿਹੜੀ ਲੇਅਰ ਦੀ ਹੈ, ਟਰਾਂਸਪੋਰਟ ਲੇਅਰ ਦੀ ਹੈਗੀ। ਇਹਦਾ ਕੰਮ ਕੀ ਹੈ, ਇਟ ਰਿਸੀਵ ਦਾ ਡਾਟਾ ਫਰੋਮ ਅਪਰ ਲੇਅਰ। ਇਹਨੇ ਅਪਰ ਲੇਅਰ ਤੋਂ ਡਾਟਾ ਰਿਸੀਵ ਕਰਨਾ, ਉਸ ਨੂੰ ਕਨਵਰਟ ਕਰ ਦੇਣਾ ਛੋਟੇ ਛੋਟੇ ਯੂਨਿਟ ਦੇ ਵਿੱਚ, ਜਿਹਨੂੰ ਅਸੀਂ ਕੀ ਕਹਿੰਦੇ, ਸੈਗਮੈਂਟ ਕਹਿ ਦਿੰਦੇ ਹਾਂ। ਦਿਸ ਲੇਅਰ ਕੈਨ ਬੀ ਟਰਮਡ ਐਜ਼ ਐਂਡ ਟੂ ਐਂਡ ਲੇਅਰ ਐਂਡ ਪ੍ਰੋਵਾਈਡ ਅ ਪੁਆਇੰਟ ਟੂ ਪੁਆਇੰਟ ਕਨੈਕਸ਼ਨ ਬਿਟਵੀਨ ਸੋਰਸ ਐਂਡ ਡੈਸਟੀਨੇਸ਼ਨ। ਇਹਦਾ ਮਤਲਬ ਕੀ ਹੋਇਆ ਵੀ ਸਿਰਫ ਜਿਹੜਾ ਪੁਆਇੰਟ ਟੂ ਪੁਆਇੰਟ ਕਨੈਕਸ਼ਨ ਜਿਹੜਾ ਹੈਗਾ ਵੀ ਜਿਹੜਾ ਸਿਰਫ ਡਾਟਾ ਟਰਾਂਸਫਰ ਹੋਊਗਾ ਉਹ ਸਿਰਫ A ਔਰ B ਨੂੰ ਹੋਏਗਾ, A ਤੋਂ ਭੇਜਿਆ ਜਾਊਗਾ, B ਇੱਕ ਰਿਸੀਵਰ ਹੈਗਾ। ਜਿਹੜੀ ਸਾਡੇ ਕੋਲੇ ਪੰਜਵੀਂ ਲੇਅਰ ਹੈਗੀ ਆ, ਇਹਨੇ ਕਨੈਕਸ਼ਨ ਜਿਹੜੇ ਹੈਗੇ ਨੇ ਉਹਨਾਂ ਨੂੰ ਕੰਟਰੋਲ ਕਰਨਾ ਬਿਟਵੀਨ ਮਲਟੀਪਲ ਕੰਪਿਊਟਰਸ। ਸੈਸ਼ਨ ਲੇਅਰ ਨੇ ਕੀ ਕਰਨਾ, ਸੈਸ਼ਨ ਲੇਅਰ ਟਰੈਕ ਦਾ ਡਾਇਲੋਗ ਬਿਟਵੀਨ ਟੂ ਪ੍ਰੋਸੈਸਿਸ ਵਿਚ ਕੈਨ ਬੀ ਆਈਦਰ ਹਾਫ ਡੁਪਲੈਕਸ ਔਰ ਫੁੱਲ ਡੁਪਲੈਕਸ which is also called a session। ਕਿਹੜਾ ਸੈਸ਼ਨ ਮੇਨਟੇਨ ਹੋਇਆ, ਹਾਫ ਡੁਪਲੈਕਸ ਹੈ ਜਾਂ ਫੁੱਲ ਡੁਪਲੈਕਸ ਹੈ। ਹਾਫ ਡੁਪਲੈਕਸ ਜਾਂ ਫੁੱਲ ਡੁਪਲੈਕਸ ਨੂੰ ਅਸੀਂ ਅੱਗੇ ਇਸੇ ਚੈਪਟਰ ਦੇ ਵਿੱਚ ਡਿਟੇਲ ਦੇ ਵਿੱਚ ਅਸੀਂ ਡਿਸਕਸ ਕਰਨਾ ਹੈਗਾ। ਸੈਸ਼ਨ ਲੇਅਰ ਹੋਰ ਕੰਮ ਕੀ ਕਰਦੀ ਹੈ, ਸੈਸ਼ਨ ਲੇਅਰ ਐਡ ਸਮ ਚੈੱਕ ਪੁਆਇੰਟਸ when transmitting the data in the sequence। ਇਹਨੇ ਕੋਈ ਚੈੱਕ ਪੁਆਇੰਟ ਬਣਾ ਲੈਣੇ ਨੇ, ਅਗਰ ਕੋਈ ਐਰਰ ਆਉਂਦੀ ਆ ਤਾਂ ਉੱਥੋਂ ਇਹ ਦੁਬਾਰਾ ਜਿਹੜਾ ਹੈਗਾ ਡਾਟਾ ਟਰਾਂਸਫਰ ਕਰੇਗਾ ਉਸ ਚੈੱਕ ਪੁਆਇੰਟ ਤੋਂ। ਇਸ ਪ੍ਰੋਸੈਸ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਦਿਸ ਪ੍ਰੋਸੈਸ ਇਜ਼
known as synchronization and a recovery. ਸੋ ਸੈਸ਼ਨ ਲੇਅਰ ਦੁਬਾਰਾ ਅਸੀਂ ਇੱਕ ਵਾਰ ਰਿਵਾਈਜ਼ ਕਰਦੇ ਹਾਂ ਵੀ ਸੈਸ਼ਨ ਲੇਅਰ ਦਾ ਕੰਮ ਕੀ ਹੋਇਆ, ਸੈਸ਼ਨ ਮੇਨਟੇਨ ਕਰਨਾ। ਉਹ ਸੈਸ਼ਨ ਕਿੱਦਾਂ ਦਾ ਮੇਨਟੇਨ ਹੋਏਗਾ, ਹਾਫ ਡੁਪਲੈਕਸ ਹੋਏਗਾ ਕਿ ਫੁੱਲ ਡੁਪਲੈਕਸ ਹੋਏਗਾ, ਉਹ ਜਿਹੜੀ ਰਿਸਪੌਂਸਿਬਿਲਿਟੀ ਆ ਉਹ ਸੈਸ਼ਨ ਲੇਅਰ ਦੀ ਆ। ਦੂਜੀ ਗੱਲ ਕੀ ਹੈਗੀ ਆ ਵੀ ਇਹਨੇ ਕੁਝ ਚੈੱਕ ਪੁਆਇੰਟ ਬਣਾ ਲੈਣੇ ਨੇ। ਅਗਰ ਕੋਈ ਐਰਰ ਅਗਰ ਹੁੰਦੀ ਹੈਗੀ ਆ ਤਾਂ ਉਸ ਚੈੱਕ ਪੁਆਇੰਟ ਤੋਂ ਦੁਬਾਰਾ ਜਿਹੜਾ ਡਾਟਾ ਹੈਗਾ ਉਹ ਟ੍ਰਾਂਸਫਰ ਕਰਨਾ ਸ਼ੁਰੂ ਕਰ ਦੇਣਾ। ਜਿਹੜੀ ਸਾਡੇ ਕੋਲ ਨੈਕਸਟ ਲੇਅਰ ਹੈਗੀ ਆ ਉਹ ਹੈਗੀ ਪ੍ਰੈਜੈਂਟੇਸ਼ਨ ਲੇਅਰ। ਪ੍ਰੈਜੈਂਟੇਸ਼ਨ ਲੇਅਰ ਨੂੰ ਅਸੀਂ ਸਿੰਟੈਕਸ ਲੇਅਰ ਵੀ ਬੋਲਦੇ ਹਾਂ, ਯਾਨੀ ਕਿ ਇਹਦਾ ਦੂਜਾ ਨਾਮ ਵੀ ਆ ਗਿਆ ਸਾਡੇ ਕੋਲ। ਹੁਣ ਪ੍ਰੈਜੈਂਟੇਸ਼ਨ ਦਾ ਮਤਲਬ ਕੀ ਹੋਇਆ, ਡਾਟਾ ਨੂੰ ਪ੍ਰੈਜੈਂਟ ਕਰਨਾ। ਕਹਿੰਦਾ ਪ੍ਰੈਜੈਂਟੇਸ਼ਨ ਲੇਅਰ ਇਜ਼ ਮੇਨਲੀ concerned with the syntax and semantics of the information exchange between the two systems। ਕਿ ਉਹਦਾ ਸਿੰਟੈਕਸ ਕੀ ਹੈ ਜਦੋਂ ਅਸੀਂ ਦੋ ਕੰਪਿਊਟਰਾਂ ਦੇ ਵਿਚਕਾਰ ਡਾਟਾ ਨੂੰ ਟ੍ਰਾਂਸਫਰ ਕਰਦੇ ਹਾਂ, ਜਾਂ ਇਹ ਗੱਲ ਕਹਿ ਲਓ ਵੀ ਇਹ ਇੱਕ ਤਰ੍ਹਾਂ ਨਾਲ ਡਾਟਾ ਟਰਾਂਸਲੇਟਰ ਦੀ ਭੂਮਿਕਾ ਨਿਭਾਉਂਦੀ ਆ। ਇਟ ਐਕਟ ਐਜ਼ ਏ ਡਾਟਾ ਟਰਾਂਸਲੇਟਰ ਫॉर द नेटवर्क। This layer is a part of the operating system that convert the data from one presentation format to another format। ਇੱਥੇ ਆਪਾਂ ਇਹਨੂੰ ਹੋਰ ਥੋੜ੍ਹਾ ਸੌਖੇ ਤਰੀਕੇ ਨਾਲ ਸਮਝਦੇ ਹਾਂ ਵੀ ਸਪੋਜ਼ ਸਾਡੇ ਕੋਲ A ਤੇ B ਜਿਹੜੇ ਅਸੀਂ ਦੁਬਾਰਾ ਦੋ ਕੰਪਿਊਟਰ ਲਏ ਸੀਗੇ, ਵੀ ਇਹ ਕੋਈ ਹੋਰ ਫਾਰਮੈਟ ਸਮਝਦਾ, ਇਹਦਾ ਫਾਰਮੈਟ ਅਲੱਗ ਹੈ, ਤਾਂ ਇਹਨਾਂ ਦੋਹਾਂ ਦੇ ਵਿਚਕਾਰ ਜਿਹੜਾ ਟਰਾਂਸਲੇਟਰ ਹੋਊਗਾ ਉਹ ਕੀ ਹੋਊਗੀ, ਪ੍ਰੈਜੈਂਟੇਸ਼ਨ ਲੇਅਰ ਹੋਊਗੀ। ਉਹਨੇ ਇਸ ਫਾਰਮੈਟ ਦੇ ਵਿੱਚ ਜਿਹੜਾ ਡਾਟਾ ਭੇਜਿਆ ਸੀਗਾ ਉਹਨੂੰ ਇਸ ਦੇ ਫਾਰਮੈਟ ਦੇ ਵਿੱਚ ਕਨਵਰਟ ਕਰ ਦੇਣਾ। ਦੈਨ ਸਾਡੇ ਕੋਲੇ ਲਾਸਟ ਵਨ ਹੈਗੀ ਆ 7th ਜਿਹੜੀ ਲੇਅਰ ਹੈਗੀ ਉਹ ਹੈਗੀ ਜੀ ਐਪਲੀਕੇਸ਼ਨ ਲੇਅਰ। ਐਪਲੀਕੇਸ਼ਨ ਲੇਅਰ ਕੀ ਕਰੇਗੀ, ਇੱਕ ਇੰਟਰਫੇਸ ਆ, ਡਾਇਰੈਕਟ ਇੰਟਰਫੇਸ ਕਿਹਦੇ ਵਿਚਕਾਰ, ਐਪਲੀਕੇਸ਼ਨ ਪ੍ਰੋਸੈਸ ਦੇ ਵਿਚਕਾਰ। ਇਹਨੇ ਕਰਨਾ ਕੀ ਆ, ਉਸ ਐਪਲੀਕੇਸ਼ਨ ਨੂੰ ਜਿਹੜੀਆਂ ਸਰਵਿਸਿਜ਼ ਨੇ, ਕਾਮਨ ਸਰਵਿਸਿਜ਼ ਨੇ ਉਹ ਪ੍ਰੋਵਾਈਡ ਕਰਨੀਆਂ ਨੇ। ਲੇਕਿਨ ਇੱਥੇ ਇੰਪੋਰਟੈਂਟ ਗੱਲ ਇਹ ਵੀ ਆ ਵੀ ਇਹ ਖੁਦ ਇੱਕ ਐਪਲੀਕੇਸ਼ਨ ਨਹੀਂ ਹੈ, ਇਹ ਕੀ ਹੈ, ਐਪਲੀਕੇਸ਼ਨ ਲੇਅਰ ਸਰਵ ਐਜ਼ ਅ ਵਿੰਡੋ, ਯਾਨੀ ਕਿ ਇੱਕ ਇੰਟਰਫੇਸ ਹੋ ਗਿਆ, ਇੱਕ ਰਾਹ ਹੋ ਗਿਆ ਕਿ ਜਿਹਦੇ ਨਾਲ ਜਿਹੜਾ ਐਪਲੀਕੇਸ਼ਨ ਹੈ, ਐਪਲੀਕੇਸ਼ਨ ਤੁਹਾਡੀ ਕੋਈ ਵੀ ਸੌਫਟਵੇਅਰ ਹੋ ਸਕਦਾ ਕਿ ਉਹ ਇਸ ਲੇਅਰ ਦੇ ਨਾਲ ਕਮਿਊਨੀਕੇਟ ਕਰੂਗਾ। ਇੱਕ ਹੋਰ ਜਿਹੜੀ ਗੱਲ ਇੰਪੋਰਟੈਂਟ ਹੈਗੀ ਆ, ਦਿਸ ਲੇਅਰ ਪ੍ਰੋਵਾਈਡ ਦਾ ਨੈਟਵਰਕ ਸਰਵਿਸਿਜ਼ ਟੂ ਦਾ ਐਂਡ ਯੂਜ਼ਰ, ਯਾਨੀ ਕਿ ਇੱਥੇ ਯੂਜ਼ਰ ਬੈਠਾ ਜਿਹੜਾ ਸਰਵਿਸਿਜ਼ ਉਹ ਨੈਟਵਰਕ ਦੀਆਂ ਲੈ ਰਿਹਾ ਹੈ। ਨੈਕਸਟ ਆ ਗਿਆ ਜੀ ਵੀ ਅਸੀਂ ਇਹ ਜਿਹੜੀਆਂ 7 ਲੇਅਰ ਨੇ ਇਹਨੂੰ ਇਸੇ ਸੀਕੁਐਂਸ ਦੇ ਵਿੱਚ ਯਾਦ ਕਿਵੇਂ ਰੱਖਣਾ। ਯਾਦ ਰੱਖਣ ਦਾ ਇੱਕ ਸ਼ਾਰਟਕਟ ਤਰੀਕਾ ਕਹਿ ਲਓ ਜਾਂ ਇੱਕ ਲਾਈਨ ਕਹਿ ਲਓ, ਉਹ ਕੀ ਹੈਗੀ ਆ ਵੀ ਤੁਸੀਂ ਇਹਨਾਂ ਦੋਹਾਂ ਦੇ ਵਿੱਚੋਂ ਜਿਹੜੀ ਮਰਜ਼ੀ ਲਾਈਨ ਰੱਖ ਸਕਦੇ ਹੋ। ਜਿਵੇਂ ਪਲੀਜ਼ ਡੂ ਨਾਟ ਥਰੋ ਸੌਸੇਜ ਪੀਜ਼ਾ ਅਵੇ, ਇਹਦਾ ਜਿਹੜਾ ਫਸਟ ਲੈਟਰ ਹੈਗਾ ਉਹ ਉਸ ਲੇਅਰ ਨੂੰ ਰਿਪਰੈਜ਼ੈਂਟ ਕਰੇਗਾ। P ਫਿਜ਼ੀਕਲ ਲੇਅਰ, D ਡਾਟਾ ਲਿੰਕ ਲੇਅਰ, ਨੈਟਵਰਕ ਲੇਅਰ, ਟਰਾਂਸਪੋਰਟ ਲੇਅਰ, ਸੈਸ਼ਨ ਲੇਅਰ, ਪ੍ਰੈਜੈਂਟੇਸ਼ਨ ਲੇਅਰ ਤੇ ਐਪਲੀਕੇਸ਼ਨ ਲੇਅਰ। ਅਗਰ ਤੁਸੀਂ ਇਹ ਹੈਗਾ ਫਿਜ਼ੀਕਲ ਤੋਂ ਐਪਲੀਕੇਸ਼ਨ ਲੇਅਰ ਕਰਨੀ, ਅਗਰ ਤੁਸੀਂ ਐਪਲੀਕੇਸ਼ਨ ਤੋਂ ਫਿਜ਼ੀਕਲ ਲੇਅਰ ਕਰਨੀ ਯਾਦ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਗੱਲ ਯਾਦ ਰੱਖ ਸਕਦੇ ਹੋ, ਆਲ ਪੀਪਲ ਸੇਮ ਟੂ ਨੀਡ ਡਾਟਾ ਪ੍ਰੋਸੈਸਿੰਗ। ਇਹਦੇ ਵੀ ਫਸਟ ਲੈਟਰ ਜਿਹੜੇ ਹੈਗੇ ਨੇ ਉਹ ਹਰ ਇੱਕ ਲੇਅਰ ਨੂੰ ਦੇ ਨਾਂ ਨੂੰ ਇਹ ਡਿਫਾਈਨ ਕਰਦੇ ਨੇ। ਹੁਣ ਹਰ ਇੱਕ ਲੇਅਰ ਦੇ ਉੱਤੇ ਜਿਹੜਾ ਹੈਗਾ, ਜਿਵੇਂ ਆਪਾਂ ਫਿਜ਼ੀਕਲ ਲੇਅਰ ਦੇ ਉੱਤੇ ਆਪਾਂ ਡਾਟਾ ਕਿਹਦੇ ਵਿੱਚ ਕਨਵਰਟ ਕੀਤਾ ਸੀਗਾ, 0 ਅਤੇ 1 ਦੀ ਫਾਰਮ ਦੇ ਵਿੱਚ। ਡਾਟਾ ਲਿੰਕ ਲੇਅਰ ਦੇ ਉੱਤੇ ਉਹੀ ਜਿਹੜੀਆਂ ਬਿਟਸ ਹੈਗੀਆਂ ਉਹ ਕਿਹਦੇ ਵਿੱਚ ਕਨਵਰਟ ਹੋ ਗਈਆਂ, ਫਰੇਮ ਦੇ ਵਿੱਚ। ਨੈਟਵਰਕ ਲੇਅਰ ਦੇ ਵਿੱਚ ਜਿਹੜੀਆਂ ਫਰੇਮਸ ਹੈਗੇ ਨੇ ਉਹ ਪੈਕਟ ਤੇ ਡਾਟਾਗ੍ਰਾਮ ਦੇ ਵਿੱਚ ਆ ਗਏ। ਟਰਾਂਸਪੋਰਟ ਲੇਅਰ ਦੇ ਵਿੱਚ ਡਾਟਾਗ੍ਰਾਮ ਔਰ ਸੈਗਮੈਂਟ ਦੇ ਵਿੱਚ ਆ ਗਏ। ਸੈਸ਼ਨ, ਪ੍ਰੈਜੈਂਟੇਸ਼ਨ ਤੇ ਐਪਲੀਕੇਸ਼ਨ ਲੇਅਰ ਦੇ ਵਿੱਚ ਉਹ ਮੈਸੇजेस ਦੇ ਵਿੱਚ ਆ ਗਏ। ਸੋ ਇਹ ਗੱਲਾਂ ਯਾਦ ਰੱਖਣ ਯੋਗ ਨੇ। ਜਿਹੜਾ ਨੈਕਸਟ ਟੌਪਿਕ ਆ ਜੀ, ਨੈਕਸਟ ਟੌਪਿਕ ਹੈਗਾ ਨੈਟਵਰਕ ਡਿਵਾਈਸਿਸ। ਨੈਟਵਰਕ ਡਿਵਾਈਸਿਸ ਕਿਹਨੂੰ ਕਹਿੰਦੇ ਨੇ, ਜਿਹੜਾ ਹਾਰਡਵੇਅਰ ਅਸੀਂ ਨੈਟਵਰਕ ਨੂੰ ਬਣਾਉਣ ਦੇ ਲਈ ਵਰਤਦੇ ਹਾਂ ਉਹਨੂੰ ਅਸੀਂ ਨੈਟਵਰਕ ਡਿਵਾਈਸਿਸ ਕਹਿ ਦਿੰਦੇ ਹਾਂ। ਨੈਟਵਰਕ ਕੈਨ ਵੀ ਸਮਾਲ, ਇਹ ਆਪਣੇ ਘਰ ਦੇ ਵਿੱਚ ਵੀ ਹੋ ਸਕਦਾ ਜਾਂ ਆਫਿਸ ਦੇ ਵਿੱਚ ਵੀ। ਕਿਹੜੇ ਕਿਹੜੇ ਨੈਟਵਰਕ ਡਿਵਾਈਸਿਸ ਹੋ ਸਕਦੇ ਨੇ ਉਹਨਾਂ ਨੂੰ ਹੁਣ ਅਸੀਂ ਸਟੱਡੀ ਕਰਦੇ ਹਾਂ। ਇਹਦੇ ਵਿੱਚ ਮੈਂ ਸੀਕੁਐਂਸ ਵਾਈਜ਼ ਥੋੜ੍ਹਾ ਜਿਹਾ ਸਟੱਡੀ ਕਰਦਾ ਅਤੇ ਇਸ ਬੁੱਕ ਦੇ ਸੀਕੁਐਂਸ ਦੇ ਅਕੋਰਡਿੰਗ ਨਹੀਂ, ਸਭ ਤੋਂ ਪਹਿਲਾਂ ਅਸੀਂ ਸਟੱਡੀ ਕਰਦੇ ਹੈਗੇ ਹਾਂ ਰਿਪੀਟਰ ਕੀ ਹੁੰਦੇ ਨੇ ਜੀ। ਰਿਪੀਟਰ ਇਜ਼ ਅ ਨੈਟਵਰਕ ਡਿਵਾਈਸ ਦੈਟ ਯੂਜ਼ਡ ਫॉर ਰੀਜਨਰੇਟਿੰਗ ਦਾ ਸਿਗਨਲ ਐਂਡ ਟਰਾਂਸਮਿਟ।
ਰਿਪੀਟਰ ਡਿਵਾਈਸ ਹੈਗਾ ਜਿਹਨੂੰ ਵੀਕ ਸਿਗਨਲ ਮਿਲਿਆ ਉਹਨੇ ਉਹਨੂੰ ਰੀਜਨਰੇਟ ਕਰਕੇ ਦੇਤਾ। ਇੱਥੇ ਥੋੜ੍ਹਾ ਜਿਹਾ ਡਿਫਰੈਂਸ ਆ, ਇੱਕ ਟਰਮ ਆਪਾਂ ਯੂਜ਼ ਕਰਦੇ ਹਾਂ ਐਂਪਲੀਫਾਈ, ਇੱਕ ਯੂਜ਼ ਕਰਨਾ ਰੀਜਨਰੇਟਿੰਗ। ਇਹਨੂੰ ਡਿਟੇਲ ਦੇ ਵਿੱਚ ਸਮਝਣ ਦੀ ਲੋੜ ਹੈਗੀ ਆ। The repeater do not amplify the signal because when the signal becomes too weak, they copy the signal bit by bit and regenerate the original strength। ਮੈਂ ਪਹਿਲਾਂ ਕਿਹਾ ਵੀ ਇਹ ਐਂਪਲੀਫਾਈ ਨਹੀਂ ਕਰੂਗਾ, ਇਹ ਰੀਜਨਰੇਟ ਕਰੇਗਾ ਓਰੀਜਨਲ ਸਿਗਨਲ ਦੇ ਮੁਤਾਬਿਕ। ਜੇ ਸਿਗਨਲ ਵੀਕ ਹੋ ਗਿਆ ਤਾਂ ਇਹਨੇ ਦੁਬਾਰਾ ਉਸ ਨੂੰ ਰੀਜਨਰੇਟ ਕਰ ਦੇਣਾ ਓਰੀਜਨਲ ਸਟਰੈਂਥ ਦੇ ਵਿੱਚ। ਇੱਥੇ ਇੱਕ ਹੋਰ ਯਾਦ ਰੱਖਣ ਕੋਈ ਜੋ ਗੱਲ ਹੈਗੀ ਆ ਵੀ ਰਿਪੀਟਰ ਇਜ਼ ਓਨਲੀ 2 ਪੋਰਟ ਨੈਟਵਰਕ ਡਿਵਾਈਸ, ਯਾਨੀ ਕਿ ਇਹਦੇ ਵਿੱਚ ਸਿੰਪਲੀ 2 ਪੋਰਟ ਹੋਣਗੀਆਂ, ਇੱਕ ਹੋਊਗੀ ਇਨ, ਇੱਕ ਹੋਊਗੀ ਆਊਟ। ਇੱਥੋਂ ਸਿਗਨਲ ਆਇਆ, ਠੀਕ ਹੈ ਨਹੀਂ, ਇੱਥੋਂ ਸਿਗਨਲ ਚਲਾ ਗਿਆ, ਇੱਥੇ ਵੀਕ ਸਿਗਨਲ ਆਇਆ, ਇੱਥੇ ਉਹਨੂੰ ਸਟਰੋਂਗ ਸਿਗਨਲ ਬਣਾ ਕੇ ਉਹਨੇ ਅੱਗੇ ਭੇਜਤਾ। ਹੁਣ ਅਸੀਂ ਦੇਖਦੇ ਹਾਂ ਵੀ ਇੱਥੇ ਰੀਜਨਰੇਟ ਤੇ ਐਂਪਲੀਫਿਕੇਸ਼ਨ ਦੇ ਵਿੱਚ ਕੀ ਫਰਕ ਹੈ। ਇਹ ਸਿਗਨਲ ਐਂਪਲੀਫਾਈ ਹੈ, ਐਂਪਲੀਫਾਇਰ ਦੇ ਕੋਲ ਇੱਕ ਸਿਗਨਲ ਆਇਆ, ਉਹਨੇ ਕੀ ਕੀਤਾ, ਨਾਲ ਦੀ ਨਾਲ ਉਹਨੂੰ ਜਿਹੜੀ ਚੀਜ਼ ਮਿਲੀ ਅਗਰ ਉਹਦੇ ਵਿੱਚ ਨੋਇਸ ਵੀ ਐਡ ਹੋਊਗੀ ਉਹਨੇ ਨੋਇਸ ਵੀ ਐਂਪਲੀਫਾਈ ਕਰਤੀ। ਲੇਕਿਨ ਰਿਪੀਟਰ ਦੇ ਵਿੱਚ ਕੀ ਚੀਜ਼ ਆ, ਰੀਜਨਰੇਟਡ, ਇਹ ਹੈਗਾ ਐਂਪਲੀਫਾਈਡ ਸਿਗਨਲ। ਐਂਪਲੀਫਾਇਰ ਨੇ ਜੋ ਕੰਮ ਕਰਨਾ ਹੈਗਾ, ਰਿਪੀਟਰ ਕੀ ਕਰਦਾ, ਉਹ ਸਿਗਨਲ ਨੂੰ ਰੀਜਨਰੇਟ ਕਰੂਗਾ। ਰੀਜਨਰੇਟ ਕਿਵੇਂ ਕਰੂ, ਜੋ ਸਿਗਨਲ ਸਾਡੇ ਕੋਲ, ਇਹ ਸਾਡੇ ਕੋਲ ਵੀਕ ਸਟਰੈਂਥ ਦਾ ਸਿਗਨਲ ਸੀਗਾ, ਇਹਨੇ ਕੀ ਕੀਤਾ ਕਿ ਇਹਨੇ ਨੋਇਸ ਨੂੰ ਐਂਪਲੀਫਾਈ ਨਹੀਂ ਕੀਤਾ, ਇਹਨੇ ਸਿਰਫ ਓਰੀਜਨਲ ਸਿਗਨਲ ਨੂੰ ਐਂਪਲੀਫਾਈ ਕੀਤਾ ਜਿੱਦਾਂ ਸਾਡੇ ਕੋਲ ਓਰੀਜਨਲ ਸਿਗਨਲ ਸੀਗਾ। ਲੇਕਿਨ ਰੀਜਨਰੇਟਡ ਸਿਗਨਲ ਨੇ ਕੀ ਕੀਤਾ ਕਿ ਜੀ ਬਿਨਾਂ ਨੋਇਸ ਤੋਂ ਦੁਬਾਰਾ ਸਿਗਨਲ ਜਨਰੇਟ ਕਰਤਾ, ਸਾਨੂੰ ਇਸ ਦੀ ਲੋੜ ਹੈ। ਲੇਕਿਨ ਐਂਪਲੀਫਾਇਰ ਕੀ ਕਰੂਗਾ, ਉਹਨੇ ਨੋਇਸ ਵੀ ਨਾਲ ਐਂਪਲੀਫਾਈ ਕਰਤੀ, ਸਿਗਨਲ ਤਾਂ ਨਾਲ ਰੀਜਨਰੇਟ ਕੀਤਾ ਹੀ ਕੀਤਾ ਤੇ ਨਾਲ ਦੀ ਨਾਲ ਉਹਨੇ ਨੋਇਸ ਵੀ ਐਡ ਹੋ ਗਈ। ਸੋ ਇਹ ਫਰਕ ਹੋ ਗਿਆ ਜੀ ਕਿ ਐਂਪਲੀਫਾਈ ਸਿਗਨਲ ਤੇ ਰੀਜਨਰੇਟਡ ਸਿਗਨਲ ਦੇ ਵਿੱਚ। ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਰਿਪੀਟਰ ਦੇ ਵਿੱਚ ਸਿੰਪਲੀ 2 ਪੋਰਟ ਹੋਣਗੀਆਂ। ਹੁਣ ਅਸੀਂ ਅੱਗੇ ਸਟੱਡੀ ਕਰਾਂਗੇ ਹੱਬ ਦੇ ਵਿੱਚ ਮਲਟੀ ਪੋਰਟ ਨੇ। ਹੁਣ ਜੇ ਸਾਨੂੰ ਰਿਪੀਟਰ ਸਮਝ ਆ ਗਿਆ ਤਾਂ ਹੱਬ ਬੜੇ ਸੌਖੇ ਤਰੀਕੇ ਨਾਲ ਸਮਝ ਆ ਜੂ। ਹੱਬ ਇਜ਼ ਏ ਬੇਸਿਕਲੀ ਮਲਟੀ ਪੋਰਟ ਰਿਪੀਟਰ, ਉਹਦੇ ਵਿੱਚ ਸਿਰਫ 2 ਪੋਰਟ ਹੋਣਗੀਆਂ, ਇਹਦੇ ਵਿੱਚ ਕਈ ਪੋਰਟਸ ਨੇ, port 1 2 3 4 5 6 7 8 9 wires are coming from different devices and connected to the hub। ਹਰ ਇੱਕ ਡਿਵਾਈਸ ਤੋਂ ਵਾਇਰ ਆ ਰਹੀ ਹੈ, ਉਹ ਇਸ ਹੱਬ ਦੇ ਵਿੱਚ ਕਨੈਕਟ ਹੋ ਰਹੀ ਆ। ਇਹ ਹੱਬ ਨੇ ਕੀ ਕਰਨਾ, ਰੀਜਨਰੇਟਿੰਗ ਕਰ ਦੇਣਾ ਹੈਗੀ ਆ ਸਿਗਨਲ ਦੀ। ਹੁਣ ਅੱਗੇ ਹੱਬ ਵੀ 3 ਟਾਈਪ ਦੀਆਂ ਨੇ, ਐਕਟਿਵ ਹੱਬ, ਪੈਸਿਵ ਹੱਬ ਤੇ ਇੰਟੈਲੀਜੈਂਟ ਹੱਬ। ਜਿਹੜੀ ਸਾਡੇ ਕੋਲੇ ਪੈਸਿਵ ਹੱਬ ਹੈ, ਸਭ ਤੋਂ ਪਹਿਲਾਂ ਪੈਸਿਵ ਹੱਬ ਹੋ ਗਈ। ਇਹਨੇ ਕੀ ਕਰਨਾ, ਸਿੰਪਲੀ ਜਿਹੜਾ ਵੀ ਸਿਗਨਲ ਆ ਗਿਆ ਉਹਨੂੰ ਡਿਸਟਰੀਬਿਊਟ ਕਰ ਲੈਣਾ। ਦੀਸ ਹੱਬ ਰਿਲੇਜ਼ ਸਿਗਨਲ ਇਨਟੂ ਦਾ ਨੈਟਵਰਕ ਵਿਦਾਊਟ ਕਲੀਨਿੰਗ ਐਂਡ ਬੂਸਟਿੰਗ ਦੈਮ। ਇਹਨੇ ਕੋਈ ਉਹਨੂੰ ਨੋਇਸ ਨਹੀਂ ਰਿਮੂਵ ਕਰਨੀ, ਕੋਈ ਉਹਨੂੰ ਰੀਜਨਰੇਟ ਨਹੀਂ ਕਰਨਾ, ਸਿੰਪਲੀ ਜਿਹੜਾ ਸਿਗਨਲ ਸੀਗਾ ਉਹਨੂੰ ਡਿਸਟਰੀਬਿਊਟ ਕਰ ਦੇਣਾ, ਡਾਟਾ ਡਿਸਟਰੀਬਿਊਟ ਕਰ ਦੇਣਾ। ਨੈਕਸਟ ਸਾਡੇ ਕੋਲ ਆ ਗਈ ਐਕਟਿਵ ਹੱਬ। ਐਕਟਿਵ ਹੱਬ ਨੇ ਕੀ ਕਰਨਾ, ਉਸ ਸਿਗਨਲ ਨੂੰ ਰੀਜਨਰੇਟ ਕਰਨਾ। ਦ ਹੱਬ ਰੀਜਨਰੇਟ ਆਵਰ ਸਿਗਨਲ ਐਜ਼ ਵੈਲ ਐਜ਼ ਐਂਪਲੀਫਾਈ ਦਾ ਸਿਗਨਲ। ਜਿਹੜੀਆਂ ਕੁਝ ਹੱਬਸ ਨੇ ਹੈਗੀਆਂ ਨੇ ਐਕਟਿਵ ਹੱਬ ਨੇ, ਉਹ ਸਿਗਨਲ ਨੂੰ ਰੀਜਨਰੇਟ ਕਰਦੀਆਂ ਨੇ, ਕੁਝ ਹੱਬ ਜਿਹੜੀਆਂ ਹੈਗੀਆਂ ਸਿਰਫ ਸਿਗਨਲ ਨੂੰ ਐਂਪਲੀਫਾਈ ਕਰਦੀਆਂ ਨੇ। ਇਹ ਉਸ ਹੱਬ ਦੀ ਕੈਟਾਗਰੀ ਜਾਂ ਉਸ ਕੰਪਨੀ ਦੇ ਉੱਤੇ ਡਿਪੈਂਡ ਕਰਦਾ ਹੈਗਾ। ਜਿਹੜੀ 3rd ਟਾਈਪ ਆ ਸਾਡੇ ਕੋਲ ਇੰਟੈਲੀਜੈਂਟ ਹੱਬ ਦੀ। ਇੰਟੈਲੀਜੈਂਟ ਹੱਬ ਨੇ ਕੀ ਕਰਨਾ, ਇਹਨੇ ਕੁਝ ਐਕਸਟਰਾ ਕੰਮ ਵੀ ਕਰਨੇ ਨੇ। ਇਹਨੇ ਪਾਥ ਸਿਲੈਕਸ਼ਨ ਵੀ ਕਰਨਾ ਜਾਂ ਨੈਟਵਰਕ ਨੂੰ ਮੋਨੀਟਰ ਵੀ ਕਰਨਾ। ਇਟ ਆਲਸੋ ਹੈਲਪ ਟੂ ਐਡਮਿਨਿਸਟ੍ਰੇਟਰ ਟੂ ਮੋਨੀਟਰ ਦਾ ਨੈਟਵਰਕ ਟ੍ਰੈਫਿਕ। ਨੈਕਸਟ ਆ ਗਿਆ ਜੀ ਬ੍ਰਿਜ। ਬ੍ਰਿਜ ਕਿੱਥੇ ਵਰਤਿਆ ਜਾਊਗਾ ਡਿਵਾਈਸ? ਬ੍ਰਿਜ ਵਰਤਿਆ ਜਾਊਗਾ ਜਿੱਥੇ 2 ਵੱਖਰੀਆਂ ਲਾਈਨਸ ਨੇ, 2 ਵੱਖਰੇ ਨੈਟਵਰਕ ਸੈਗਮੈਂਟ ਨੇ, ਯਾਨੀ ਕਿ ਇੱਕ ਸਰਵਰ A ਹੋ ਗਿਆ, ਇੱਕ ਸਰਵਰ B ਹੋ ਗਿਆ। ਇਹਨੂੰ ਹੁਣ ਥੋੜ੍ਹਾ ਜਿਹਾ ਹੋਰ ਡਿਟੇਲ ਦੇ ਵਿੱਚ ਡਾਇਗਰਾਮ ਦੇ ਵਿੱਚ ਆਪਾਂ ਸਮਝਦੇ ਹਾਂ। ਇਟ ਯੂਜ਼ ਦਾ ਮੈਕ ਐਡਰੈਸ ਇਨਫੋਰਮੇਸ਼ਨ ਇਨ ਦਾ ਫਾਰਵਰਡਿੰਗ ਡਾਟਾ ਪੈਕਟਸ। ਇਹ ਮੈਕ ਜਿਹੜਾ ਐਡਰੈਸ ਹੈਗਾ ਉਹਦੀ ਵਰਤੋਂ ਕਰਦਾ ਡਾਟਾ ਨੂੰ ਫਾਰਵਰਡ ਕਰਨ ਦੇ ਲਈ। ਸੋ ਇਹ ਕਿਵੇਂ ਕੰਮ ਕਰਦਾ ਇਹਨੂੰ ਅਸੀਂ ਦੇਖਦੇ ਹਾਂ। ਇਹ ਸਾਡੇ ਕੋਲੇ ਬ੍ਰਿਜ ਹੈ ਜੀ। ਮੰਨ ਲਓ ਵੀ ਜਿਹੜਾ ਕੰਪਿਊਟਰ ਨੰਬਰ 200 ਹੈਗਾ, ਇਹ ਵਾਲੇ ਕੰਪਿਊਟਰ ਨੇ ਇਸ ਵਾਲੇ ਕੰਪਿਊਟਰ ਨੂੰ ਮੈਸੇਜ ਭੇਜਣਾ। ਇਹ ਨੈਟਵਰਕ A ਆ, ਇਹ ਇੱਕ ਅਲੱਗ ਨੈਟਵਰਕ ਹੈ।
ਤੇ ਇਹ ਇੱਕ ਅਲੱਗ ਨੈਟਵਰਕ ਹੈ। ਦੋ ਨੈਟਵਰਕ ਅੱਡ ਨੇ। ਹੁਣ 200 ਨੇ ਇੱਕ ਅਲੱਗ ਨੈਟਵਰਕ ਦੇ ਉੱਤੇ ਜਿਹੜਾ ਕੰਪਿਊਟਰ ਹੈਗਾ ਉਹਨੂੰ ਮੈਸੇਜ ਭੇਜਣਾ, ਤਾਂ ਮੈਸੇਜ ਜਿਹੜਾ ਹੈਗਾ ਇਹ ਬਣ ਗਿਆ ਜੀ, ਇਹ ਇਸ ਨੈਟਵਰਕ ਦੇ ਉੱਤੇ ਤਾਂ ਜਾਊਗਾ ਹੀ ਜਾਊਗਾ, ਯਾਨੀ ਕਿ ਜਿਹੜਾ ਨਾਲ ਲੱਗਦਾ ਕੰਪਿਊਟਰ ਉਹਨੂੰ ਵੀ ਰਿਸੀਵ ਹੋ ਗਿਆ। ਜਦੋਂ ਇਹ ਬ੍ਰਿਜ ਕੋਲ ਗਿਆ ਤਾਂ ਉਹਨੇ ਦੇਖਿਆ ਵੀ ਇਹ ਨਾਲ ਵਾਲੇ ਲੱਗਦੇ ਜਿਹੜਾ ਹੈਗਾ ਨੈਟਵਰਕ ਉਹਦਾ ਹੈਗਾ ਹੈ, ਤਾਂ ਇਹਨੇ ਉਸ ਨੈਟਵਰਕ ਦੇ ਵਿੱਚ ਇਹਨੂੰ ਪਾਸ ਕਰਤਾ ਤਾਂ ਇਹ ਇਸ ਪੁਆਇੰਟ ਦੇ ਉੱਤੇ ਵੀ ਚਲਾ ਗਿਆ, ਇਸ ਪੁਆਇੰਟ ਦੇ ਉੱਤੇ ਵੀ ਚਲਾ ਗਿਆ, ਸਾਰਿਆਂ ਨੂੰ ਰਿਸੀਵ ਹੋ ਗਿਆ। ਲੇਕਿਨ ਅਸੀਂ ਇੱਕ ਹੋਰ ਕੇਸ ਲੈਂਦੇ ਹਾਂ। ਇਸ ਕੇਸ ਦੇ ਵਿੱਚ ਵੀ ਮੰਨ ਲਓ ਵੀ ਸਿਰਫ ਇਸ ਕੰਪਿਊਟਰ ਨੇ ਇਸੇ ਨੈਟਵਰਕ ਦੇ ਉੱਤੇ ਡਾਟਾ ਸੈਂਡ ਕਰਨਾ, 100 ਨੇ 101 ਨੂੰ ਮੈਸੇਜ ਭੇਜਣਾ ਹੈਗਾ। ਤਾਂ ਜਦੋਂ ਇਸ ਨੈਟਵਰਕ ਦੇ ਉੱਤੇ ਜਾਊਗਾ ਹੀ ਜਾਊਗਾ, ਜਦੋਂ ਇਹ ਬ੍ਰਿਜ ਦੇ ਉੱਤੇ ਜਾਊਗਾ ਤਾਂ ਬ੍ਰਿਜ ਇਹਨੂੰ ਇਹ ਅਲਾਉ ਨਹੀਂ ਕਰੂਗਾ, ਇੱਥੋਂ ਇਹ ਅਲਾਉ ਨਹੀਂ ਕਰੂ। ਕਿਉਂਕਿ ਇਹਨੂੰ ਪਤਾ ਵੀ ਜਿਹੜਾ ਇਹ ਮੈਸੇਜ ਆ ਇਹ ਸਿਰਫ ਇਸ ਨੈਟਵਰਕ ਦੇ ਲਈ ਹੀ ਹੈ, ਇਸ ਨੈਟਵਰਕ ਦੇ ਲਈ ਨਹੀਂ। ਸੋ ਇੱਥੋਂ ਸਾਨੂੰ ਬ੍ਰਿਜ ਦੀ ਵਰਕਿੰਗ ਆ ਜਿਹੜੀ ਉਹ ਸਮਝ ਆ ਜਾਣੀ ਚਾਹੀਦੀ ਹੈ। ਇੱਥੇ ਹੁਣ ਇੱਕ ਪੁਆਇੰਟ ਹੋਰ ਆ ਗਿਆ, ਇਟ ਇਜ਼ ਦਾ ਸਿੰਗਲ ਇਨਪੁਟ ਸਿੰਗਲ ਆਊਟਪੁੱਟ ਪੋਰਟ, ਯਾਨੀ ਕਿ ਇਹਦੇ ਵਿੱਚ ਵੀ ਰਿਪੀਟਰ ਦੀ ਤਰੀਕੇ ਨਾਲ ਸਿਰਫ ਦੋ ਹੀ ਪੋਰਟ ਹੋਣਗੀਆਂ। ਕਿਉਂ? ਇਹਨਾਂ ਦੋ ਨੈਟਵਰਕ ਲੱਗ ਸਕਦੇ ਨੇ, ਇਹ ਨੈਟਵਰਕ A ਹੋ ਗਿਆ, ਇਹ ਕੀ ਹੋ ਗਿਆ ਨੈਟਵਰਕ B ਹੋ ਗਿਆ। ਟਾਈਪ ਆਫ ਬ੍ਰਿਜ, ਟਰਾਂਸਪੇਰੈਂਟ ਬੇਸਿਕ ਬ੍ਰਿਜ। ਇਹ ਕੀ ਕਰੇਗਾ? ਟਰਾਂਸਪੇਰੈਂਟ ਬੇਸਿਕ ਬ੍ਰਿਜ ਕੈਨ ਸਟੋਰ ਡਾਟਾ ਬਰੀਫਲੀ, ਯਾਨੀ ਕਿ ਡਾਟਾ ਨੂੰ ਸਟੋਰ ਕਰੇਗਾ ਸਿੰਪਲ डिटेल of its source and destination before forwarding to the next network। ਇਹ ਆਪਣੇ ਕੋਲ ਸਟੋਰ ਰੱਖੇਗਾ, ਇੱਥੇ ਇਨਫੋਰਮੇਸ਼ਨ ਸਟੋਰ ਰੱਖੂਗਾ ਵੀ ਇਸ ਪੀਸੀ ਨੇ ਇਸ ਪੀਸੀ ਨੂੰ ਡਾਟਾ ਭੇਜਿਆ। ਜਿਹੜਾ ਦੂਜਾ ਹੈਗਾ ਨੈਕਸਟ ਹੈਗਾ ਟਾਈਪ ਹੈਗਾ ਸੋਰਸ ਰਾਊਟਿੰਗ ਬ੍ਰਿਜ। ਸੋਰਸ ਰਾਊਟਿੰਗ ਬ੍ਰਿਜ ਕੀ ਚੀਜ਼ ਹੈਗੀ ਆ? ਰਾਊਟਿੰਗ ਆਪਰੇਸ਼ਨ ਇਜ਼ ਪਰਫਾਰਮਡ ਬਾਏ ਸੋਰਸ ਸਟੇਸ਼ਨ ਐਂਡ ਦਾ ਫਰੇਮ ਸਪੈਸੀਫਾਈ ਵਿਚ ਰੂਟ ਟੂ ਫੋਲੋ, ਯਾਨੀ ਕਿ ਕਿਹੜਾ ਰੂਟ ਅਡਾਪਟ ਹੋਵੇ ਡਾਟਾ ਨੂੰ ਟਰਾਂਸਫਰ ਕਰਨ ਦੇ ਲਈ, ਉਹ ਸੋਰਸ ਜਿਹੜਾ ਹੈਗਾ ਉਹ ਡਿਸਾਈਡ ਕਰੂਗਾ। ਕੰਮ ਕਿਵੇਂ ਕਰੂਗਾ ਇਹ? ਦਿਸ ਡਾਟਾ ਇਜ਼ ਟਰਾਂਸਫਰਡ ਬਾਏ ਸੈਂਡਿੰਗ ਅ ਸਪੈਸ਼ਲ ਫਰੇਮ। ਇੱਕ ਸਪੈਸ਼ਲ ਫਰੇਮ ਜਾਊਗਾ ਇੱਥੋਂ, ਸਪੋਜ਼ ਕਰੋ ਇਹਨੇ ਡਾਟਾ ਭੇਜਣਾ, ਇਸ ਪੁਆਇੰਟ ਨੇ ਡਾਟਾ ਭੇਜਣਾ, ਤੇ ਇਹ ਹਰ ਇੱਕ ਦੇ ਉੱਤੇ ਜਾਊਗਾ। ਡਾਟਾ ਇਜ਼ ਟਰਾਂਸਫਰਡ ਬਾਏ ਸੈਂਡਿੰਗ ਅ ਸਪੈਸ਼ਲ ਫਰੇਮ ਇਜ਼ ਕਾਲਡ ਡਿਸਕਵਰੀ ਫਰੇਮ। ਇਹਨੂੰ ਕੀ ਕਹਿ ਦਿੰਦੇ ਆ? ਡਿਸਕਵਰੀ ਫਰੇਮ ਕਹਿ ਦਿੰਦੇ ਆ। ਵਿਚ ਸਪਰੈਡਸ ਥਰੂ ਦਾ ਐਂਟਾਇਰ ਨੈਟਵਰਕ, ਸਾਰੇ ਨੈਟਵਰਕ ਦੇ ਵਿੱਚ ਇਹ ਜਾਊਗਾ ਯੂਜ਼ਿੰਗ ਆਲ ਪੋਸੀਬਲ ਪਾਥਸ ਟੂ ਦਾ ਡੈਸਟੀਨੇਸ਼ਨ। ਨੈਕਸਟ ਆ ਗਿਆ ਜੀ ਸਵਿਚ ਕੀ ਹੁੰਦੀ ਹੈ। ਹੁਣ ਸਵਿਚ ਬ੍ਰਿਜ ਕੀ ਸੀਗਾ? ਉਹਦੇ ਵਿੱਚ ਦੋ ਪੋਰਟ ਸੀਗੀਆਂ। ਇਨ ਸਿੰਪਲ ਵਰਡ ਆ ਸਵਿਚ ਵਰਕ ਲਾਈਕ ਏ ਮਲਟੀ ਪੋਰਟ ਬ੍ਰਿਜ, ਯਾਨੀ ਕਿ ਇਹਦੇ ਵਿੱਚ ਇੱਕ ਤੋਂ ਜ਼ਿਆਦਾ ਪੋਰਟਸ ਹੈਗੀਆਂ ਨੇ। ਦੂਜੀ ਗੱਲ ਕੀ ਕਰੂਗਾ? ਇਟ ਹੈਜ਼ ਏ ਬਫਰ ਦੈਟ ਇਜ਼ ਯੂਜ਼ਡ ਟੂ ਬੂਸਟ ਇਟਸ ਐਫੀਸ਼ੀਐਂਸੀ ਐਂਡ ਪਰਫਾਰਮੈਂਸ ਆਫ ਦਾ ਸਵਿਚ। ਬਫਰ ਦਾ ਮਤਲਬ ਕੀ ਹੋਇਆ? ਇਹਨੇ ਡਾਟਾ ਨੂੰ ਟੈਂਪਰੇਰੀ ਤੌਰ ਦੇ ਉੱਤੇ ਸਟੋਰ ਕਰਕੇ ਰੱਖਣਾ। ਇਟ ਹੈਜ਼ ਏ ਬਫਰ। ਦਾ ਸਵਿਚ ਕੈਨ ਪਰਫਾਰਮ ਐਨੀ ਟਾਈਪ ਆਫ ਐਰਰ ਚੈਕਿੰਗ। ਇਹਨੇ ਐਰਰ ਚੈਕਿੰਗ ਕੀ ਕਰੂਗੀ? ਬਿਫੋਰ ਫਾਰਵਰਡਿੰਗ ਦਾ ਡਾਟਾ ਨੂੰ ਫਾਰਵਰਡ ਨੈਕਸਟ ਨੋਡ ਦੇ ਉੱਤੇ ਫਾਰਵਰਡ ਕਰਨ ਤੋਂ ਪਹਿਲਾਂ ਇਹ ਚੈੱਕ ਕਰੂ ਵੀ ਕੀ ਡਾਟਾ ਸਹੀ ਹੈ, ਉਹ ਕਰਪਟ ਤਾਂ ਨਹੀਂ ਹੋ ਗਿਆ। ਦਿਸ ਐਡਵਾਂਟੇਜ ਮੇਕਸ ਇਟ ਵੈਰੀ ਐਫੀਸ਼ੀਐਂਟ ਐਂਡ ਇਟ ਡਜ਼ ਨਾਟ ਫਾਰਵਰਡ ਪੈਕੇਟ ਦੈਟ ਹੈਵ ਐਰਰ। ਅਗਰ ਕੋਈ ਪੈਕੇਟ ਦੇ ਵਿੱਚ ਐਰਰ ਹੈਗੀ ਆ ਤਾਂ ਉਸਨੇ ਕੀ ਕਰਨਾ? ਸਵਿਚ ਕੀ ਕਰੂਗੀ? ਉਸ ਪੈਕੇਟ ਨੂੰ ਅੱਗੇ ਫਾਰਵਰਡ ਨਹੀਂ ਕਰੂਗੀ। ਸੋ ਇਹਨੇ ਹਮੇਸ਼ਾ ਹੀ ਜਿਹੜਾ ਹੈਗਾ ਸਹੀ ਪੈਕੇਟ ਨੂੰ ਅੱਗੇ ਫਾਰਵਰਡ ਕਰਨਾ। ਨੈਕਸਟ ਸਾਡੇ ਕੋਲ ਡਿਵਾਈਸ ਹੈਗਾ ਜੀ ਰਾਊਟਰ। ਇਹ ਵੀ ਬਹੁਤ ਇੰਪੋਰਟੈਂਟ ਡਿਵਾਈਸ ਆ। ਸਭ ਤੋਂ ਪਹਿਲੀ ਇਨਫੋਰਮੇਸ਼ਨ ਕਿ ਰਾਊਟਰ ਜਿਹੜਾ ਹੈਗਾ ਨੈਟਵਰਕ ਲੇਅਰ ਦਾ ਡਿਵਾਈਸ ਹੈ ਜੀ। ਨੈਟਵਰਕ ਲੇਅਰ ਦੇ ਉੱਤੇ ਇਹਨੇ ਵਰਕਆਊਟ ਕਰਨਾ। ਰਾਊਟਰ ਇਜ਼ ਅ ਡਿਵਾਈਸ ਲਾਈਕ ਏ ਸਵਿਚ। ਸਵਿਚ ਦੀ ਤਰ੍ਹਾਂ ਦਾ ਇੱਕ ਡਿਵਾਈਸ ਹੈ ਇਹ। ਉਹਨੇ ਪੈਕੇਟ ਨੂੰ ਰਾਊਟ ਵੀ ਕਰਨਾ, ਰੂਟ ਵੀ ਦੇਣਾ ਔਨ देयर IP ਐਡਰੈਸ ਅਕੋਰਡਿੰਗ ਟੂ ਦਾ IP ਐਡਰੈਸ।
ਤੇ ਇਹਨੇ ਇੱਕ ਗੇਟਵੇ ਦੇ ਤਰੀਕੇ ਦੇ ਨਾਲ ਹੀ ਕੰਮ ਕਰਦਾ ਨੈਟਵਰਕ ਦੇ ਵਿਚਕਾਰ, ਯਾਨੀ ਕਿ ਇੱਕ ਨੈਟਵਰਕ A ਹੋ ਗਿਆ ਹੈ, ਇੱਕ ਨੈਟਵਰਕ ਸਾਡੇ ਕੋਲ ਕੀ ਹੋ ਗਿਆ ਇਹ B ਹੋ ਗਿਆ। ਇਹਨੂੰ ਹੋਰ ਥੋੜ੍ਹਾ ਡਿਟੇਲ ਦੇ ਵਿੱਚ ਇੱਕ ਐਗਜ਼ਾਮਪਲ ਦੇ ਦੁਆਰਾ ਸਮਝਦੇ ਹਾਂ ਆਪਾਂ। ਆਪਣੇ ਕੋਲੇ ਇਸ ਨੈਟਵਰਕ ਦੇ ਵਿੱਚ ਜਿਹੜਾ ਇਹ ਕੰਪਿਊਟਰ 100 ਹੈਗਾ, ਇਸ ਕੰਪਿਊਟਰ ਨੇ ਡਾਟਾ ਸੈਂਡ ਕਰਨਾ ਇਸ ਕੰਪਿਊਟਰ ਨੂੰ। ਇਹ ਸਾਡੇ ਕੋਲੇ ਸੋਰਸ ਹੋ ਗਿਆ, ਇਹ ਸਾਡੇ ਕੋਲੇ ਡੈਸਟੀਨੇਸ਼ਨ ਹੋ ਗਿਆ। ਸਾਡੇ ਕੋਲੇ ਜਿਹੜੇ ਰਾਊਟਰ ਲੱਗੇ ਹੋਏ ਨੇ, ਇੱਕ ਇਹ ਰਾਊਟਰ ਲੱਗਿਆ ਹੋਇਆ, ਇੱਕ ਇਹ ਰਾਊਟਰ ਲੱਗਿਆ ਹੋਇਆ, ਇਹ ਰਾਊਟਰ ਲੱਗਿਆ ਹੋਇਆ। ਹੁਣ ਅਸੀਂ ਇਸ ਦੀ ਵਰਕਿੰਗ ਦੇਖਦੇ ਹਾਂ। ਇਸ ਨੇ ਇਸ ਨੂੰ ਡਾਟਾ ਭੇਜਿਆ, ਲੇਕਿਨ ਨਾਲ ਦੀ ਨਾਲ ਲਿਖ ਵੀ ਦਿੱਤਾ ਵੀ ਇਹ ਨੈਕਸਟ ਨੀਅਰੈਸਟ ਰਾਊਟਰ ਕਿਹੜਾ AB। ਇੱਥੇ ਸਾਡੇ ਕੋਲੇ ਇਹ ਹੋ ਗਿਆ ਸੋਰਸ, ਇਹ ਹੋ ਗਿਆ ਡੈਸਟੀਨੇਸ਼ਨ, ਇਹ ਆਪਣੇ ਕੋਲੇ ਰਾਊਟਰ ਦੀ ਇਨਫੋਰਮੇਸ਼ਨ ਹੋ ਗਈ। ਤਾਂ ਇਹ ਪੈਕਟ ਸਿੱਧਾ ਕਿਹਦੇ ਕੋਲ ਗਿਆ? ਇਸ ਰਾਊਟਰ ਦੇ ਕੋਲ ਗਿਆ। ਇਸ ਰਾਊਟਰ ਨੇ ਦੇਖਿਆ ਵੀ ਇਹ ਇੱਥੇ ਕਿਸੇ ਦਾ ਨਹੀਂ ਹੈਗਾ, ਇਸ ਨੇ ਇਸ ਨੂੰ ਨੈਕਸਟ ਰਾਊਟਰ ਦੇ ਉੱਤੇ ਟਰਾਂਸਫਰ ਕਰਤਾ। ਜਦੋਂ BC ਕੋਲ ਪਹੁੰਚਿਆ ਤਾਂ ਇਹਨੇ ਦੇਖਿਆ ਵੀ ਮੇਰੇ ਕੋਲ ਇਹ 300 ਜਿਹੜਾ ਡੈਸਟੀਨੇਸ਼ਨ ਕੰਪਿਊਟਰ ਹੈਗਾ ਉਹ ਕਹਿੰਦਾ ਯੈਸ ਹੈਗਾ। ਤਾਂ ਇਸ ਨੇ ਇਸ ਕੰਪਿਊਟਰ ਨੂੰ ਇਹ ਜਿਹੜਾ ਸੀਗਾ ਪੈਕਟ ਡਿਲੀਵਰ ਕਰਤਾ। ਇਹਦੇ ਨਾਲ ਹੋਇਆ ਕਿ ਜਿਹੜੀ ਅਨਨੈਸੈਸਰੀ ਟ੍ਰੈਫਿਕ ਆ, ਜਿਵੇਂ ਅਸੀਂ ਪਹਿਲਾਂ ਵੇਖਿਆ ਸੀਗਾ, ਉਹ ਨਹੀਂ ਹੋਏਗੀ। ਸਿਰਫ ਜੇ ਸੋਰਸ ਤੋਂ ਡੈਸਟੀਨੇਸ਼ਨ ਤੱਕ ਹੀ ਡਾਟਾ ਜਿਹੜਾ ਹੈਗਾ ਪ੍ਰੋਪਰ ਟਰਾਂਸਫਰ ਹੋਏਗਾ, ਅਤੇ ਐਕਸਟਰਾ ਜਿਹੜੀ ਹੈਗੀ ਆ ਇੱਥੇ ਕੋਈ ਵੀ, ਜਾਂ ਇਹ ਗੱਲ ਕਹਿ ਲਓ ਵੀ ਇਹਨੇ ਭੇਜਣਾ ਸੀਗਾ ਇਹਨੂੰ ਅਤੇ ਰਿਸੀਵ ਇਹਨੂੰ ਵੀ ਹੋ ਗਿਆ। ਐਕਸੈਪਟ ਸਿਰਫ ਉਹੀ ਕਰੂਗਾ ਜਿਸ ਨੂੰ ਉਹ ਪੈਕਟ, ਜਿਸ ਲਈ ਉਹ ਪੈਕਟ ਬਣਿਆ ਹੋਇਆ ਹੈਗਾ। ਸੋ ਇਹ ਸੀਗੀ ਜੀ ਵਰਕਿੰਗ ਰਾਊਟਰ ਦੀ। ਰਾਊਟਰ ਦੇ ਮੇਨ ਫੰਕਸ਼ਨ ਕੀ ਨੇ? ਇਹਦੇ ਦੋ ਬੇਸਿਕ ਮੇਜਰ ਫੰਕਸ਼ਨਸ ਨੇ, ਇੱਕ ਫਾਰਵਰਡਿੰਗ, ਇੱਕ ਰਾਊਟਿੰਗ। ਜਦੋਂ ਰਾਊਟਰ ਨੂੰ ਕੋਈ ਪੈਕਟ ਮਿਲ ਗਿਆ, ਰਾਊਟਰ ਰਿਸੀਵ ਦਾ ਪੈਕਟ ਫਰੋਮ ਦਾ ਇਨਪੁਟ ਪੋਰਟ, ਉਹਨੇ ਉਹਦਾ ਹੈਡਰ ਚੈੱਕ ਕਰਨਾ ਅਤੇ ਉਹਨੇ ਆਪਣੇ ਟੇਬਲ ਦੇ ਵਿੱਚ ਦੇਖਣਾ ਵੀ ਇਹ ਜਿਹੜਾ ਕੰਪਿਊਟਰ ਹੈਗਾ ਮੇਰੇ ਨਾਲ ਕਨੈਕਟਡ ਹੈ ਕਿ ਨਹੀਂ ਹੈ। ਅਗਰ ਕਨੈਕਟਡ ਹੈ ਤਾਂ ਉਸ ਨੂੰ ਉਹ ਡਿਲੀਵਰ ਕਰ ਦੇਗਾ। ਰਾਊਟਿੰਗ, ਇਟ ਇਜ਼ ਅ ਪ੍ਰੋਸੈਸ ਬਾਈ ਵਿਚ ਰਾਊਟਰ ਡਿਟਰਮਾਈਨਸ ਦੈਟ ਵਟ ਵੁੱਡ ਬੀ ਦਾ ਬੈਸਟ ਪਾਥ। ਇਹਨੇ ਬੈਸਟ ਪਾਥ ਵੀ ਲੱਭਣਾ, ਜੇ ਉਹ ਉਸ ਨੈਟਵਰਕ ਦੇ ਵਿੱਚ ਨਹੀਂ ਹੈ, ਉਹਦੇ ਕੋਲ ਨਹੀਂ ਹੈ, ਤਾਂ ਇਹਨੇ ਬੈਸਟ ਪਾਥ ਵੀ ਲੱਭਣਾ ਉਸ ਪੈਕੇਟ ਨੂੰ ਉਸਦੇ ਡੈਸਟੀਨੇਸ਼ਨ ਤੱਕ ਪਹੁੰਚਾਉਣ ਦੇ ਲਈ, ਕਿ ਉਹਦੀ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਲੋਸ ਨਾ ਹੋ ਸਕੇ। ਸੋ ਰਾਊਟਰ ਵੀ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਡਿਵਾਈਸ ਹੈਗਾ। ਨੈਕਸਟ ਸਾਡੇ ਕੋਲ ਆ ਗਿਆ ਜੀ ਗੇਟਵੇ। ਦ ਗੇਟਵੇ ਇਜ਼ ਅ ਕੰਪੋਨੈਂਟ that is a part of two network. These network use different protocols. ਇੱਥੇ ਮੇਨ ਇੰਪੋਰਟੈਂਟ ਗੱਲ ਇਹ ਆ ਵੀ ਇਹ ਜਿਹੜਾ ਗੇਟਵੇ ਕੰਮ ਕਰੂਗਾ ਉਹ ਡਿਫਰੈਂਟ ਪ੍ਰੋਟੋਕੋਲਸ ਦੇ ਉੱਤੇ ਕੰਮ ਕਰੂਗਾ। The gateway translate one protocol to the another. ਗੇਟਵੇ ਇੱਕ ਟਰਾਂਸਲੇਟਰ ਦੀ ਤਰ੍ਹਾਂ ਕੰਮ ਕਰੂਗਾ ਦੋ ਡਿਫਰੈਂਟ ਪ੍ਰੋਟੋਕੋਲ ਦੇ ਵਿੱਚ। ਇਹਨੂੰ ਅਸੀਂ ਕੀ ਕਹਿ ਦਿੰਦੇ ਆ? ਪ੍ਰੋਟੋਕੋਲ ਕਨਵਰਟਰ ਵੀ ਕਹਿ ਦਿੰਦੇ ਆ। ਇਹਦੀ ਬੇਸਿਕ ਐਗਜ਼ਾਮਪਲ ਕੀ ਚੀਜ਼ ਹੈਗੀ ਆ? ਫॉर ਬੇਸਿਕ ਇੰਟਰਨੈਟ ਕਨੈਕਸ਼ਨ ਐਟ ਹੋਮ, ਘਰ ਦੇ ਵਿੱਚ ਅਸੀਂ ਦੇਖਦੇ ਹਾਂ। ਦ ਗੇਟਵੇ ਇਜ਼ ਏ ISP, ਇੰਟਰਨੈਟ ਸਰਵਿਸ ਪ੍ਰੋਵਾਈਡਰ, ਦੈਟ ਗਿਵ ਯੂ ਐਕਸੈਸ ਟੂ ਦਾ ਇੰਟਾਇਰ ਨੈਟਵਰਕ। ਵੀ ਤੁਹਾਡੇ ਘਰੇ ਕੰਪਿਊਟਰ ਲੱਗਿਆ ਹੋਇਆ, ਘਰੇ ਤੁਹਾਡੇ ਕੋਲੇ ਇਹ ਲੋਕਲ ਏਰੀਆ ਨੈਟਵਰਕ ਹੈ, ਲੈਨ, ਘਰੇ ਤੁਹਾਡੇ ਕੋਲੇ ਲੈਨ ਹੈਗੀ ਹੈ। ਇਹ ਇੱਕ ਤੁਹਾਡੇ ਨਾਲ ਐਜ਼ ਏ ISP ਹੈਗਾ ਗੇਟਵੇ, ਇਹਨੇ ਤੁਹਾਨੂੰ ਇੰਟਰਨੈਟ ਐਕਸੈਸ ਦੀ ਪਰਮਿਸ਼ਨ ਦੇਣੀ ਆ। ਇਹ ਇੱਕ ਗੇਟਵੇ ਹੋ ਗਿਆ। ਨੈਕਸਟ ਸਾਡੇ ਕੋਲ ਜਿਹੜਾ ਡਿਵਾਈਸ ਆ ਗਿਆ ਜੀ, ਉਹ ਆ ਗਿਆ ਬਰਾਊਟਰ। ਬਰਾਊਟਰ ਕੀ ਚੀਜ਼ ਆ? ਇਹ ਹੈਗਾ ਕੰਬੀਨੇਸ਼ਨ ਬ੍ਰਿਜ ਦਾ ਤੇ ਰਾਊਟਰ ਦਾ। ਇਹਨੇ ਬ੍ਰਿਜ ਦਾ ਫੰਕਸ਼ਨ ਵੀ ਪਰਫਾਰਮ ਕਰਨਾ ਤੇ ਰਾਊਟਰ ਦਾ ਫੰਕਸ਼ਨ ਵੀ ਪਰਫਾਰਮ ਕਰਨਾ। ਬਰਾਊਟਰ ਕਨੈਕਟਸ ਦਾ ਨੈਟਵਰਕ ਵਿੱਚ ਯੂਜ਼ ਡਿਫਰੈਂਟ ਪ੍ਰੋਟੋਕੋਲਸ। ਦੋ ਜਿਹੜੇ ਨੈਟਵਰਕ ਨੇ ਜਿਹੜੇ ਵੱਖਰੇ ਵੱਖਰੇ ਪ੍ਰੋਟੋਕੋਲ ਵਰਤ ਰਹੇ ਨੇ, ਉਹਨਾਂ ਨੂੰ ਕੀ ਕਰਨਾ? ਕਨੈਕਟ ਕਰਨਾ। ਇਟ ਕੈਨ ਬੀ ਪ੍ਰੋਗਰਾਮ ਟੂ ਵਰਕ ਓਨਲੀ ਐਜ਼ ਏ ਬ੍ਰਿਜ ਔਰ ਓਨਲੀ ਐਜ਼ ਏ ਰਾਊਟਰ। ਇਹ ਤੁਹਾਡੇ 'ਤੇ ਹੈਗਾ ਵੀ ਅਸੀਂ ਉਹਨੂੰ ਪ੍ਰੋਗਰਾਮ ਕਰ ਸਕਦੇ ਹਾਂ ਵੀ ਉਹਨੂੰ ਉਹ ਤੋਂ ਅਸੀਂ ਬ੍ਰਿਜ ਦਾ ਕੰਮ ਲੈਣਾ ਜਾਂ ਰਾਊਟਰ ਦਾ ਕੰਮ ਲੈਣਾ। ਵਰਕਿੰਗ ਐਜ਼ ਰਾਊਟਰ, ਇਟ ਇਜ਼ ਕੈਪੇਬਲ ਆਫ ਦਾ ਰਾਊਟਿੰਗ ਪੈਕਟਸ ਅਕ੍ਰੋਸ ਦਾ ਨੈਟਵਰਕ, ਐਂਡ ਵਰਕਿੰਗ ਐਜ਼ ਬ੍ਰਿਜ, ਇਟ ਇਜ਼ ਕੈਪੇਬਲ ਆਫ ਫਿਲਟਰਿੰਗ ਲੋਕਲ ਨੈਟਵਰਕ ਟ੍ਰੈਫਿਕ। ਅਗਰ ਉਹ ਰਾਊਟਰ ਦੀ ਤਰੀਕੇ ਨਾਲ ਕੰਮ ਕਰ ਰਿਹਾ ਤਾਂ ਉਹਨੇ ਜਿਹੜੇ ਪੈਕਟਸ ਹੈਗੇ ਨੇ ਉਹਨਾਂ ਨੂੰ ਰਾਊਟ ਕਰਨਾ ਨੈਟਵਰਕ ਦੇ ਉੱਤੇ। ਅਗਰ ਉਹ ਬ੍ਰਿਜ ਦੇ ਤਰੀਕੇ ਨਾਲ ਕੰਮ ਕਰ ਰਿਹਾ ਤਾਂ ਉਹਨੇ ਪੈਕਟ ਨੂੰ ਫਿਲਟਰ ਕਰਨਾ ਹੈਗਾ ਲੋਕਲ ਏਰੀਆ ਨੈਟਵਰਕ ਟ੍ਰੈਫਿਕ ਦੇ ਲਈ। ਨੈਕਸਟ ਸਾਡੇ ਕੋਲੇ ਆ ਗਿਆ ਕਮਿਊਨੀਕੇਸ਼ਨ ਮੀਡੀਆ। ਕਮਿਊਨੀਕੇਸ਼ਨ ਯਾਨੀ ਕਿ ਸੰਚਾਰ ਮਾਧਿਅਮ। ਹੁਣ ਕਮਿਊਨੀਕੇਸ਼ਨ ਮੀਡੀਆ ਸਾਡੇ ਕੋਲੇ ਦੋ ਤਰੀਕੇ ਦਾ ਹੈਗਾ।
ਇੱਕ ਸਾਡੇ ਕੋਲ ਆ ਗਿਆ ਗਾਈਡਡ, ਇੱਕ ਹੋ ਗਿਆ ਅਨਗਾਈਡਡ। ਗਾਈਡਡ ਨੂੰ ਅਸੀਂ ਕਹਿ ਦਿੰਦੇ ਹਾਂ ਤਾਰਾਂ ਵਾਲਾ, ਯਾਨੀ ਕਿ ਵਿਦ ਵਾਇਰ, ਜਿਹਦੇ ਵਿੱਚ ਤਾਰਾਂ ਯੂਜ਼ ਹੋ ਰਹੀਆਂ ਨੇ। ਅਨਗਾਈਡਡ ਨੂੰ ਕਹਿ ਦਿੰਦੇ ਹਾਂ ਅਸੀਂ ਵਾਇਰਲੈਸ ਮੀਡੀਆ। ਗਾਈਡਡ ਮੀਡੀਆ ਅੱਗੋਂ ਕਈ ਟਾਈਪ ਦਾ। ਸਭ ਤੋਂ ਪਹਿਲੀ ਟਾਈਪ ਆ ਗਈ ਜੀ ਸਾਡੇ ਕੋਲ ਟਵਿਸਟਡ ਪੇਅਰ ਕੇਬਲ। ਇਹਦੇ ਵਿੱਚ ਕੀ ਚੀਜ਼ ਹੈ, ਇੱਕ ਤਾਰ ਹੈ, ਕੇਬਲ ਜੈਕ ਹੈ, ਇਹਦੇ ਵਿੱਚ ਤਾਰਾਂ ਨੇ, ਪੇਅਰ ਨੇ, ਉਹ ਆਪਸ ਦੇ ਵਿੱਚ ਟਵਿਸਟ ਕੀਤੀਆਂ ਹੋਈਆਂ ਨੇ। ਇਸੇ ਗੱਲ ਕਰਕੇ ਇਹਨਾਂ ਨੂੰ ਕੀ ਕਹਿ ਦਿੰਦੇ ਆ, ਟਵਿਸਟਡ ਪੇਅਰ ਕਹਿ ਦਿੰਦੇ ਆ। ਇਹ 4 ਪੇਅਰ ਆਉਂਦੇ ਨੇ। ਇਹਦੀਆਂ ਅੱਗੋਂ ਫਰਦਰ 2 ਕੈਟਾਗਰੀਜ਼ ਨੇ। ਇੱਕ ਕੈਟਾਗਰੀ ਹੈਗੀ ਹੈ ਜੀ UTP, ਦੂਜੀ ਹੈਗੀ STP, ਅਨਸ਼ੀਲਡਡ ਟਵਿਸਟਡ ਪੇਅਰ ਤੇ ਸ਼ੀਲਡਡ ਟਵਿਸਟਡ ਪੇਅਰ। ਹੁਣ ਅਨਸ਼ੀਲਡਡ ਟਵਿਸਟਡ ਪੇਅਰ ਦੇ ਵਿੱਚ ਕੀ ਹੋਊਗਾ, ਅਨਸ਼ੀਲਡਡ ਟਵਿਸਟਡ ਪੇਅਰ ਦੇ ਵਿੱਚ 4 ਪੇਅਰ ਹੋਣਗੇ, ਆਪਸ ਦੇ ਵਿੱਚ ਟਵਿਸਟਡ ਨੇ, ਤੇ ਉੱਪਰ ਇੱਕ ਪਲਾਸਟਿਕ ਦੀ ਜੈਕਟ ਹੋਏਗੀ ਸਿੰਪਲੀ। ਲੇਕਿਨ ਸ਼ੀਲਡਡ ਟਵਿਸਟਡ ਪੇਅਰ ਦੇ ਵਿੱਚ ਉੱਪਰ ਸ਼ੀਲਡਿੰਗ ਵੀ ਹੋਊਗੀ। ਟਵਿਸਟਡ ਪੇਅਰ ਕਮਸ ਵਿਦ ਈਚ ਪੇਅਰ ਯੂਨੀਕਲੀ ਕਲਰ ਕੋਡਡ। ਹਰ ਇੱਕ ਟਵਿਸਟ ਪੇਅਰ ਹੈ ਜਿਹੜਾ ਇੱਕ ਯੂਨੀਕਲੀ ਕਲਰ ਕੋਡਡ ਹੈਗਾ। ਜਿਵੇਂ ਸਪੋਜ਼ ਕਰੋ ਸਾਡੇ ਕੋਲ ਇੱਥੇ ਬਰਾਊਨ ਹੈ ਤਾਂ ਇੱਕ ਨਾਲ ਬਰਾਊਨ ਵਾਈਟ ਵੀ ਹੋਏਗਾ। ਇਹ ਸਾਡੇ ਕੋਲੇ UTP ਕੇਬਲ ਹੈਗੀ ਆ। UTP ਕੇਬਲ ਦੇ ਵਿੱਚ 4 ਪੇਅਰ ਨੇ ਸਾਡੇ ਕੋਲੇ, ਚਾਰੇ ਪੇਅਰ ਅਲੱਗ-ਅਲੱਗ ਕਲਰ ਦੇ ਨੇ। ਜਿੱਦਾਂ ਇਹ ਸਾਡੇ ਕੋਲੇ ਬਲੂ ਹੈਗੀ ਆ ਤੇ ਇਹ ਨਾਲ ਦੀ ਨਾਲ ਹੀ ਬਲੂ ਵਾਈਟ ਹੈ। ਇਸੇ ਤਰੀਕੇ ਨਾਲ ਔਰੇਂਜ ਤੇ ਨਾਲ ਇਹਦੇ ਇਹ ਹੋ ਗਿਆ ਔਰੇਂਜ ਵਾਈਟ। ਇਹ ਸਾਡੇ ਕੋਲੇ ਹੋ ਗਿਆ ਬਰਾਊਨ, ਇਹ ਸਾਡੇ ਕੋਲੇ ਹੋ ਗਈ ਬਰਾਊਨ ਵਾਈਟ। ਇਹ ਸਾਡੇ ਕੋਲੇ ਗ੍ਰੀਨ ਤੇ ਇਹ ਗ੍ਰੀਨ ਵਾਈਟ। ਇਹ ਸਾਡੇ ਕੋਲੇ UTP ਕੇਬਲ ਹੋਊਗੀ ਸਾਡੇ ਕੋਲ। ਤੇ ਇਹਦੀ ਮੇਨ ਐਡਵਾਂਟੇਜ ਕੀ ਹੈਗੀਆਂ ਨੇ, ਇਹਨੂੰ ਅਸੀਂ ਹੁਣ ਸਟੱਡੀ ਕਰਦੇ ਹਾਂ। ਟਵਿਸਟਡ ਪੇਅਰ ਕੇਬਲ ਦੀਆਂ ਜਿਹੜੀਆਂ ਐਡਵਾਂਟੇਜਸ ਹੈਗੀਆਂ ਨੇ, ਉਹਦੇ ਵਿੱਚ ਸਭ ਤੋਂ ਪਹਿਲਾਂ ਆ ਗਈ ਥੀਸ ਕੇਬਲਸ ਕੈਨ ਬੀ ਯੂਜ਼ਡ ਬੋਥ ਫॉर ਐਨਾਲੌਗ ਐਂਡ ਡਿਜੀਟਲ ਟਰਾਂਸਮਿਸ਼ਨ। ਕਿ ਐਨਾਲੌਗ ਤੇ ਡਿਜੀਟਲ ਟਰਾਂਸਮਿਸ਼ਨ ਲਈ ਇਹਨੂੰ ਵਰਤ ਸਕਦੇ ਹਾਂ। ਘੱਟ ਖਰਚੀਲੀਆਂ ਨੇ, ਸਸਤੀਆਂ ਨੇ ਛੋਟੇ ਡਿਸਟੈਂਸ ਦੇ ਲਈ, ਤੇ ਇੰਟਾਇਰ ਨੈਟਵਰਕ ਨਹੀਂ ਖੜਦਾ ਜੇ ਕੋਈ ਇੱਕ ਨੈਟਵਰਕ ਜਾਂ ਕੁਝ ਹਿੱਸਾ ਨੈਟਵਰਕ ਦਾ ਡੈਮੇਜ ਹੋ ਜੇ। ਤੇ ਇਹਦੀਆਂ ਕੁਝ ਡਿਸਐਡਵਾਂਟੇਜਸ ਵੀ ਹੈਗੀਆਂ ਨੇ। ਇਹਨੂੰ ਜ਼ਿਆਦਾ ਦੂਰ ਤੱਕ ਦੇ ਸਿਗਨਲ ਨੂੰ ਟਰਾਂਸਫਰ ਕਰਨ ਦੇ ਲਈ ਅਸੀਂ ਵਰਤ ਨਹੀਂ ਸਕਦੇ, ਕਿਉਂਕਿ ਵਿੱਚ ਸਾਨੂੰ ਇੱਕ ਰਿਪੀਟਰ ਲਾਉਣਾ ਹੀ ਪਵੇਗਾ। ਹਾਈ ਐਰਰ ਰੇਟ ਫॉर ਡਿਸਟੈਂਸ ਗ੍ਰੇਟਰ ਦੈਨ 100 ਮੀਟਰ। ਕਿ ਜੇ 100 ਮੀਟਰ ਤੋਂ ਵੱਧ ਅਸੀਂ ਬਿਨਾਂ ਰਿਪੀਟਰ ਤੋਂ ਵਰਤਦੇ ਹਾਂ ਤਾਂ ਉਹਦੇ ਵਿੱਚ ਐਰਰ ਕਾਫੀ ਆਉਂਦੀਆਂ ਨੇ, ਤੇ ਬਹੁਤ ਜ਼ਿਆਦਾ ਪਤਲੀਆਂ ਹੁੰਦੀਆਂ ਨੇ ਤੇ ਈਜ਼ੀਲੀ ਬ੍ਰੇਕ ਹੋ ਜਾਂਦੀਆਂ ਨੇ। ਨਾਟ ਸੂਟੇਬਲ ਫॉर ਬ੍ਰੌਡਬੈਂਡ ਕਨੈਕਸ਼ਨਸ। ਨੈਕਸਟ ਸਾਡੇ ਕੋਲ ਆ ਗਿਆ ਜੀ ਕੋਐਕਸੀਅਲ ਕੇਬਲ। ਕੋਐਕਸੀਅਲ ਕੇਬਲ ਜਿਹੜੀ ਹੈਗੀ ਆ ਤੁਸੀਂ ਆਮ ਘਰਾਂ ਦੇ ਵਿੱਚ ਦੇਖੀ ਹੋਣੀ ਹੈ। ਇਹ ਕੋਐਕਸੀਅਲ ਕੇਬਲ ਹੈ ਜੀ। ਇੱਥੇ ਸਾਡੇ ਕੋਲੇ ਕੰਡਕਟਰ ਹੈ, ਇਹ ਸਾਡੇ ਕੋਲੇ ਕਾਪਰ ਮੈਸ਼ ਹੈ, ਇਹ ਇਨਸੂਲੇਟਰ ਆ ਗਿਆ, ਇਹ ਵੀ ਇਨਸੂਲੇਟਰ ਹੈ। ਜਿਹੜੀਆਂ ਕਾਪਰ ਵਾਇਰ ਦੀ ਐਡਵਾਂਟੇਜ ਹੈਗੀ ਆ, ਨੋ ਇਫੈਕਟ ਆਫ ਸਿਗਨਲ ਆਫ ਦਾ ਡਿਸਟਰਬੈਂਸ ਫਰੋਮ ਦਾ ਆਊਟਸਾਈਡ। ਮੋਇਸਚਰ ਜਿਹੜਾ ਹੈਗਾ ਉਸਦਾ ਵੀ ਅਸਰ ਨਹੀਂ ਹੈਗਾ, ਕਿਉਂਕਿ ਐਕਸਟਰਾ ਪਲਾਸਟਿਕ ਹੈਗਾ ਉਹਦੇ ਉੱਤੇ। ਇਹਨੂੰ ਵੀ ਅਸੀਂ ਐਨਾਲੌਗ ਤੇ ਡਿਜੀਟਲ ਸਿਗਨਲ ਦੇ ਲਈ ਵਰਤ ਸਕਦੇ ਹਾਂ। ਸੌਖੀਆਂ ਨੇ ਇੰਸਟਾਲ ਕਰਨੀਆਂ ਤੇ ਮੇਨਟੇਨ ਕਰਨੀਆਂ। ਲੇਕਿਨ ਇਹਦੀਆਂ ਕੋਈ ਡਿਸਐਡਵਾਂਟੇਜਸ ਨੇ। ਡਿਸਐਡਵਾਂਟੇਜ ਕੀ ਨੇ? ਥੀਸ ਕੇਬਲਸ ਆਰ ਐਕਸਪੈਂਸਿਵ। ਇਹ ਮਹਿੰਗੀਆਂ ਨੇ ਐਜ਼ ਕੰਪੇਅਰ ਟੂ ਟਵਿਸਟਡ ਪੇਅਰ ਕੇਬਲ। ਥਿਕ ਕੋਐਕਸੀਅਲ ਜਿਹੜੀਆਂ ਕੇਬਲਸ ਨੇ ਉਹ ਈਜ਼ੀਲੀ ਬੈਂਡ ਨਹੀਂ ਹੁੰਦੀਆਂ, ਇਸ ਕਰਕੇ ਉਹਨਾਂ ਨੂੰ ਇੰਸਟਾਲ ਕਰਨਾ ਜ਼ਿਆਦਾ ਡਿਫੀਕਲਟ ਹੈਗਾ। ਨੈਕਸਟ ਸਾਡੇ ਕੋਲ ਆ ਗਿਆ ਜੀ ਆਪਟੀਕਲ ਫਾਈਬਰ। ਆਪਟੀਕਲ ਫਾਈਬਰ ਦੇ ਵਿੱਚ ਖਾਸ ਕੀ ਚੀਜ਼ ਆ ਵੀ ਜਿਹੜਾ ਇਹਦੇ ਵਿੱਚ ਸਿਗਨਲ ਟਰੈਵਲ ਕਰ ਰਿਹਾ ਉਹ ਇਨ ਫਾਰਮ ਆਫ ਲਾਈਟ ਕਰ ਰਿਹਾ, ਯਾਨੀ ਕਿ ਲਾਈਟ ਜਿਹੜਾ ਹੈਗਾ ਉਹ ਇਨਫੋਰਮੇਸ਼ਨ ਲੈ ਕੇ ਜਾ ਰਹੀ ਹੈ। ਹੁਣ ਲਾਈਟ ਦੀ ਸਪੀਡ ਬਹੁਤ ਜ਼ਿਆਦਾ ਹੈ, ਇਸ ਕਰਕੇ ਇਹਦੇ ਵਿੱਚ ਡਾਟਾ ਟਰਾਂਸਫਰ ਦੀ ਸਪੀਡ ਵੀ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ ਆ। ਤੇ ਇਹਨੂੰ ਜਗ੍ਹਾ ਵੀ ਜਿਹੜੀ ਵਾਇਰ ਹੈਗੀ ਆ ਉਹ ਆਪਟੀਕਲ ਫਾਈਬਰ ਜਿਹੜੀ ਹੈਗੀ ਆ ਬਿਲਕੁਲ ਇੱਕ ਤੁਹਾਡੇ ਜਿਹੜਾ ਬਾਲ ਹੈਗਾ ਉਹਦੇ ਮਤਲਬ ਉਨੀ ਬਰੀਕ ਹੁੰਦੀ ਹੈਗੀ ਆ। ਮੈਂ ਇੱਕ ਡਾਇਗਰਾਮ ਦਿਖਾ ਰਿਹਾ ਤੁਹਾਨੂੰ। ਇਸ ਡਾਇਗਰਾਮ ਦੇ ਵਿੱਚ ਇਹ ਕੋਰ ਹੈ ਜਿਹਦੇ ਵਿੱਚ ਜਿਹੜਾ ਸਿਗਨਲ ਆ ਉਹ ਟਰੈਵਲ ਕਰਦਾ। ਇਹਦੇ ਉੱਪਰ ਇੱਕ ਕੋਟਿੰਗ ਹੈ ਕਲੈਡਿੰਗ, ਇਹਦੇ ਫਿਰ ਉੱਪਰ ਕੋਟਿੰਗ, ਸਟੈਂਥਨ ਮੈਂਬਰੇਨ ਤੇ ਆਊਟਰ ਜੈਕਟ। ਸਿਗਨਲ ਨੇ ਇੱਥੋਂ ਟਰਾਂਸਫਰ ਮਤਲਬ ਕਿ ਟਰੈਵਲ ਕਰਨਾ, ਤੇ ਕਲੈਡਿੰਗ ਨੇ ਕੀ ਕਰਨਾ, ਇਹਨੂੰ ਬਾਹਰ ਨਹੀਂ ਨਿਕਲਣ ਦੇਣਾ। ਜਿਹੜਾ
ਪ੍ਰਿੰਸੀਪਲ ਉਰੇ ਯੂਜ਼ ਕਰ ਰਹੇ ਹਾਂ, ਉਹ ਯੂਜ਼ ਕਰ ਰਹੇ ਹਾਂ ਟੋਟਲ ਇੰਟਰਨਲ ਰਿਫਲੈਕਸ਼ਨ। ਇਹਨੂੰ ਆਪਾਂ ਬਾਅਦ ਵਿੱਚ ਕਦੇ ਡਿਸਕਸ ਕਰਾਂਗੇ। ਸੋ ਇਹਦੀ ਪਹਿਲਾਂ ਜਿਹੜੀ ਸਿਲੇਬਸ ਦੇ ਅਕੋਰਡਿੰਗਲੀ ਆ, ਇਹਦੀ ਡਾਇਗਰਾਮ ਹੈ। ਡਾਇਗਰਾਮ ਦੇ ਵਿੱਚ ਕੋਰ ਹੋਊਗੀ, ਕਲੈਡਿੰਗ ਹੋਊਗੀ, ਕੋਟਿੰਗ ਹੋਊਗੀ ਤੇ ਸਟਰੈਂਥ ਮੈਂਬਰੇਨ ਹੋਊਗੀ। ਇਹਦਾ ਕੰਮ ਕੀ ਹੈ? ਇਹਨੂੰ ਸਟਰੈਂਥ ਦੇਣਾ, ਕਿਉਂਕਿ ਬਹੁਤ ਪਤਲੀ ਹੈ। Optical cable used to transfer digital signal in the form of light up to distance of hundreds of miles with higher throughput rate in comparison of other electrical communication cables। ਜਿਹੜੀਆਂ ਦੂਜੀਆਂ ਕੇਬਲਸ ਨੇ, ਜਿਹੜੀਆਂ ਅਸੀਂ ਦੋ ਪੜ੍ਹੀਆਂ ਨੇ, UTP ਔਰ ਕੋਐਕਸੀਅਲ, ਉਹਦੇ ਮੁਕਾਬਲੇ ਜਿਹੜੀ ਆਪਟੀਕਲ ਫਾਈਬਰ ਆ ਇਹ ਸਭ ਤੋਂ ਵਧੀਆ। ਕਿਉਂ ਵਧੀਆ ਹੈਗੀ ਹੈ? ਇੱਕ ਤਾਂ ਇਹਦੇ ਵਿੱਚ ਜਿਹੜਾ ਡਾਟਾ ਟਰਾਂਸਫਰ ਹੋ ਰਿਹਾ ਇਨ ਫਾਰਮ ਆਫ ਲਾਈਟ ਹੋ ਰਿਹਾ। ਲਾਈਟ ਦੇ ਉੱਤੇ ਨੋਇਸ ਦਾ ਅਸਰ ਨਹੀਂ ਪੈਂਦਾ, ਜਿਹੜੀ ਇਲੈਕਟ੍ਰੀਕਲ ਨੋਇਸ, ਜਿਹੜੀ ਨੋਇਸ ਦੀ ਪ੍ਰੋਬਲਮ ਬਾਕੀ ਕੇਬਲ ਦੇ ਵਿੱਚ ਆਉਂਦੀ ਹੈਗੀ ਆ। ਦੂਜੀ ਗੱਲ ਇਹ ਹੈਗੀ ਆ ਕਿ ਬਹੁਤ ਜ਼ਿਆਦਾ ਹਾਈ ਸਪੀਡ 'ਤੇ ਭੇਜ ਸਕਦੇ ਹਾਂ, ਕਿਉਂਕਿ ਲਾਈਟ ਦੀ ਸਪੀਡ ਹੀ ਬਹੁਤ ਜ਼ਿਆਦਾ ਹੈ। ਤਾਂ ਇਸ ਕਰਕੇ ਡਾਟਾ ਟਰਾਂਸਫਰ ਜਿਹੜੀ ਹੈਗੀ ਆ ਰੇਟ, ਉਹ ਵੀ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦਾ ਹੈਗਾ। ਹੁਣ ਆਪਟੀਕਲ ਫਾਈਬਰ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਸਾਧਨ ਹੈਗਾ ਜੀ। ਇਹਦੇ ਉੱਤੇ ਸੋਰਸ ਐਂਡ ਦੇ ਉੱਤੇ ਅਸੀਂ ਜਿਹੜਾ ਇਲੈਕਟ੍ਰੀਕਲ ਸਿਗਨਲ ਹੈਗਾ ਉਹਨੂੰ ਲਾਈਟ ਸਿਗਨਲ ਦੇ ਵਿੱਚ ਕਨਵਰਟ ਕਰਨ ਦੇ ਲਈ LED ਵਰਤਦੇ ਹਾਂ। LED ਵਰਤਦੇ ਹਾਂ ਜਾਂ ਲੇਜ਼ਰ ਡਾਇਓਡ ਵਰਤਦੇ ਹੈਗੇ। ਉਹ ਕੀ ਕਰਦਾ? ਇਲੈਕਟ੍ਰੀਕਲ ਸਿਗਨਲ ਨੂੰ ਲਾਈਟ ਸਿਗਨਲ ਦੇ ਵਿੱਚ ਉਹ ਕਨਵਰਟ ਕਰ ਦਿੰਦਾ ਹੈਗਾ। ਇਹ ਰਿਸੀਵਰ ਐਂਡ ਦੇ ਉੱਤੇ ਜਾ ਕੇ ਉਹਨੂੰ ਜਿਹੜਾ ਡਿਟੈਕਟਰ ਹੈਗਾ ਉਹ ਡਿਟੈਕਟ ਕਰ ਲੈਂਦਾ, ਉਹਨੂੰ ਦੁਬਾਰਾ ਕੀ ਕਰਦਾ? ਉਹ ਲਾਈਟ ਸਿਗਨਲ ਨੂੰ ਇਲੈਕਟ੍ਰੀਕਲ ਸਿਗਨਲ ਦੇ ਵਿੱਚ ਉਹ ਕਨਵਰਟ ਕਰ ਦਿੰਦਾ। ਆਲ ਆਪਟੀਕਲ ਫਾਈਬਰ ਯੂਜ਼ ਕੋਰ ਆਫ ਹੇਅਰ ਲਾਈਕ ਟਰਾਂਸਪੇਰੈਂਟ ਸਿਲੀਕॉन ਕਵਰਡ ਵਿਦ ਲੈਸ ਰਿਫਰੈਕਟਿਵ ਇੰਡੈਕਸ ਕਲੈਡਿੰਗ। ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਿਆ ਵੀ ਆਹ ਸਾਡੀ ਕੋਰ ਹੈ ਜੀ ਆਪਟੀਕਲ ਫਾਈਬਰ, ਠੀਕ ਹੈ। ਇਹਦੇ ਉੱਤੇ ਕਲੈਡਿੰਗ ਹੁੰਦੀ ਹੈ, ਉਹਦਾ ਜਿਹੜਾ ਰਿਫਰੈਕਟਿਵ ਇੰਡੈਕਸ ਹੈ ਉਹ ਘੱਟ ਹੁੰਦਾ ਤਾਂ ਕਿ ਜਿਹੜਾ ਸਿਗਨਲ ਆ ਉਹ ਬਾਹਰ ਨਾ ਨਿਕਲ ਸਕੇ। ਇਹ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੀਆਂ ਨੇ, ਇਸ ਗੱਲ ਕਰਕੇ ਇਜ਼ ਨਾਰਮਲੀ ਕਵਰਡ ਵਿਦ ਏ ਹਾਈ ਸਟਰੈਂਥ ਲਾਈਟ ਵੇਟ ਪ੍ਰੋਟੈਕਟਿਵ ਮਟੀਰੀਅਲ। ਈਚ ਫਾਈਬਰ ਕੇਬਲ ਮੇਡ ਅਪ ਆਫ ਥੀਸ 3 ਲੇਅਰਸ। ਸਭ ਤੋਂ ਪਹਿਲਾਂ ਕੋਰ, ਕਲੈਡਿੰਗ ਤੇ ਪ੍ਰੋਟੈਕਟਿਵ ਆਊਟਰ ਕਵਰਿੰਗ। ਹੁਣ ਮੇਨ ਐਡਵਾਂਟੇਜ ਕੀ ਨੇ ਆਪਟੀਕਲ ਫਾਈਬਰ ਦੀਆਂ? ਇੱਕ ਸਿੰਗਲ ਕੇਬਲ ਜਿਹੜੀ ਹੈਗੀ ਆ ਉਹ ਕਈ ਕਾਪਰ ਵਾਇਰ ਨੂੰ ਰਿਪਲੇਸ ਕਰ ਦਿੰਦੀ ਹੈ। ਇਸ ਕਰਕੇ ਉਹਦਾ ਵੇਟ ਜਿਹੜਾ ਹੈਗਾ ਬਹੁਤ ਘੱਟ ਹੋਏਗਾ ਤੇ ਵਰਕਿੰਗ ਵੀ ਉਹਦੀ ਬਹੁਤ ਵਧੀਆ ਹੋਏਗੀ। ਹਾਇਰ ਬੈਂਡਵਿਡਥ, ਕਿਉਂਕਿ ਲਾਈਟ ਦੀ ਸਪੀਡ ਦੇ ਉੱਤੇ ਚੱਲਦੀ ਹੈ, ਇਸ ਕਰਕੇ ਸਾਡੇ ਕੋਲੇ ਬੈਂਡਵਿਡਥ ਵੀ ਬਹੁਤ ਜ਼ਿਆਦਾ ਹੋਊਗੀ। ਹਾਇਰ ਬੈਂਡਵਿਡਥ ਸੂਟੇਬਲ ਫॉर ਇੰਡਸਟਰੀਅਲ ਐਂਡ ਨੋਇਸੀ ਏਰੀਆਸ। ਨੋਇਸ ਦਾ ਕੋਈ ਅਸਰ ਨਹੀਂ ਹੈਗਾ ਕਿਉਂਕਿ ਲਾਈਟ ਲਾਈਟ ਦੇ ਉੱਤੇ ਨੋਇਸ ਦਾ ਅਸਰ ਘੱਟ ਹੁੰਦਾ। ਡਾਟਾ ਸਿਗਨਲ ਕੈਨ ਬੀ ਸੈਂਟ ਟੂ ਏ ਲੌਂਗ ਡਿਸਟੈਂਸ ਵਿਦਾਊਟ ਵੀਕਨੈਸ। ਇਹਦੀਆਂ ਡਿਸਐਡਵਾਂਟੇਜਸ ਕਿਹੜੀਆਂ ਨੇ? ਡਿਸਐਡਵਾਂਟੇਜ ਹੈਗੀਆਂ ਵੀ ਇੱਕ ਸਭ ਤੋਂ ਪਹਿਲੀ ਡਿਸਐਡਵਾਂਟੇਜ ਤਾਂ ਇਹੀ ਆ ਕਿ ਜੀ ਇਹ ਬਹੁਤ ਜ਼ਿਆਦਾ ਕਾਸਟਲੀ ਆ। ਦੂਜੀ ਡਿਸਐਡਵਾਂਟੇਜ ਇਹ ਹੈਗੀ ਆ, ਮੇਨ ਡਿਸਐਡਵਾਂਟੇਜ ਜਿਹੜੀ ਹੈਗੀ ਆ ਵੀ ਲਾਈਟ ਜਿਹੜੀ ਹੈ ਯੂਨੀ ਡਾਇਰੈਕਸ਼ਨਲ ਹੈ। ਇਸ ਕਰਕੇ ਸਾਨੂੰ ਦੋ ਵੱਖਰੀਆਂ ਫ੍ਰੀਕੁਐਂਸੀਜ਼ ਦੀ ਲੋੜ ਪੈਂਦੀ ਆ ਫੁੱਲ ਡੁਪਲੈਕਸ ਟਰਾਂਸਮਿਸ਼ਨ ਦੇ ਲਈ। ਸੋ ਇਹ ਸੀਗਾ ਜੀ ਸਾਡੇ ਕੋਲੇ ਗਾਈਡਡ ਮੀਡੀਆ ਦੇ ਵਿੱਚ ਅਸੀਂ 3 ਜਿਹੜੇ ਹੈਗੇ ਨੇ ਉਹ ਸਟੱਡੀ ਕੀਤੇ ਨੇ। ਤੇ ਪਹਿਲਾ ਅਸੀਂ ਸਟੱਡੀ ਕੀਤਾ ਹੈਗਾ ਟਵਿਸਟਡ ਪੇਅਰ ਕੇਬਲ, ਫਾਸਟਡ ਟਵਿਸਟਡ ਪੇਅਰ। ਤੇ ਸੈਕੰਡ ਅਸੀਂ ਸਟੱਡੀ ਕੀਤਾ ਕੋਐਕਸੀਅਲ ਕੇਬਲ। ਤੇ ਥਰਡ ਅਸੀਂ ਜਿਹੜੀ ਕੇਬਲ ਸਟੱਡੀ ਕੀਤੀ ਆ ਉਹ ਕੀਤੀ ਆ ਆਪਟੀਕਲ ਫਾਈਬਰ। ਜਿਹੜਾ ਨੈਕਸਟ ਟੌਪਿਕ ਹੈਗਾ ਉਹ ਹੈਗਾ ਅਨਗਾਈਡਡ ਮੀਡੀਆ। ਅਨਗਾਈਡਡ ਮੀਡੀਆ ਯਾਨੀ ਕਿ ਵਾਇਰਲੈਸ ਮੀਡੀਆ। ਵਾਇਰਲੈਸ ਮੀਡੀਆ ਦੀਆਂ ਬਹੁਤ ਸਾਰੀਆਂ ਕੈਟਾਗਰੀਜ਼ ਨੇ, ਜਿੱਦਾਂ ਕਿ ਸਭ ਤੋਂ ਪਹਿਲਾਂ ਇਨਫਰਾਰੈਡ ਕਮਿਊਨੀਕੇਸ਼ਨ ਆ ਗਿਆ, IR ਕਮਿਊਨੀਕੇਸ਼ਨ। ਇਹ ਸ਼ਾਰਟ ਰੇਂਜ ਦੇ ਲਈ ਵਰਤੀ ਜਾਂਦੀ ਆ ਆਫ ਫੀਲਡ। ਇਹਦੀ ਮੇਜਰ ਲਿਮਿਟੇਸ਼ਨ ਕੀ ਆ? ਉਹ ਹੈਗੀ ਲਾਈਨ ਆਫ ਸਾਈਟ, ਕਿ ਸੋਰਸ ਤੇ ਡੈਸਟੀਨੇਸ਼ਨ ਉਹ ਇੱਕ ਹੀ ਲਾਈਨ ਆਫ ਸਾਈਟ ਯਾਨੀ ਕਿ ਇੱਕ ਹੀ ਸੀਧ ਦੇ ਵਿੱਚ ਹੋਣੇ ਚਾਹੀਦੇ ਨੇ ਜੇ ਅਸੀਂ ਡਾਟਾ ਟਰਾਂਸਫਰ ਕਰਨਾ ਹੈਗਾ। ਅਨਏਬਲ ਟੂ ਪੈਨਟਰੇਟ ਥਰੂ ਦਾ ਵਾਲਸ, ਯਾਨੀ ਕਿ ਜੇ ਵਿੱਚ ਦੀਵਾਰ ਆ ਗਈ ਤਾਂ ਇਹ ਡਾਟਾ ਟਰਾਂਸਮਿਸ਼ਨ ਪੋਸੀਬਲ ਨਹੀਂ ਹੋਏਗਾ। IR ਕੈਨ ਨਾਟ ਬੀ ਯੂਜ਼ਡ ਫॉर ਲੌਂਗ ਰੇਂਜ ਕਮਿਊਨੀਕੇਸ਼ਨ। ਇਹਨੂੰ ਕਦੇ ਵੀ ਅਸੀਂ
ਲੌਂਗ ਰੇਂਜ ਕਮਿਊਨੀਕੇਸ਼ਨ ਦੇ ਲਈ ਨਹੀਂ ਵਰਤ ਸਕਦੇ ਹੈਗੇ। IR ਜਿਹੜਾ ਹੈਗਾ ਇਹਦੀ ਵਰਤੋਂ ਕਿੱਥੇ ਹੁੰਦੀ ਆ? IR ਜਿਹੜਾ ਕਾਮਨਲੀ ਅਸੀਂ ਵਰਤਦੇ ਹੈਗੇ ਆ, ਉਹ ਵਰਤਦੇ ਹੈਗਾ ਰਿਮੋਟ ਕੰਟਰੋਲ ਦੇ ਵਿੱਚ, ਟੈਲੀਵਿਜ਼ਨ ਦੇ ਵਿੱਚ, ਵਾਇਰਲੈਸ LAN ਦੇ ਵਿੱਚ, ਮੋਡਮ, ਕੀਬੋਰਡ, ਮਾਊਸ, ਪ੍ਰਿੰਟਰ ਦੇ ਲਈ ਵੀ ਵਰਤ ਸਕਦੇ ਆ ਜਿਹੜੇ ਕਮਿਊਨੀਕੇਸ਼ਨ ਏਰੀਆਜ਼ ਨੇ, ਨਾਈਟ ਵਿਜ਼ਨ ਸਿਸਟਮ ਦੇ ਵਿੱਚ ਵਰਤ ਸਕਦੇ ਆ, ਮੋਸ਼ਨ ਡਿਟੈਕਟਰ ਦੇ ਵਿੱਚ ਅਸੀਂ ਵਰਤ ਸਕਦੇ ਹਾਂ। ਸਟੂਡੈਂਟਸ ਨੈਕਸਟ ਸਾਡੇ ਕੋਲ ਹੈਗਾ ਜੀ NFC, ਨੀਅਰ ਫੀਲਡ ਕਮਿਊਨੀਕੇਸ਼ਨ। ਨੀਅਰ ਫੀਲਡ ਕਮਿਊਨੀਕੇਸ਼ਨ ਦੇ ਵਿੱਚ ਕੀ ਹੈ, ਜਿਹੜੇ ਦੋ ਕਮਿਊਨੀਕੇਟਿੰਗ ਡਿਵਾਈਸ ਨੇ ਜਿਨ੍ਹਾਂ ਨੇ ਆਪਸ ਦੇ ਵਿੱਚ ਡਾਟਾ ਟਰਾਂਸਫਰ ਕਰਨਾ ਹੈਗਾ ਤੇ ਉਹਨਾਂ ਦੇ ਵਿਚਕਾਰ ਜਿਹੜਾ ਡਿਸਟੈਂਸ ਹੋਏਗਾ ਉਹ ਬਹੁਤ ਘੱਟ ਹੈ ਜੀ, ਇਸ ਕਰਕੇ ਸਿਕਿਉਰ ਮੰਨੇ ਜਾਂਦੇ ਨੇ। ਇਹਨਾਂ ਦੀ ਜ਼ਿਆਦਾਤਰ ਵਰਤੋਂ ਜਿਹੜੀ ਹੈਗੀ ਆ ਉਹ ਕੰਟੈਕਟਲੈਸ ਪੇਮੈਂਟ ਕਰਨ ਦੇ ਲਈ ਕੀਤੀ ਜਾਂਦੀ ਹੈਗੀ ਆ, ਕਿ ਅਸੀਂ ਕਿਸੇ ਚੀਜ਼ ਨੂੰ ਟੱਚ ਨਹੀਂ ਕਰਨਾ ਤੇ ਪੇਮੈਂਟ ਆਟੋਮੈਟਿਕਲੀ ਹੋ ਜਾਵੇ। ਇੱਥੇ ਸਾਡੇ ਕੋਲੇ ਇਹ ਟੈਗ ਹੋ ਗਿਆ, ਇਹ ਸਾਡੇ ਕੋਲੇ NFC ਡਿਵਾਈਸ ਆ। ਜਦੋਂ ਟੈਗ ਜਿਹੜਾ ਹੈਗਾ NFC ਡਿਵਾਈਸ ਦੀ ਰੇਂਜ ਦੇ ਵਿੱਚ ਆ ਜਾਏਗਾ ਤਾਂ ਇਹ ਐਕਟਿਵ ਹੋ ਜਾਏਗਾ। ਐਕਟਿਵ ਹੋ ਜਾਏਗਾ ਤਾਂ ਇਹ ਜਿਹੜੀ ਕਮਿਊਨੀਕੇਸ਼ਨ ਹੈਗੀ ਇਹ ਸਟਾਰਟ ਹੋ ਜਾਏਗੀ ਤੇ ਇਹ ਸਿਕਿਉਰ ਇਸ ਕਰਕੇ ਮੰਨੇ ਜਾਂਦੇ ਨੇ। ਜਿਹੜਾ ਆਪਣੇ ਕੋਲੇ ਡਿਸਟੈਂਸ ਹੈਗਾ ਇਹ ਬਹੁਤ ਹੀ ਘੱਟ ਹੁੰਦਾ ਹੈਗਾ। ਨੈਕਸਟ ਟੌਪਿਕ ਸਾਡੇ ਕੋਲੇ ਆ ਗਿਆ ਜੀ ਬਲੂਟੂਥ। ਬਲੂਟੂਥ ਅਸੀਂ ਕਾਮਨਲੀ ਵਰਤਦੇ ਹਾਂ। ਬਲੂਟੂਥ ਇਜ਼ ਅ ਟਾਈਪ ਆਫ ਰੇਡੀਓ ਕਮਿਊਨੀਕੇਸ਼ਨ ਟੈਕਨੋਲੋਜੀ। ਇਹਦੇ ਰੇਡੀਓ ਕਮਿਊਨੀਕੇਸ਼ਨ ਟੈਕਨੋਲੋਜੀ ਹੈ, ਇਹ ਉਸਦੀ ਇੱਕ ਟਾਈਪ ਹੈਗੀ ਆ। ਤੇ ਜਦੋਂ ਦੋ ਬਲੂਟੂਥ ਡਿਵਾਈਸ ਆਪਸ ਦੇ ਵਿੱਚ ਕਮਿਊਨੀਕੇਟ ਕਰਦੇ ਨੇ ਤਾਂ ਅਸੀਂ ਉਸਨੂੰ ਕੀ ਕਹਿੰਦੇ ਆ ਜੀ, ਪੇਅਰਿੰਗ ਕਹਿੰਦੇ ਆ। ਪੇਅਰਿੰਗ ਹੋਏਗੀ ਤਾਂ ਸਾਡੇ ਕੋਲੇ ਕਮਿਊਨੀਕੇਸ਼ਨ ਜਿਹੜੀ ਹੈਗੀ ਆ ਉਹ ਸਟਾਰਟ ਹੋਏਗੀ। ਜਿਹੜਾ ਬਲੂਟੂਥ ਨੈਟਵਰਕ ਹੈਗਾ ਉਹ ਡਾਇਨਾਮਿਕ ਟਪੋਲੋਜੀ ਵਰਤਦਾ, ਜਿਸ ਨੂੰ ਅਸੀਂ ਪਿਕੋਨੈਟ ਵੀ ਕਹਿ ਦਿੰਦੇ ਹੈਗੇ। ਜਿਹੜਾ ਬਲੂਟੂਥ ਹੈ ਵੀ ਸ਼ਾਰਟ ਡਿਸਟੈਂਸ ਦੇ ਲਈ ਵਰਤਿਆ ਜਾਂਦਾ। ਨੈਕਸਟ ਸਾਡੇ ਕੋਲੇ ਆ ਗਿਆ ਜੀ ਵਾਈਫਾਈ। ਸਭ ਤੋਂ ਪਹਿਲਾਂ ਤਾਂ ਇਹਦੀ ਫੁੱਲ ਫਾਰਮ ਦੇਖੋ ਜੀ, ਵਾਈਫਾਈ ਦੀ ਫੁੱਲ ਫਾਰਮ ਕੀ ਹੈ? ਵਾਈਫਾਈ ਸਟੈਂਡਸ ਫॉर ਦਾ ਵਾਇਰਲੈਸ ਫਿਡਲਿਟੀ। ਇਟ ਇਜ਼ ਕਾਮਨਲੀ ਕਾਲਡ ਏ ਵਾਇਰਲੈਸ LAN, ਯਾਨੀ ਕਿ ਵਾਇਰਲੈਸ ਲੋਕਲ ਏਰੀਆ ਨੈਟਵਰਕ। ਇਹ ਸਭ ਤੋਂ ਜ਼ਿਆਦਾ ਪਾਪੂਲਰ ਚੋਇਸ ਹੈਗੀ ਆ ਘਰਾਂ ਦੇ ਵਿੱਚ ਤੇ ਬਿਜ਼ਨਸ ਨੈਟਵਰਕ ਦੇ ਵਿੱਚ। ਨੈਕਸਟ ਟੌਪਿਕ ਆ ਜੀ ਸਾਡੇ ਕੋਲੇ ਰੇਡੀਓ ਵੇਵਸ। ਰੇਡੀਓ ਵੇਵਸ ਕੀ ਨੇ? ਇੱਕ ਇਲੈਕਟ੍ਰੋਮੈਗਨੈਟਿਕ ਵੇਵ ਦੀ ਇਹ ਟਾਈਪ ਨੇ। ਇਹਨਾਂ ਦੀ ਜ਼ਿਆਦਾਤਰ ਵਰਤੋਂ ਟੈਲੀਵਿਜ਼ਨ, ਮੋਬਾਈਲ ਫੋਨ ਕਮਿਊਨੀਕੇਸ਼ਨ ਤੇ ਰੇਡੀਓਜ਼ ਦੇ ਵਿੱਚ ਕੀਤੀ ਜਾਂਦੀ ਹੈਗੀ ਆ। ਰੇਡੀਓ ਵੇਵਸ ਕਮਿਊਨੀਕੇਸ਼ਨ ਦੇ ਲਈ ਸੈਂਡਰ ਤੇ ਰਿਸੀਵਰ ਐਂਟੀਨਾ ਆਪਸ ਦੇ ਵਿੱਚ ਅਲਾਈਨ ਹੋਣ ਇਹ ਕੋਈ ਜ਼ਰੂਰੀ ਨਹੀਂ ਹੈ। ਇਹੀ ਇਹਨਾਂ ਦੀ ਸਭ ਤੋਂ ਬੜੀ ਐਡਵਾਂਟੇਜ ਹੈਗੀ ਆ। ਇਹਨਾਂ ਦੇ ਵਿੱਚ ਜਿਹੜੀ ਫ੍ਰੀਕੁਐਂਸੀ ਹੈਗੀ ਆ ਉਹ ਉਹਨੂੰ ਕੀ ਕਹਿ ਦਿੰਦੇ ਆ? ਨੰਬਰ ਆਫ ਵੇਵਸ ਪਰ ਸੈਕਿੰਡ। ਉਹਨੂੰ ਅਸੀਂ ਕਿਹਦੇ ਵਿੱਚ ਮੈਜ਼ਰ ਕਰਦੇ ਹਾਂ? ਹਾਰਟਸ ਦੇ ਵਿੱਚ ਮੈਜ਼ਰ ਕਰਦੇ ਹੈਗੇ ਆ। ਜਿਹੜੀ ਰੇਡੀਓ ਵੇਵ ਦੀਆਂ ਐਪਲੀਕੇਸ਼ਨਸ ਹੈਗੀਆਂ ਨੇ, ਇਹਦੇ ਵਿੱਚ ਰੇਡੀਓ ਵੇਵਸ ਆਰ ਯੂਜ਼ਫੁਲ ਇਨ ਮਲਟੀਕਾਸਟਿੰਗ ਇਨ ਸੱਚ ਕੇਸ ਵੇਅਰ ਵਨ ਸੈਂਡਰ ਐਂਡ ਬਟ ਹੈਵ ਮੈਨੀ ਰਿਸੀਵਰਸ। ਜਿੱਦਾਂ ਕਿ ਸਾਡੇ ਕੋਲੇ ਟੈਲੀਵਿਜ਼ਨ ਹੈ, ਉਹਦੇ ਵਿੱਚ ਸਾਡੇ ਕੋਲੇ ਨਿਊਜ਼ ਬ੍ਰੌਡਕਾਸਟ ਜਿਹੜੇ ਹੈਗਾ ਉਹ ਇੱਕ ਸੈਂਡਰ ਹੈ ਤੇ ਜਿਹੜੇ ਪੂਰੇ ਦੇਸ਼ ਦੇ ਵਿੱਚ ਜਿਹੜੇ ਅਸੀਂ ਉਹ TV ਦੇ ਉੱਤੇ ਖਬਰਾਂ ਵੇਖਦੇ ਹਾਂ ਉਹ ਅਸੀਂ ਕੀ ਮੰਨੇ ਜਾਂਦੇ ਹਾਂ? ਰਿਸੀਵਰ ਮੰਨੇ ਜਾਂਦੇ ਹਾਂ। ਇਹਦੀ ਸਭ ਤੋਂ ਬੜੀ ਐਡਵਾਂਟੇਜ ਕੀ ਹੋਗੀ ਵੀ ਸੈਂਡਰ ਇੱਕ ਹੋਏਗਾ, ਲੇਕਿਨ ਰਿਸੀਵਰ ਜਿਹੜੇ ਹੈਗੇ ਨੇ ਉਹ ਜਿੰਨੇ ਮਰਜ਼ੀ ਹੋ ਸਕਦੇ ਨੇ। ਇਹਨਾਂ ਦੀਆਂ ਮੇਨ ਤੌਰ 'ਤੇ ਜਿਹੜੀਆਂ ਉਦਾਹਰਨਾਂ ਨੇ ਉਹ ਹੋ ਗਿਆ ਟੈਲੀਵਿਜ਼ਨ, AM FM ਰੇਡੀਓ ਜਾਂ ਕਾਰਡਲੈਸ ਫੋਨਸ ਦੇ ਵਿੱਚ ਵੀ ਇਹ ਵਰਤੀਆਂ ਜਾਂਦੀਆਂ ਨੇ। ਇਹ ਹੋ ਗਿਆ ਜੀ ਐਪਲੀਕੇਸ਼ਨ। ਉਸ ਤੋਂ ਬਾਅਦ ਹੋ ਗਿਆ ਜੀ ਐਡਵਾਂਟੇਜ ਐਂਡ ਡਿਸਐਡਵਾਂਟੇਜ ਆਫ ਦਾ ਰੇਡੀਓ ਵੇਵਸ। ਇਹ ਬਹੁਤ ਜ਼ਿਆਦਾ ਪਾਵਰਫੁਲ ਵੇਵਸ ਨੇ। ਇਹਨਾਂ ਨੂੰ ਅਸੀਂ ਈਜ਼ੀਲੀ ਜਨਰੇਟ ਕਰ ਸਕਦੇ ਹਾਂ ਤੇ ਪੈਨੀਟਰੇਟ ਕਰਦੀਆਂ ਨੇ ਇਹ ਜੀ ਬਿਲਡਿੰਗ ਦੇ ਵਿੱਚ, ਯਾਨੀ ਕਿ ਬਿਲਡਿੰਗ ਦੇ ਹਰ ਕੋਨੇ ਦੇ ਵਿੱਚ ਇਹ ਜਾ ਸਕਦੀਆਂ ਨੇ। ਤੇ ਉਸ ਤੋਂ ਬਾਅਦ ਇਹ ਲੌਂਗ ਡਿਸਟੈਂਸ ਵੀ ਟਰੈਵਲ ਕਰ ਸਕਦੀਆਂ ਨੇ ਤੇ ਜਿਸ ਦੇ ਨਾਲ ਇਹ ਲਾਰਜ ਜਿਹੜਾ ਏਰੀਆ ਹੈਗਾ ਉਹਨੂੰ ਕਵਰ ਕਰ ਲੈਂਦੀਆਂ ਨੇ ਕਮਿਊਨੀਕੇਸ਼ਨ ਦੇ ਲਈ। ਨੈਕਸਟ ਟੌਪਿਕ ਹੈਗਾ ਸਾਡੇ ਕੋਲੇ ਮਾਈਕ੍ਰੋਵੇਵ। ਮਾਈਕ੍ਰੋਵੇਵ ਵੀ ਇੱਕ ਲਾਈਟ ਦੀ ਟਾਈਪ ਹੈ ਜਿਹਨੂੰ ਅਸੀਂ ਹਿਊਮਨ ਆਈ ਦੇ ਨਾਲ ਨਹੀਂ ਦੇਖ ਸਕਦੇ। ਇਹਦੀ ਜਿਹੜੀ ਐਗਜ਼ਾਮਪਲ ਤੁਹਾਡੇ ਘਰਾਂ ਦੇ ਵਿੱਚ ਜਿਹੜਾ ਮਾਈਕ੍ਰੋਵੇਵ ਓਵਨ ਹੈਗਾ ਉਹਦੇ ਵਿੱਚ ਇਸ ਟਾਈਪ ਦੀਆਂ ਜਿਹੜੀਆਂ ਵੇਵਸ ਹੈਗੀਆਂ ਵਰਤੀਆਂ ਜਾਂਦੀਆਂ ਨੇ, ਲੇਕਿਨ ਕੁਕਿੰਗ ਦੇ ਲਈ। ਇਹਦੀਆਂ ਅੱਗੋਂ ਦੋ ਟਾਈਪਸ ਨੇ, ਟੈਰੈਸਟਰੀਅਲ ਮਾਈਕ੍ਰੋਵੇਵ ਤੇ ਸੈਟੇਲਾਈਟ ਮਾਈਕ੍ਰੋਵੇਵ। ਜਿਹੜੀਆਂ ਮਾਈਕ੍ਰੋਵੇਵਸ ਨੇ ਇਹ 1-to-1 ਕਮਿਊਨੀਕੇਸ਼ਨ ਦੇ ਲਈ ਬਹੁਤ ਵਧੀਆ ਨੇ, ਵੈਰੀ ਯੂਜ਼ਫੁਲ ਵੈਨ 1-to-1 ਕਮਿਊਨੀਕੇਸ਼ਨ ਇਜ਼ ਨੀਡਡ ਬਿਟਵੀਨ ਦਾ ਸੈਂਡਰ ਐਂਡ ਦਾ ਰਿਸੀਵਰ। ਜਿਹੜਾ ਤੁਹਾਡਾ ਮੋਬਾਈਲ ਫੋਨ ਹੈ, ਸੈਟੇਲਾਈਟ ਨੈਟਵਰਕ ਨੇ ਤੇ ਵਾਇਰਲੈਸ LAN ਹੈਗਾ, ਉਹ ਇੱਕ ਮਾਈਕ੍ਰੋਵੇਵ ਦੀਆਂ ਉਦਾਹਰਨਾਂ ਨੇ, ਉਹ ਮਾਈਕ੍ਰੋਵੇਵ ਨੂੰ ਵਰਤਦੀਆਂ ਨੇ।
ਇਹ ਹੋ ਗਈਆਂ ਐਪਲੀਕੇਸ਼ਨਸ। ਤੇ ਉਸ ਤੋਂ ਬਾਅਦ ਹੋ ਗਿਆ ਜੀ ਐਡਵਾਂਟੇਜ ਕੀ ਨੇ ਇਹਨਾਂ ਦੀਆਂ। ਇਹ ਬਹੁਤ ਘੱਟ ਖਰਚੀਲੀਆਂ ਨੇ, ਇਨਐਕਸਪੈਂਸਿਵ ਫॉर ਦਾ ਸ਼ਾਰਟ ਡਿਸਟੈਂਸ ਐਜ਼ ਇਟ ਰਿਕੁਆਇਰ ਫॉर ਦਾ ਹਾਇਰ ਟਾਵਰ ਫॉर ਦਾ ਲੌਂਗਰ ਡਿਸਟੈਂਸ। ਜੇ ਤਾਂ ਤੁਸੀਂ ਸ਼ਾਰਟ ਡਿਸਟੈਂਸ ਦੇ ਉੱਤੇ ਕਮਿਊਨੀਕੇਸ਼ਨ ਕਰਨੀ ਆ ਤਾਂ ਇਹ ਬਹੁਤ ਇਨਐਕਸਪੈਂਸਿਵ ਨੇ ਜੀ, ਘੱਟ ਖਰਚੀਲੀਆਂ ਨੇ। ਬਟ ਜੇ ਤੁਸੀਂ ਲੌਂਗਰ ਡਿਸਟੈਂਸ ਦੇ ਉੱਤੇ ਕਮਿਊਨੀਕੇਸ਼ਨ ਕਰਨੀ ਆ, ਡਿਸਟੈਂਸ ਬਹੁਤ ਜ਼ਿਆਦਾ ਹੈਗਾ, ਉਸ ਕੇਸ ਦੇ ਵਿੱਚ ਤੁਹਾਨੂੰ ਜਿਹੜੀ ਟਾਵਰ ਹੈਗਾ ਉੱਚੇ ਟਾਵਰ ਇੰਸਟਾਲ ਕਰਨ ਦੀ ਲੋੜ ਪਊਗੀ। ਮਾਈਕ੍ਰੋਵੇਵਸ ਜਿਹੜੀਆਂ ਦੂਜੀਆਂ ਕੇਬਲਸ ਨੇ ਉਹਨਾਂ ਨਾਲੋਂ ਸਸਤੀਆਂ ਪੈਂਦੀਆਂ ਨੇ ਤੇ ਬਹੁਤ ਸੌਖੇ ਤਰੀਕੇ ਦੇ ਨਾਲ ਕਮਿਊਨੀਕੇਸ਼ਨ ਇਹਨਾਂ ਦੇ ਵਿੱਚ ਪੋਸੀਬਲ ਹੈਗੀ ਆ। ਲੇਕਿਨ ਡਿਸਐਡਵਾਂਟੇਜ ਕੀ ਚੀਜ਼ ਆ? ਡਿਸਐਡਵਾਂਟੇਜ ਹੈਗੀ ਜੀ ਬੈਂਡਵਿਡਥ। ਇਹ ਲਿਮਟਡ ਆ ਇਹਨਾਂ ਦੇ ਵਿੱਚ, ਬੈਂਡਵਿਡਥ ਇਜ਼ ਲਿਮਟਡ। ਦੂਜੀ ਡਿਸਐਡਵਾਂਟੇਜ ਇਹ ਹੈਗੀ ਆ ਵੀ ਜਿਹੜਾ ਐਨਵਾਇਰਨਮੈਂਟ ਦਾ ਇਫੈਕਟ ਵੀ ਮਾਈਕ੍ਰੋਵੇਵ ਦੇ ਉੱਤੇ ਪੈਂਦਾ। ਸਪੋਜ਼ ਕਰੋ ਜਿਵੇਂ ਮੀਂਹ ਹਨੇਰੀ ਆ ਗਿਆ ਤਾਂ ਉਹਦੇ ਨਾਲ ਜਿਹੜਾ ਸਿਗਨਲ ਹੈਗਾ ਉਹ ਲੋਸਟ ਹੋ ਜਾਂਦਾ ਹੈਗਾ। ਨੈਕਸਟ ਅਸੀਂ ਡਿਸਕਸ ਕਰਦੇ ਹਾਂ ਟੈਰਸਟਰੀਅਲ ਮਾਈਕ੍ਰੋਵੇਵ, ਯਾਨੀ ਕਿ ਇਹਦੀਆਂ ਜਿਹੜੀਆਂ ਟਾਈਪਸ ਨੇ। ਜ਼ਿਆਦਾਤਰ ਲੌਂਗ ਡਿਸਟੈਂਸ ਕਮਿਊਨੀਕੇਸ਼ਨ ਦੇ ਲਈ ਵਰਤੀਆਂ ਜਾਂਦੀਆਂ ਨੇ। ਸੈਟੇਲਾਈਟ ਮਾਈਕ੍ਰੋਵੇਵ ਦੇ ਵਿੱਚ ਸਾਡੇ ਕੋਲੇ ਸੈਟੇਲਾਈਟ ਸਾਡੇ ਕੋਲੇ ਆਰਬਿਟ ਦੇ ਵਿੱਚ ਹੋ ਗਿਆ। ਇਹ ਸਾਡੇ ਕੋਲੇ ਐਂਟੀਨਾ 1 ਹੋ ਗਿਆ, ਐਂਟੀਨਾ ਸਾਡੇ ਕੋਲੇ 2 ਹੋ ਗਿਆ। ਇਸ ਐਂਟੀਨਾ 1 ਨੇ ਜਿਹੜਾ ਸਿਗਨਲ ਹੈਗਾ ਮਾਈਕ੍ਰੋਵੇਵ ਸੈਂਡ ਕਰਨੀਆਂ ਨੇ ਸੈਟੇਲਾਈਟ ਨੂੰ, ਸੈਟੇਲਾਈਟ ਨੇ ਰਿਸੀਵ ਕਰਨੀਆਂ ਨੇ ਤੇ ਫਿਰ ਦੁਬਾਰਾ ਉਸਨੇ ਆਪਣੇ ਜਿਹੜੇ ਸੈਕੰਡ ਐਂਟੀਨਾ ਹੈਗਾ ਉਹਨੂੰ ਇਹ ਸੈਂਡ ਕਰ ਦੇਣੀਆਂ ਨੇ ਤੇ ਉਹਨੇ ਇਹ ਰਿਸੀਵ ਕਰ ਲੈਣੀਆਂ ਨੇ। ਐਡਵਾਂਟੇਜਸ ਕੀ ਨੇ ਸੈਟੇਲਾਈਟ ਮਾਈਕ੍ਰੋਵੇਵ ਦੀਆਂ? ਜਿਹੜਾ ਸੈਟੇਲਾਈਟ ਮਾਈਕ੍ਰੋਵੇਵ ਹੈਗਾ ਇਹਦੇ ਵਿੱਚ ਗਰਾਊਂਡ ਮਾਈਕ੍ਰੋਵੇਵ ਤੋਂ ਜ਼ਿਆਦਾ ਕਵਰੇਜ ਹੋ ਜਾਂਦੀ ਆ। ਨੈਚੁਰਲੀ ਤੁਸੀਂ ਦੇਖ ਰਹੇ ਹੋ ਵੀ ਇੱਕ ਕੋਨਾ ਅਰਥ ਦਾ ਇਹ ਹੈ, ਇੱਕ ਕੋਨਾ ਇਹ ਹੈਗਾ, ਤੇ ਇਹਦੇ ਵਿੱਚ ਜਿਹੜੀ ਏਰੀਆ ਕਵਰੇਜ ਹੈਗੀ ਆ, ਕਮਿਊਨੀਕੇਸ਼ਨ ਹੈਗੀ ਆ, ਉਹ ਬਹੁਤ ਜ਼ਿਆਦਾ ਹੈਗੀ ਆ। ਕਿਉਂਕਿ ਗਰਾਊਂਡ ਮਾਈਕ੍ਰੋਵੇਵ ਦੇ ਵਿਚਕਾਰ ਤੁਹਾਡੇ ਕੋਲੇ ਜਿਹੜੇ ਡਿਸਟੈਂਸ ਹੈਗੀ ਆ ਐਂਟੀਨਾ ਦੀ ਉਹ ਆਮੋ ਸਾਹਮਣੇ ਹੋਣੇ ਚਾਹੀਦੇ ਨੇ। ਸੈਟੇਲਾਈਟ ਮਾਈਕ੍ਰੋਵੇਵ ਦੀ ਜਿਹੜੀ ਵਰਤੋਂ ਹੈਗੀ ਆ ਉਹ ਅਸੀਂ ਟੀਵੀ ਸਿਗਨਲ ਬ੍ਰੌਡਕਾਸਟਿੰਗ, ਵੈਦਰ ਫੋਰਕਾਸਟਿੰਗ, ਇਹਨਾਂ ਦੇ ਵਿੱਚ ਅਸੀਂ ਜਾਂ ਮੋਬਾਈਲ ਕਮਿਊਨੀਕੇਸ਼ਨ ਦੇ ਵਿੱਚ ਕਰਦੇ ਹੈਗੇ ਆ। ਇਹਦੀ ਡਿਸਐਡਵਾਂਟੇਜ ਕੀ ਚੀਜ਼ ਹੋਈ? ਇਹਦੀ ਸੈਟੇਲਾਈਟ ਮਾਈਕ੍ਰੋਵੇਵ ਦੀ ਜਿਹੜੀ ਸਭ ਤੋਂ ਵੱਡੀ ਡਿਸਐਡਵਾਂਟੇਜ ਉਹ ਹੈਗੀ ਆ ਵੀ ਜਿਹੜੀ ਮੈਨੂਫੈਕਚਰਿੰਗ ਕਾਸਟ ਹੈਗੀ ਆ ਸੈਟੇਲਾਈਟ ਦੀ ਉਹ ਬਹੁਤ ਜ਼ਿਆਦਾ ਹਾਈ ਆ ਤੇ ਸਭ ਤੋਂ ਜ਼ਿਆਦਾ ਖਰਚ ਆਉਂਦਾ ਕਿਸੇ ਸੈਟੇਲਾਈਟ ਨੂੰ ਲਾਂਚ ਕਰਨ ਦੇ ਵਿੱਚ। ਦੂਜੀ ਡਿਸਐਡਵਾਂਟੇਜ ਇਹ ਹੈਗੀ ਆ ਵੀ ਖਰਾਬ ਮੌਸਮ ਦੇ ਵਿੱਚ ਇਹਦੀ ਜਿਹੜੀ ਕਮਿਊਨੀਕੇਸ਼ਨ ਹੈਗੀ ਆ ਉਹ ਟੁੱਟ ਜਾਂਦੀ ਆ। ਹੁਣ ਅਸੀਂ ਨੈਕਸਟ ਦੇਖਦੇ ਹਾਂ ਜੀ ਕਮਿਊਨੀਕੇਸ਼ਨ ਮੋਡਸ। ਕਮਿਊਨੀਕੇਸ਼ਨ ਮੋਡ ਦਾ ਮਤਲਬ ਕੀ ਹੋਇਆ ਵੀ ਇੱਕ ਤੁਹਾਡੇ ਕੋਲੇ ਸੈਂਡਰ ਆ, ਇੱਕ ਰਿਸੀਵਰ ਆ, ਇਹਦੇ ਵਿਚਕਾਰ ਜਿਹੜੀ ਕਮਿਊਨੀਕੇਸ਼ਨ ਹੈਗੀ ਆ ਕਿੰਨੇ ਤਰੀਕਿਆਂ ਦੇ ਨਾਲ ਪੋਸੀਬਲ ਹੈਗੀ ਆ। ਸਾਡੇ ਕੋਲੇ ਮੇਨਲੀ 3 ਤਰੀਕੇ ਨੇ। ਇੱਕ ਹੈ ਜੀ ਸਿੰਪਲੈਕਸ ਮੋਡ, ਹਾਫ ਡੁਪਲੈਕਸ ਤੇ ਫੁੱਲ ਡੁਪਲੈਕਸ। ਸਭ ਤੋਂ ਪਹਿਲੀ ਟਾਈਪ ਆਪਾਂ ਦੇਖਦੇ ਹਾਂ ਜਿਹੜੀ ਹੈਗੀ ਸਿੰਪਲੈਕਸ ਮੋਡ। ਸਿੰਪਲੈਕਸ ਮੋਡ ਦੇ ਵਿੱਚ ਕੀ ਹੋਊਗਾ, ਤੁਹਾਡੇ ਕੋਲ ਇੱਕ ਸੈਂਡਰ ਹੈ, ਮੰਨ ਲਓ ਇੱਕ ਰਿਸੀਵਰ ਹੈ, ਇਹਦੇ ਵਿੱਚ 1 ਵੇ ਓਨਲੀ ਕਮਿਊਨੀਕੇਸ਼ਨ ਪੋਸੀਬਲ ਹੈ, ਯਾਨੀ ਕਿ ਸੈਂਡਰ ਸਿਰਫ ਰਿਸੀਵਰ ਨੂੰ ਭੇਜ ਹੀ ਸਕਦਾ 1 ਡਾਇਰੈਕਸ਼ਨ ਦੇ ਵਿੱਚ, ਲੇਕਿਨ ਰਿਸੀਵਰ ਉਸਦਾ ਕੋਈ ਵੀ ਰਿਪਲਾਈ ਨਹੀਂ ਕਰ ਸਕਦਾ ਹੈਗਾ। ਇਹ ਹੋਊਗੀ ਸਾਡੇ ਕੋਲ ਸਿੰਪਲੈਕਸ ਮੋਡ। ਹੁਣ ਸਿੰਪਲੈਕਸ ਮੋਡ ਦੀ ਐਗਜ਼ਾਮਪਲ ਕੀ ਹੈਗੀ ਹੈ? ਐਗਜ਼ਾਮਪਲ ਦਿੱਤੀ ਹੋਈ ਆ ਵੀ ਜਿਵੇਂ ਸਪੋਜ਼ ਕਰੋ ਤੁਹਾਡੇ ਕੋਲ ਕੰਪਿਊਟਰ ਤੇ ਕੀਬੋਰਡ ਨੇ ਸਿਰਫ ਕਮਾਂਡ ਜਿਹੜੀ ਹੈਗੀ ਆ ਜਦੋਂ ਤੁਸੀਂ ਕੀ ਪ੍ਰੈਸ ਕਰ ਦਿੰਦੇ ਹੋ ਤਾਂ ਉਹਨੇ ਸਿਗਨਲ ਸਿਰਫ ਕੰਪਿਊਟਰ ਨੂੰ ਸੈਂਡ ਕਰਨਾ, ਕੰਪਿਊਟਰ ਉਹਦਾ ਦੁਬਾਰਾ ਰਿਵਰਟ ਕੀਬੋਰਡ ਨੂੰ ਨਹੀਂ ਭੇਜ ਸਕਦਾ ਹੈਗਾ। ਦੂਜੀ ਉਦਾਹਰਣ ਉਹਨੇ ਇਹ ਦਿੱਤੀ ਆ ਵੀ ਟੈਲੀਵਿਜ਼ਨ ਬ੍ਰੌਡਕਾਸਟ, ਠੀਕ ਹੈ, ਜਿੱਦਾਂ ਕਿ ਆਪਣੇ ਕੋਲੇ ਟੈਲੀਵਿਜ਼ਨ ਦੇ ਦੁਆਰਾ ਜਿਹੜਾ ਰਿਸੀਵਰ ਆ, ਸਾਡੇ ਘਰ ਦੇ ਵਿੱਚ ਟੈਲੀਵਿਜ਼ਨ ਲੱਗੇ ਹੋਏ ਨੇ, ਉਹਦੇ ਦੁਆਰਾ ਅਸੀਂ ਪ੍ਰੋਗਰਾਮ ਸਿਰਫ ਦੇਖ ਸਕਦੇ ਹਾਂ। ਯਾਨੀ ਕਿ ਨਿਊਜ਼, ਸਪੋਜ਼ ਕਰੋ ਨਿਊਜ਼ ਏਜੰਸੀ ਹੈਗੀ ਆ, ਉਹਨਾਂ ਨੇ ਸਿਗਨਲ ਨੂੰ ਬ੍ਰੌਡਕਾਸਟ ਕਰਤਾ, ਉਹ 1 ਵੇ ਹੈਗਾ, ਤੁਸੀਂ ਸਿਰਫ ਉਹਨੂੰ ਵੇਖ ਸਕਦੇ ਹੋ, ਦੁਬਾਰਾ ਉਸਦਾ ਰਿਵਰਟ ਨਹੀਂ ਦੇ ਸਕਦੇ। ਹੁਣ ਇਹਦੀਆਂ ਐਡਵਾਂਟੇਜਸ ਕੀ ਨੇ? ਸਭ ਤੋਂ ਬੜੀ ਐਡਵਾਂਟੇਜ ਹੈਗੀ ਆ ਵੀ ਸੈਂਡਰ ਕੋਲੇ ਪੂਰੀ ਕੈਪੈਸਿਟੀ ਹੈਗੀ ਆ ਚੈਨਲ ਦੀ, ਜਿਹਦੇ ਨਾਲ ਉਹ ਕਮਿਊਨੀਕੇਟ ਕਰ ਸਕਦਾ ਹੈਗਾ। ਡਿਸਐਡਵਾਂਟੇਜ ਕੀ ਚੀਜ਼ ਨੇ ਕਿ ਇਹਦੀ 2 ਵੇ ਕਮਿਊਨੀਕੇਸ਼ਨ ਨਹੀਂ ਹੈਗੀ, ਸਿਰਫ ਯੂਨੀ ਡਾਇਰੈਕਸ਼ਨਲ ਹੈ, ਯਾਨੀ ਕਿ ਸਿਰਫ 1 ਵੇ ਕਮਿਊਨੀਕੇਸ਼ਨ ਪੋਸੀਬਲ ਹੈਗੀ ਆ। ਨੈਕਸਟ ਸਾਡੇ ਕੋਲੇ ਆ ਗਿਆ ਜੀ ਹਾਫ ਡੁਪਲੈਕਸ ਮੋਡ। ਹਾਫ ਡੁਪਲੈਕਸ ਕੀ ਚੀਜ਼ ਹੈਗੀ ਆ ਬਈ ਸੈਂਡਰ ਵੀ ਡਾਟਾ ਸੈਂਡ ਕਰ ਸਕਦਾ, ਜਿਵੇਂ ਪਹਿਲਾਂ ਫਸਟ ਕੇਸ ਦੇ ਵਿੱਚ ਇਹ ਜਿਹੜਾ ਹੈਗਾ ਉਹ ਡਾਟਾ ਸੈਂਡ ਕਰ ਰਿਹਾ ਤੇ ਬੀ ਜਿਹੜਾ ਹੈਗਾ ਉਹ ਸਿਰਫ ਉਹਨੂੰ ਰਿਸੀਵ ਕਰ ਰਿਹਾ, ਸੁਣ ਰਿਹਾ। ਲੇਕਿਨ ਜਦੋਂ ਇਹਨੇ ਪੂਰਾ ਕੰਪਲੀਟ ਕਰ ਲਿਆ, ਸੈਕਿੰਡ ਕੇਸ ਦੇ ਵਿੱਚ ਬੀ ਡਾਟਾ ਸੈਂਡ ਕਰ ਰਿਹਾ ਤੇ ਇਹ ਸਿਰਫ ਉਸ ਨੂੰ ਰਿਸੀਵ ਕਰ ਰਿਹਾ।
ਐਟ ਏ ਟਾਈਮ ਦੇ ਉੱਤੇ ਸਿਰਫ ਇੱਕ ਹੀ ਨੋਡ ਜਿਹੜੀ ਹੈਗੀ ਆ ਉਹ ਡਾਟਾ ਸੈਂਡ ਕਰ ਸਕਦੀ ਹੈ। ਜਾਂ ਤਾਂ ਉਹ ਐਜ਼ ਏ ਸੈਂਡਰ ਕੰਮ ਕਰੂਗੀ ਜਾਂ ਉਹ ਐਜ਼ ਏ ਰਿਸੀਵਰ ਕੰਮ ਕਰੂਗੀ। ਇਹਦੀ ਜਿਹੜੀ ਐਗਜ਼ਾਮਪਲ ਹੈਗੀ ਆ ਉਹ ਐਗਜ਼ਾਮਪਲ ਸਭ ਤੋਂ ਬੈਸਟ ਐਗਜ਼ਾਮਪਲ ਦਿੱਤੀ ਹੋਈ ਹੈ ਜੀ ਵਾਕੀ ਟਾਕੀ ਦੀ। ਉਹਦੇ ਵਿੱਚ ਸਿਰਫ ਇੱਕ ਬੰਦਾ ਬੋਲ ਰਿਹਾ, ਦੂਜੇ ਪਾਸੇ ਵਾਲਾ ਬੰਦਾ ਸਿਰਫ ਸੁਣ ਰਿਹਾ। ਹੁਣ ਹਾਫ ਡੁਪਲੈਕਸ ਦੀਆਂ ਐਡਵਾਂਟੇਜਸ ਕੀ ਨੇ? ਇਹਦੇ ਵਿੱਚ the entire capacity of the channel is taken over by whichever of the two devices transmitting at the same time। ਯਾਨੀ ਕਿ ਫੁੱਲ ਕੈਪੈਸਿਟੀ ਮਿਲ ਰਹੀ ਆ ਜਿਹੜਾ ਵੀ ਪਰਸਨ ਉਸ ਵਕਤ ਡਾਟਾ ਸੈਂਡ ਕਰ ਰਿਹਾ, ਕਿਉਂਕਿ ਦੂਜੇ ਵਾਲਾ ਦਾ ਵੇਟ ਕਰ ਰਿਹਾ ਨਾ, ਸੁਣ ਰਿਹਾ। ਡਿਸਐਡਵਾਂਟੇਜ ਕੀ ਚੀਜ਼ ਆ? ਡਿਸਐਡਵਾਂਟੇਜ ਹੈਗੀ ਡਿਲੇ। ਇੱਕ ਸੈਂਡ ਕਰ ਰਿਹਾ, ਦੂਜਾ ਵੇਟ ਕਰ ਰਿਹਾ। ਉਹ ਇਹ ਦੇਖੂਗਾ ਵੀ ਕਦੋਂ ਉਹਦੀ ਜਿਹੜੀ ਹੈਗੀ ਆ ਸੈਂਡਿੰਗ ਖਤਮ ਹੋਊਗੀ, ਫਿਰ ਮੈਂ ਸਟਾਰਟ ਕਰੂੰਗਾ, ਫਿਰ ਮੈਂ ਦੁਬਾਰਾ ਡਾਟਾ ਜਿਹੜਾ ਹੈਗਾ ਉਹਨੂੰ ਸੈਂਡ ਕਰੂੰਗਾ। ਨੈਕਸਟ ਸਾਡੇ ਕੋਲ ਹੈਗਾ ਜੀ ਫੁੱਲ ਡੁਪਲੈਕਸ ਮੋਡ। ਫੁੱਲ ਡੁਪਲੈਕਸ ਮੋਡ ਜਿਹੜਾ ਹੈਗਾ ਬਾਈ ਡਾਇਰੈਕਸ਼ਨਲ ਹੈ, ਯਾਨੀ ਕਿ ਸਾਡੇ ਕੋਲੇ ਸੈਂਡਰ ਜਿਹੜਾ ਹੈਗਾ A ਔਰ B, A ਵੀ ਡਾਟਾ ਸੈਂਡ ਕਰ ਰਿਹਾ ਤੇ B ਵੀ ਡਾਟਾ ਸੈਂਡ ਕਰ ਰਿਹਾ। ਬੋਥ ਸਾਈਮਲਟੇਨੀਅਸਲੀ ਡਾਟਾ ਸੈਂਡ ਕਰ ਰਹੇ ਨੇ ਤੇ ਰਿਸੀਵ ਕਰ ਰਹੇ ਨੇ। ਇਹਦੇ ਵਿੱਚ ਸਭ ਤੋਂ ਬੜੀ ਐਗਜ਼ਾਮਪਲ, ਕਾਮਨਲੀ ਐਗਜ਼ਾਮਪਲ ਹੈਗਾ ਜੀ ਮੋਬਾਈਲ ਫੋਨ। ਜਦੋਂ ਦੋ ਪਰਸਨ ਆਪਸ ਦੇ ਵਿੱਚ ਗੱਲ ਕਰ ਰਹੇ ਨੇ ਤਾਂ ਦੋਨੋਂ ਆਪਣੀ ਗੱਲ ਸੁਣ ਵੀ ਰਹੇ ਨੇ ਤੇ ਬੋਲ ਵੀ ਰਹੇ ਨੇ। ਇਹ ਸਭ ਤੋਂ ਬੈਸਟ ਐਗਜ਼ਾਮਪਲ ਹੈਗੀ ਆ ਫੁੱਲ ਡੁਪਲੈਕਸ ਟਰਾਂਸਮਿਸ਼ਨ ਦੀ। ਹੁਣ ਫੁੱਲ ਡੁਪਲੈਕਸ ਟਰਾਂਸਮਿਸ਼ਨ ਦੀ ਐਡਵਾਂਟੇਜ ਕੀ ਹੋਈ ਕਿ ਦੋਨੋਂ ਸਟੇਸ਼ਨ ਆਪਸ ਦੇ ਵਿੱਚ ਕਮਿਊਨੀਕੇਟ ਕਰ ਰਹੇ ਨੇ, ਸੈਂਡ ਵੀ ਕਰ ਰਹੇ ਨੇ ਤੇ ਰਿਸੀਵ ਵੀ ਕਰ ਰਹੇ ਨੇ। ਲੇਕਿਨ ਡਿਸਐਡਵਾਂਟੇਜ ਕੀ ਚੀਜ਼ ਹੋਈ? ਡਿਸਐਡਵਾਂਟੇਜ ਬੈਂਡਵਿਡਥ ਜਿਹੜੀ ਹੈਗੀ ਆ, ਚੈਨਲ ਕੈਪੈਸਿਟੀ ਜਿਹੜੀ ਹੈਗੀ ਆ, ਉਹ ਦੋ ਪਰਸਨ ਦੇ ਵਿੱਚ ਡਿਵਾਈਡ ਹੋ ਗਈ, ਦੋ ਹਿੱਸਿਆਂ ਦੇ ਵਿੱਚ ਡਿਵਾਈਡ ਹੋ ਗਈ। ਨੈਕਸਟ ਟੌਪਿਕ ਆ ਗਿਆ ਜੀ ਸਾਡੇ ਕੋਲੇ ਨੈਟਵਰਕ ਸ਼ੇਅਰਿੰਗ। ਨੈਟਵਰਕ ਸ਼ੇਅਰਿੰਗ ਕੀ ਚੀਜ਼ ਹੈ? ਨੈਟਵਰਕ ਸ਼ੇਅਰਿੰਗ ਇਜ਼ ਏ ਫੀਚਰ ਆਫ ਦਾ ਨੈਟਵਰਕ ਦੈਟ ਅਲਾਉ ਰਿਸੋਰਸਿਸ ਟੂ ਸ਼ੇਅਰ ਓਵਰ ਦਾ ਨੈਟਵਰਕ। ਜਿਹੜੇ ਰਿਸੋਰਸਿਸ ਨੇ ਜਦੋਂ ਅਸੀਂ ਉਹਨਾਂ ਨੂੰ ਨੈਟਵਰਕ ਦੇ ਉੱਤੇ ਸ਼ੇਅਰ ਕਰ ਦਿੰਦੇ ਹਾਂ, ਉਹ ਸਾਡੇ ਕੋਲੇ ਨੈਟਵਰਕ ਸ਼ੇਅਰਿੰਗ ਹੋ ਗਈ। ਇਹ ਤੁਹਾਡੇ ਕੋਲੇ ਫਾਈਲਸ ਵੀ ਹੋ ਸਕਦੀਆਂ ਨੇ, ਡਾਕੂਮੈਂਟ ਵੀ ਹੋ ਸਕਦੇ ਨੇ, ਕੋਈ ਫੋਲਡਰ ਵੀ ਹੋ ਸਕਦਾ, ਤਾਂ ਕਿ ਜੋ ਵੀ ਨੈਟਵਰਕ ਯੂਜ਼ਰ ਦੂਜੇ ਪਾਸੇ ਹੈਗਾ ਉਹ ਉਹਨੂੰ ਈਜ਼ੀਲੀ ਐਕਸੈਸ ਕਰ ਸਕੇ। ਨੈਕਸਟ ਸਾਡੇ ਕੋਲੇ ਆ ਗਿਆ ਪ੍ਰਿੰਟਰ ਸ਼ੇਅਰਿੰਗ। ਹੁਣ ਪ੍ਰਿੰਟਰ ਦੀ ਸ਼ੇਅਰਿੰਗ ਕਿਵੇਂ ਕਰਦੇ ਹਾਂ ਅਸੀਂ? ਕਿ ਸਾਡੇ ਕੋਲ ਪ੍ਰਿੰਟਰ ਇੱਕ ਲੱਗਿਆ ਹੋਇਆ, ਲੇਕਿਨ ਜੇ 10 ਕੰਪਿਊਟਰ ਨੋਡਸ ਜਿਹੜੀਆਂ ਹੈਗੀਆਂ ਨੇ ਉਹ ਨੈਟਵਰਕ ਦੇ ਵਿੱਚ ਨੇ ਤੇ 10 ਦੇ 10 ਉਸ ਪ੍ਰਿੰਟਰ ਦੇ ਉੱਤੇ ਜਿਹੜੀ ਹੈਗੀ ਆ ਕਮਾਂਡ ਉਹ ਸੈਂਡ ਕਰ ਸਕਣ ਪ੍ਰਿੰਟਿੰਗ ਦੀ। ਇਹਦੇ ਲਈ ਤੁਸੀਂ ਕੰਟਰੋਲ ਪੈਨਲ ਦੇ ਵਿੱਚ ਜਾਓ, ਉੱਥੇ ਤੁਸੀਂ ਡਿਵਾਈਸ ਐਂਡ ਪ੍ਰਿੰਟਰਸ ਓਪਨ ਕਰੋ। ਉਹਦੇ ਉੱਤੇ ਪ੍ਰਿੰਟਰ ਦੇ ਉੱਤੇ ਜਾ ਕੇ ਜਿਸ ਪ੍ਰਿੰਟਰ ਨੂੰ ਤੁਸੀਂ ਨੇ ਸ਼ੇਅਰ ਕਰਨਾ ਹੈਗਾ, ਰਾਈਟ ਬਟਨ ਕਲਿੱਕ ਕਰ ਦਿਓ। ਰਾਈਟ ਬਟਨ ਕਲਿੱਕ ਕਰੋਗੇ ਤੁਹਾਡੇ ਕੋਲ ਜਿਹੜੀ ਫਸਟ ਜਨਰਲ ਟੈਬ ਆ, ਸੈਕਿੰਡ ਹੋਊਗੀ ਸ਼ੇਅਰਿੰਗ ਟੈਬ। ਸ਼ੇਅਰਿੰਗ ਟੈਬ ਦੇ ਉੱਤੇ ਕਲਿੱਕ ਕਰ ਦਿਓ। ਇਹ ਜਿਹੜਾ ਚੈੱਕ ਬਾਕਸ ਹੈਗਾ ਇਹਨੂੰ ਤੁਸੀਂ ਚੈੱਕ ਕਰ ਦਿਓ ਤੇ ਓਕੇ ਕਰ ਦਿਓ। ਤੁਹਾਡੇ ਕੋਲ ਜਿਹੜਾ ਪ੍ਰਿੰਟਰ ਹੈਗਾ ਉਹ ਸ਼ੇਅਰ ਹੋ ਜਾਏਗਾ। ਇਹਦੇ ਨਾਲ ਕੀ ਹੋਊਗਾ? ਇਹਦੇ ਨਾਲ ਜਿੰਨੇ ਵੀ ਨੋਡਸ ਨੈਟਵਰਕ ਦੇ ਵਿੱਚ ਹੈਗੀਆਂ ਨੇ ਉਹ ਸਾਰੀਆਂ ਹੀ ਇਸ ਪ੍ਰਿੰਟਰ ਨੂੰ ਜਿਹੜੀਆਂ ਹੈਗੀਆਂ ਨੇ ਕਮਾਂਡਸ ਸੈਂਡ ਕਰ ਸਕਦੀਆਂ ਨੇ ਤੇ ਪ੍ਰਿੰਟਰ ਪ੍ਰਿੰਟਿੰਗ ਕਰੇਗਾ। ਹਾਂਜੀ, ਨੈਕਸਟ ਟੌਪਿਕ ਆ ਗਿਆ ਸਾਡੇ ਕੋਲੇ ਪ੍ਰੋਟੋਕੋਲਸ। ਪ੍ਰੋਟੋਕੋਲ ਕੀ ਹੁੰਦੇ ਨੇ? ਇੱਕ ਸੈੱਟ ਆਫ ਰੂਲਸ ਨੇ, ਯਾਨੀ ਕਿ ਕੁਝ ਨਿਯਮ ਨੇ। ਸਭ ਤੋਂ ਪਹਿਲੀ ਗੱਲ ਦਾ ਪ੍ਰੋਟੋਕੋਲ ਦਾ ਮਤਲਬ ਹੀ ਇਹ ਹੋਗਾ ਸੈੱਟ ਆਫ ਰੂਲਸ। ਕਾਹਦੇ ਰੂਲਸ ਨੇ? ਕਿ ਜਿਹੜੀ ਇਨਫੋਰਮੇਸ਼ਨ ਅਸੀਂ ਐਕਸਚੇਂਜ ਕਰਨੀ ਆ, ਇਨਫੋਰਮੇਸ਼ਨ ਐਕਸਚੇਂਜ ਕਰਨੀ ਆ ਸੌਖੇ ਤਰੀਕੇ ਨਾਲ, ਸਿਕਿਉਰ ਦੇ ਨਾਲ ਤੇ ਰਿਲਾਇਬਲ ਤਰੀਕੇ ਨਾਲ। ਉਹਦੇ ਲਈ ਕੁਝ ਜਿਹੜੇ ਨਿਯਮ ਬਣੇ ਹੋਏ ਨੇ ਉਹਨਾਂ ਨੂੰ ਅਸੀਂ ਪ੍ਰੋਟੋਕੋਲ ਕਹਿ ਦਿੰਦੇ ਹਾਂ। ਹੁਣ ਪ੍ਰੋਟੋਕੋਲ ਬਹੁਤ ਸਾਰੇ ਨੇ, ਜਿੱਦਾਂ ਕਿ ਸਭ ਤੋਂ ਪਹਿਲਾਂ ਸਾਡੇ ਕੋਲ ਆ ਗਿਆ ਜੀ TCP/IP। ਸਭ ਤੋਂ ਪਹਿਲਾਂ ਫੁੱਲ ਫਾਰਮ ਤੁਹਾਨੂੰ ਇਹਦੀ ਪਤਾ ਹੋਣੀ ਚਾਹੀਦੀ ਹੈ। TCP/IP ਦਾ ਮਤਲਬ ਕੀ ਹੋਇਆ? ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ ਤੇ ਇੰਟਰਨੈਟ ਪ੍ਰੋਟੋਕੋਲ। ਇਜ਼ ਅ ਸੈਟ ਆਫ ਲੇਅਰਡ ਪ੍ਰੋਟੋਕੋਲ ਯੂਜ਼ਡ ਫॉर ਕਮਿਊਨੀਕੇਸ਼ਨ ਓਵਰ ਦਾ ਨੈਟਵਰਕ। ਇਹਨਾਂ ਦੀ ਵਰਤੋਂ ਇੰਟਰਨੈਟ ਦੇ ਉੱਤੇ ਕਮਿਊਨੀਕੇਸ਼ਨ ਕਿਵੇਂ ਕਰਨੀ ਆ ਉਹਦੇ ਲਈ ਕੀਤੀ ਜਾਂਦੀ ਹੈਗੀ ਆ। ਹੁਣ ਇਹਦੀਆਂ 4 ਲੇਅਰਸ ਨੇ। TCP/IP ਦੀਆਂ ਵੀ ਬਹੁਤ ਇੰਪੋਰਟੈਂਟ ਪ੍ਰੋਟੋਕੋਲ ਹੈਗਾ। 4 ਲੇਅਰਸ ਦੇ ਵਿੱਚ ਪਹਿਲੀ ਲੇਅਰ ਸਾਡੇ ਕੋਲ ਐਪਲੀਕੇਸ਼ਨ ਲੇਅਰ। ਐਪਲੀਕੇਸ਼ਨ ਲੇਅਰ ਦੇ ਉੱਤੇ HTTP ਤੇ FTP ਵਰਤਿਆ ਜਾਂਦਾ। ਇਹ ਵੀ ਪ੍ਰੋਟੋਕੋਲਸ ਨੇ, ਇਹਨੂੰ ਆਪਾਂ ਅੱਗੇ ਦੇਖਦੇ ਹਾਂ। FTP ਦਾ ਮਤਲਬ ਹੈ ਫਾਈਲ ਟ੍ਰਾਂਸਫਰ ਪ੍ਰੋਟੋਕੋਲ, HTTP ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ। ਨੈਕਸਟ ਲੇਅਰ ਆ ਗਈ ਸਾਡੇ ਕੋਲ ਟਰਾਂਸਪੋਰਟ ਲੇਅਰ। ਟਰਾਂਸਪੋਰਟ ਲੇਅਰ ਜਿਹੜੀ ਹੈਗੀ ਆ ਡਾਟਾ ਟਰਾਂਸਮਿਟ ਕਰਦੀ ਹੈਗੀ ਆ। ਡਾਟਾ ਇਜ਼ ਟਰਾਂਸਮਿਟਰ ਇਨ ਦਾ ਫਾਰਮ ਆਫ ਡਾਟਾਗ੍ਰਾਮ ਯੂਜ਼ਿੰਗ ਦਾ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ। ਯਾਨੀ ਕਿ ਡਾਟਾ ਨੂੰ ਕੀ ਕਰਤਾ? ਟਰਾਂਸਮਿਟ ਕਰਤਾ। ਲੇਕਿਨ ਡਾਟਾ ਦਾ ਜਿਹੜਾ ਇੱਕ ਯੂਨਿਟ ਬਣਿਆ ਉਹਨੂੰ ਅਸੀਂ ਡਾਟਾਗ੍ਰਾਮ ਕਹਿ ਦਿੰਦੇ ਹਾਂ, ਇਨ ਫਾਰਮ ਆਫ ਡਾਟਾਗ੍ਰਾਮਸ। ਨੈਕਸਟ ਸਾਡੇ ਕੋਲ ਆ ਗਿਆ ਜੀ ਨੈਟਵਰਕ ਲੇਅਰ।
ਹੁਣ ਨੈਟਵਰਕ ਲੇਅਰ ਦਾ ਕੀ ਕੰਮ ਹੈ? ਨੈਟਵਰਕ ਲੇਅਰ ਇਜ਼ ਇ network layer connection is established using the internet protocol at the network layer, यानी कि IP इंटरनेट प्रोटोकॉल कित्थे काम करूगा? नैटवर्क लेयर के उत्ते होगा। हर एक मशीन आ जिहड़ी नैटवर्क के उत्ते उहनूं IP एड्रैस एक असाइन होगा। एवरी मशीन कनैक्टेड टू द इंटरनेट इज असाइनड ए एड्रैस इज कॉल्ड ए IP एड्रैस, ताकि असीं उस मशीन नूं सौखे तरीके नाल आइडेंटिफाई कर सकीए, सोर्स ते डेस्टिनेशन उस तरीके नाल आइडेंटिफाई हो सकन। डाटा लिंक लेयर, ये डाटा लिंक लेयर जिहड़ी हैगी साडे कोले OSI लेयर दे विच सैकेंड लेयर हैगी आ। इहदा काम की है? इट इज़ रिस्पोंसिबल फॉर ट्रांसमिटिंग द डाटा विद इन द फिजिकल नैटवर्क लिंक। ਇਹ ਸਭ ਤੋਂ ਰਿਲਾਇਬਲ ਸਿਸਟਮ ਮੰਨਿਆ ਗਿਆ ਜਦੋਂ ਅਸੀਂ ਇੱਕ ਨੋਡ ਤੋਂ ਦੂਜੀ ਨੋਡ ਦੇ ਵਿਚਕਾਰ ਅਸੀਂ ਡਾਟਾ ਨੂੰ ਟਰਾਂਸਮਿਟ ਕਰਨਾ ਹੈਗਾ। ਨੈਕਸਟ ਸਾਡੇ ਕੋਲੇ ਆ ਗਿਆ ਜੀ FTP ਪ੍ਰੋਟੋਕੋਲ ਦਾ ਮਤਲਬ ਫੁੱਲ ਫਾਰਮ ਕੀ ਹੋਈ? ਫਾਈਲ ਟ੍ਰਾਂਸਫਰ ਪ੍ਰੋਟੋਕੋਲ। ਇਹਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ? ਇਹਦੀ ਵਰਤੋਂ ਕੀਤੀ ਜਾਂਦੀ ਹੈਗੀ ਆ ਫਾਈਲਾਂ ਨੂੰ ਨੈਟਵਰਕ ਦੇ ਅਕ੍ਰੋਸ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟ੍ਰਾਂਸਫਰ ਜੇ ਕਰਨਾ ਹੋਵੇ। ਨੈਕਸਟ ਪ੍ਰੋਟੋਕੋਲ ਸਾਡੇ ਕੋਲ ਆ ਗਿਆ PPP, ਪੁਆਇੰਟ ਟੂ ਪੁਆਇੰਟ ਪ੍ਰੋਟੋਕੋਲ। ਔਰ ਜਿਹੜਾ ਪੁਆਇੰਟ ਟੂ ਪੁਆਇੰਟ ਪ੍ਰੋਟੋਕੋਲ ਹੈਗਾ ਡਾਟਾ ਲਿੰਕ ਲੇਅਰ ਪ੍ਰੋਟੋਕੋਲ ਹੈਗਾ, ਡਾਟਾ ਲਿੰਕ ਲੇਅਰ ਦਾ ਪ੍ਰੋਟੋਕੋਲ ਆ। ਇਹ ਕੀ ਕਰੇਗਾ? ਟਰਾਂਸਮਿਸ਼ਨ ਨੂੰ ਅਨੇਬਲ ਕਰੇਗਾ। ਦੈਟ ਅਨੇਬਲ ਦਾ ਟਰਾਂਸਮਿਸ਼ਨ ਆਫ TCP IP ਟ੍ਰੈਫਿਕ ਓਵਰ ਦਾ ਸੀਰੀਅਲ ਕਨੈਕਸ਼ਨ। ਜਦੋਂ ਅਸੀਂ ਟੈਲੀਫੋਨ ਲਾਈਨ ਦੇ ਉੱਤੇ ਇੰਟਰਨੈਟ ਚਲਾਉਣਾ ਹੈਗਾ, ਸੀਰੀਅਲ ਕਮਿਊਨੀਕੇਸ਼ਨ ਕਰਨੀ ਹੈਗੀ ਆ, ਤਾਂ ਅਸੀਂ PPP ਜਿਹੜਾ ਹੈਗਾ ਪ੍ਰੋਟੋਕੋਲ ਦੀ ਵਰਤੋਂ ਕਰਦੇ ਹੈਗੇ। ਇਹਦੀ ਐਗਜ਼ਾਮਪਲ ਇਹ ਹੋਗੀ ਟੈਲੀਫੋਨ ਲਾਈਨ using the PPP connection, home user to avail the internet connection over the telephone line। SMTP ਦੀ ਫੁੱਲ ਫਾਰਮ ਕੀ ਹੋਈ ਜੀ? SMTP ਦੀ ਫੁੱਲ ਫਾਰਮ ਹੋਈ ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕੋਲ। ਇਹਦੀ ਵਰਤੋਂ ਜਿਹੜੀ ਹੈਗੀ ਆ used in sending and receiving the email। ਇਹਦੀ ਵਰਤੋਂ ਜਿਹੜੀ ਅਸੀਂ ਈਮੇਲ ਸੈਂਡ ਕਰਦੇ ਹਾਂ ਜਾਂ ਰਿਸੀਵ ਕਰਦੇ ਹਾਂ ਉਹਦੇ ਲਈ ਕੀਤੀ ਜਾਂਦੀ ਹੈਗੀ ਆ। ਨੈਕਸਟ ਸਾਡੇ ਕੋਲੇ ਆ ਗਿਆ POP ਔਰ IMAP ਪ੍ਰੋਟੋਕੋਲ। POP ਦਾ ਮਤਲਬ ਕੀ ਹੋਇਆ? ਪੋਸਟ ਆਫਿਸ ਪ੍ਰੋਟੋਕੋਲ। ਇਹਦਾ ਜਿਹੜਾ ਵਰਜ਼ਨ 3 ਵਰਤ ਰਹੇ ਹਾਂ ਅਸੀਂ, ਇਹਦਾ ਮੁੱਖ ਕੰਮ ਕੀ ਹੈਗਾ? ਇਹਦਾ ਮੁੱਖ ਕੰਮ ਹੈਗਾ ਈਮੇਲ ਨੂੰ ਰਿਮੋਟ ਸਰਵਰ ਤੋਂ ਲੋਕਲ ਈਮੇਲ ਕਲਾਇੰਟ ਦੇ ਵਿੱਚ ਲੋਡ ਕਰਨਾ। ਇਟ ਇਜ਼ ਅ ਸਟੈਂਡਰਡ ਮੇਲ ਪ੍ਰੋਟੋਕੋਲ ਯੂਜ਼ਡ ਟੂ ਰਿਸੀਵ ਈਮੇਲਸ ਫਰੋਮ ਦ ਰਿਮੋਟ ਸਰਵਰ ਟੂ ਦ ਲੋਕਲ ਈਮੇਲ ਕਲਾਇੰਟ। POP allow you to download the email on the local computer and read them and even when you are in offline। that is main important ਕਿ ਜੀ POP ਯਾਨੀ ਕਿ ਪੋਸਟ ਆਫਿਸ ਪ੍ਰੋਟੋਕੋਲ ਦਾ ਮੇਨ ਕੰਮ ਕੀ ਹੋਗਾ? ਈਮੇਲ ਨੂੰ ਰਿਮੋਟ ਸਰਵਰ ਤੋਂ ਡਾਊਨਲੋਡ ਕਰਕੇ ਤੁਹਾਡੇ ਕੰਪਿਊਟਰ ਦੇ ਵਿੱਚ ਰੱਖ ਲੈਣਾ। ਜੇ ਤੁਸੀਂ ਆਫਲਾਈਨ ਵੀ ਹੈਗੇ ਤਾਂ ਵੀ ਤੁਸੀਂ ਉਸ ਮੇਲ ਨੂੰ ਪੜ੍ਹ ਸਕੋ। ਨੈਕਸਟ ਸਾਡੇ ਕੋਲ ਆ ਗਿਆ ਜੀ IMAP protocol। IMAP ਦਾ ਮਤਲਬ ਕੀ ਹੋਗਾ? ਇੰਟਰਨੈਟ ਮੈਸੇਜ ਐਕਸੈਸ ਪ੍ਰੋਟੋਕੋਲ is a mail protocol used for accessing emails on the remote web server from the local client। ਇੱਥੇ ਕੀ ਕਰੂਗਾ? used for accessing email, ਈਮੇਲ ਨੂੰ ਐਕਸੈਸ ਕਰੂਗਾ। ਈਮੇਲ ਨੂੰ ਐਕਸੈਸ ਕਰੂਗਾ ਕਿੱਥੋਂ? ਰਿਮੋਟ ਵੈਬ ਸਰਵਰ ਤੋਂ। ਕਿਹਦੇ ਦੁਆਰਾ? ਲੋਕਲ ਕਲਾਇੰਟ ਦੇ ਦੁਆਰਾ। ਨੈਕਸਟ ਸਾਡੇ ਕੋਲੇ ਆ ਗਿਆ ਜੀ STTP ਦਾ ਫੁੱਲ ਫਾਰਮ ਕੀ ਹੋਈ? ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ। ਤੇ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈਗੀ ਆ? ਇਹਦੀ ਵਰਤੋਂ ਇੰਟਰਨੈਟ ਐਕਸੈਸ ਕਰਨ ਦੇ ਲਈ ਵਰਤੀ ਜਾਂਦੀ ਹੈਗੀ ਆ। ਫੋਰ ਐਗਜ਼ਾਮਪਲ ਆਪਾਂ ਲੈ ਲਈਏ ਵੀ ਜਦੋਂ ਅਸੀਂ ਬਰਾਊਜ਼ਰ ਦੇ ਵਿੱਚ URL ਟਾਈਪ ਕਰਦੇ ਹਾਂ, URL ਟਾਈਪ ਕੀਤਾ ਤਾਂ ਅਸੀਂ ਉੱਥੇ ਜਿਹੜੀ STTP ਕਮਾਂਡ ਆ ਉਹਨੂੰ ਸੈਂਡ ਕਰ ਰਹੇ ਹਾਂ। ਯਾਨੀ ਕਿ URL ਲਿਖ ਕੇ ਜਦੋਂ ਅਸੀਂ ਐਂਟਰ ਮਾਰਦੇ ਹਾਂ ਤਾਂ ਅਸੀਂ STTP ਕਮਾਂਡ ਸੈਂਡ ਕਰਤੀ, ਤੇ ਵੈਬ ਸਰਵਰ ਜਿਹੜਾ ਹੈਗਾ ਉਹ ਇਨਫੋਰਮੇਸ਼ਨ ਜਿਹੜਾ ਹੈਗਾ ਉਹ ਰਿਟਰੀਵ ਕਰਦਾ ਤੇ ਦੁਬਾਰਾ ਉਸ ਨੂੰ ਉਸ ਕਲਾਇੰਟ ਕੰਪਿਊਟਰ ਦੇ ਉੱਤੇ ਉਹ ਸ਼ੋ ਕਰਦਾ। ਜਿਹੜਾ ਵੈਬ ਪੇਜ ਦਿਖੇਗਾ ਸਾਡੇ ਕੋਲੇ ਉਹ ਕਿਹੜੇ ਫਾਰਮੈਟ 'ਚ ਦਿਖੇਗਾ? ਉਹਨੂੰ ਅਸੀਂ HTML ਦੇ ਦੁਆਰਾ ਅਸੀਂ ਵੇਖਦੇ ਹੈਗੇ। ਨੈਕਸਟ ਸਾਡੇ ਕੋਲ ਆ ਗਿਆ ਜੀ ਨੈਟਵਰਕ ਕੰਪੋਨੈਂਟ ਐਡਰੈਸ। ਕੰਪੋਨੈਂਟ ਐਡਰੈਸ ਸਾਡੇ ਕੋਲੇ ਦੋ ਟਾਈਪ ਦੇ ਨੇ ਜੀ। ਸਭ ਤੋਂ ਪਹਿਲਾਂ ਸਾਡੇ ਕੋਲ ਹੈਗਾ ਜੀ ਮੈਕ ਐਡਰੈਸ। ਜਿਹੜਾ ਮੈਕ ਐਡਰੈਸ ਹੈਗਾ ਇਹ ਆਪਾਂ ਇਹ ਨਹੀਂ ਕਹਿ ਸਕਦੇ ਹੈਗੇ ਮੈਕਨਤੋਸ਼ ਕੰਪਿਊਟਰ, ਨੋ। ਇਹਦੀ ਪਹਿਲਾਂ ਫੁੱਲ ਫਾਰਮ ਦੇਖੋ। ਮੈਕ ਐਡਰੈਸ ਦੀ ਫੁੱਲ ਫਾਰਮ ਕੀ ਹੋਈ ਸਾਡੇ ਕੋਲੇ? ਮੈਕ ਐਡਰੈਸ ਦੀ ਫੁੱਲ ਫਾਰਮ ਹੋਈ ਮੀਡੀਆ ਐਕਸੈਸ ਕੰਟਰੋਲ ਐਡਰੈਸ।
ਮੈਕ ਐਡਰੈਸ ਕੀ ਚੀਜ਼ ਹੈ? ਮੈਕ ਐਡਰੈਸ ਇਜ਼ ਏ ਹਾਰਡਵੇਅਰ ਆਇਡੈਂਟੀਫਿਕੇਸ਼ਨ ਨੰਬਰ, ਇੱਕ ਹਾਰਡਵੇਅਰ ਆਇਡੈਂਟੀਫਿਕੇਸ਼ਨ ਨੰਬਰ ਹੈਗਾ ਜਿਹੜਾ ਯੂਨੀਕਲੀ ਡਿਫਾਈਨ ਕਰਦਾ ਡਿਵਾਈਸ ਨੂੰ ਨੈਟਵਰਕ ਦੇ ਉੱਤੇ। ਇਹ ਮੈਕ ਐਡਰੈਸ ਨੂੰ ਮੈਨੂਫੈਕਚਰ ਕੀਤਾ ਜਾਂਦਾ ਹਰ ਇੱਕ ਨੈਟਵਰਕ ਕਾਰਡ ਦੇ ਉੱਤੇ। ਸਪੋਜ਼ ਕਰੋ ਤੁਹਾਡੇ ਕੋਲ ਇੰਟਰਨੈਟ ਕਾਰਡ ਆ ਜਾਂ ਵਾਈਫਾਈ ਕਾਰਡ ਆ, ਉਹ ਹਰ ਇੱਕ ਦਾ ਇੱਕ ਮੈਕ ਐਡਰੈਸ ਹੋਏਗਾ। ਮੈਕ ਐਡਰੈਸ ਹੋਏਗਾ ਕਿੱਦਾਂ ਦਾ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਸਾਡੇ ਕੋਲੇ ਫਾਰਮੈਟ ਆ ਜੀ, ਹੈਗਜ਼ਾਡੈਸੀਮਲ ਨੰਬਰ ਹੋਣਗੇ ਅਤੇ ਹੈਗਜ਼ਾਡੈਸੀਮਲ ਨੰਬਰ ਦੇ ਵਿੱਚ ਸਾਡੇ ਕੋਲੇ 0 ਤੋਂ ਲੈ ਕੇ F ਤੱਕ, ਯਾਨੀ ਕਿ 0 ਤੋਂ ਲੈ ਕੇ 9 ਤੱਕ ਤਾਂ ਕਰੈਕਟਰ ਹੋਣਗੇ ਹੀ ਹੋਣਗੇ। 10 ਨੂੰ ਲਿਖਤਾ A, 11 ਨੂੰ ਲਿਖਤਾ B, 12 ਨੂੰ ਲਿਖਤਾ C, 13 ਨੂੰ ਲਿਖਤਾ D, 14 ਨੂੰ ਲਿਖਤਾ E ਅਤੇ 15 ਨੂੰ ਲਿਖਤਾ F। ਇਹ ਸਾਡੇ ਕੋਲੇ 16 ਡਿਜਿਟ ਹੋ ਗਏ 0 ਤੋਂ ਲੈ ਕੇ 15 ਤੱਕ। ਇਸ ਕਰਕੇ ਹੈਗਜ਼ਾਡੈਸੀਮਲ ਐਡਰੈਸ ਹੋਏਗਾ। ਜਿਹੜਾ ਮੈਕ ਐਡਰੈਸ ਹੋਊਗਾ ਉਹ 2 ਤੁਹਾਡੇ ਕੋਲੇ ਹੋ ਗਏ ਹੈਗਜ਼ਾਡੈਸੀਮਲ ਨੰਬਰ, ਉਸ ਤੋਂ ਬਾਅਦ ਕੋਲਨ, ਫਿਰ 2 ਤੁਹਾਡੇ ਕੋਲੇ ਹੈਗਜ਼ਾਡੈਸੀਮਲ ਨੰਬਰ ਦੈਨ ਕੋਲਨ। ਇਸ ਫਾਰਮੈਟ ਦੇ ਵਿੱਚ ਇਹ ਹੋਊਗਾ। ਨੈਕਸਟ ਸਾਡੇ ਕੋਲ ਲਾਸਟ ਟੌਪਿਕ ਆ ਗਿਆ IP ਐਡਰੈਸ। ਹਰ ਇੱਕ ਮਸ਼ੀਨ ਦਾ ਜਿਹੜਾ ਹੋਏਗਾ ਉਹਨੂੰ ਇੱਕ ਯੂਨੀਕਲੀ ਆਇਡੈਂਟੀਫਿਕੇਸ਼ਨ ਕਰਨ ਦੇ ਲਈ ਇੱਕ ਨੰਬਰ ਮਿਲਿਆ ਹੋਏਗਾ। ਇਸ ਐਡਰੈਸ ਦੇ ਦੁਆਰਾ ਅਸੀਂ ਮਸ਼ੀਨ ਨੂੰ ਆਇਡੈਂਟੀਫਾਈ ਕਰ ਸਕਦੇ ਹੈਗੇ ਹਾਂ ਨੈਟਵਰਕ ਦੇ ਉੱਤੇ। ਤਾਂ ਸਾਡੇ ਕੋਲੇ 2 ਤਰ੍ਹਾਂ ਦੇ IP ਐਡਰੈਸ ਇਸ ਵਕਤ ਅਵੇਲੇਬਲ ਨੇ, IP ਵਰਜ਼ਨ 4 ਅਤੇ IP ਵਰਜ਼ਨ 6। IP ਵਰਜ਼ਨ 4 ਕਿੱਦਾਂ ਦਾ ਹੋਏਗਾ ਜੀ? IP ਵਰਜ਼ਨ 4 ਸਾਡੇ ਕੋਲੇ ਇਹ ਐਗਜ਼ਾਮਪਲ ਆ ਸਾਡੇ ਕੋਲ। IP ਵਰਜ਼ਨ ਜਿਹੜਾ 4 ਹੈਗਾ ਸਾਡੇ ਕੋਲੇ 32 ਬਾਈਨਰੀ ਬਿਟ ਹੈਗਾ, ਅਤੇ ਜਿਹੜਾ ਸਾਡੇ ਕੋਲ IP ਵਰਜ਼ਨ 6 ਹੈਗਾ ਉਹ 128 ਬਾਈਨਰੀ ਬਿਟ ਹੈਗਾ, ਜਿਹੜਾ ਕਿ ਯੂਨੀਕਲੀ ਆਇਡੈਂਟੀਫਾਈ ਕਰਦਾ ਹਰ ਇੱਕ ਕੰਪਿਊਟਰ ਨੂੰ ਨੈਟਵਰਕ ਦੇ ਉੱਪਰ। ਸੋ ਆਈ ਹੋਪ ਸਟੂਡੈਂਟਸ ਤੁਹਾਨੂੰ ਇਹ ਜਿਹੜਾ ਚੈਪਟਰ ਹੈਗਾ ਸਮਝ ਆ ਗਿਆ ਹੋਵੇਗਾ।